ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਨੂੰ ਉਮੀਦ ਹੈ ਕਿ ਜਿਹੜੇ ਆਪਾਂ ਅੱਜ ਵਿਚਾਰ ਸਾਂਝੇ ਕਰਾਂਗੇ ਉਹਦੇ ਨਾਲ ਤੁਹਾਡਾ ਫਾਇਦਾ ਹੋਏਗਾ। ਤੁਹਾਡੇ ਮਨ ਵਿੱਚ ਜਿੰਨੇ ਵੀ ਬਾਂਝਪਨ ਨੂੰ ਲੈ ਕੇ ਕੁਐਸਚਨਸ ਹੈ ਤੇ ਵਹਿਮ ਹੈ ਉਹ ਸਾਰੇ ਦੂਰ ਹੋਣਗੇ ਤੇ ਹੋਰ ਬਹੁਤ ਕੁਝ ਤੁਹਾਨੂੰ ਜਾਣਨ ਨੂੰ ਮਿਲੇਗਾ। ਮਤਲਬ ਨਈ ਨਈ ਟੈਕਨੀਕਸ ਬਾਰੇ ਪਤਾ ਲੱਗੇਗਾ ਕਿ ਕੀ ਹੋ ਰਿਹਾ ਹੈ ਤੇ ਤੁਹਾਨੂੰ ਫਾਇਦਾ ਹੀ ਹੋਏਗਾ। ਜੀ, ਤੇ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਰਦੀ ਹਾਂ ਕਿ ਜਿਵੇਂ ਕਿ ਅੱਜ ਕੱਲ ਬਾਂਝਪਨ ਦੇ ਲਈ ਕਈ ਤਰ੍ਹਾਂ ਦੇ ਟ੍ਰੀਟਮੈਂਟ ਆ ਗਏ ਨੇ, ਟੈਸਟ ਟਿਊਬ ਬੇਬੀ ਹੈ, ਲੇਜ਼ਰ ਹੈਜਿੰਗ ਹੈ, ਪਰ ਸਭ ਤੋਂ ਪਹਿਲਾਂ ਇਹੀ ਜਾਣਨਾ ਚਾਹਾਂਗੇ ਕਿ ਇਸ ਪ੍ਰੋਬਲਮ ਨੂੰ ਕੀ ਸ਼ੁਰੂਆਤੀ ਸਿੰਪਟਮਸ ਹੁੰਦੇ ਨੇ ਜਿਸ ਤੋਂ ਕਿ ਕਪਲਸ ਨੂੰ ਪਤਾ ਲੱਗਦਾ ਹੈ ਕਿ ਵਾਕਈ ਉਹ ਇਸ ਜੋ ਸਮੱਸਿਆ ਦੇ ਨੇ ਸ਼ਿਕਾਰ ਹੋ ਚੁੱਕੇ ਨੇ। ਦੇਖੋ, ਜਿਹੜੀ ਬਾਂਝਪਨ ਦੀ ਸਮੱਸਿਆ ਹੈ ਉਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਲਾਈਫ ਸਟਾਈਲ ਇੰਨਾ ਕੁ ਖਰਾਬ ਹੋ ਗਿਆ ਹੈ, ਇੰਨਾ ਸਟ੍ਰੈਸ ਹੋ ਗਿਆ ਹੈ, ਉਹਦੇ ਨਾਲ ਜਿਹੜੀ ਬਾਂਝਪਨ ਦੇ ਜਿਹੜਾ ਦਰ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਵਧੀ ਜਾ ਰਿਹਾ ਹੈ। ਕਿੰਨੀ ਸਟੱਡੀਜ਼ ਹੋਈਆਂ ਕਿ ਜਿਹੜੇ ਪਹਿਲੇ ਸਿਰਫ 5 ਤੋਂ 6% ਲੋਕ ਬਾਂਝਪਨ ਤੋਂ ਗ੍ਰਸਤ ਸੀ, ਹੁਣ ਅੱਜ ਲੈ ਕੇ ਅਰਾਊਂਡ ਲਗਭਗ 20% ਵੀ ਹੋ ਗਏ। ਮਤਲਬ ਰੇਟ ਜਿਹੜਾ ਹੈ ਬਾਂਝਪਨ ਦਾ ਉਹ ਦੁੱਗਣਾ ਹੋ ਚੁੱਕਿਆ ਹੈ। ਬਿਲਕੁਲ ਬਿਲਕੁਲ। ਤੇ ਜਦ ਵੀ ਇੱਕ ਵਿਆਹੇ ਹੋਏ ਜੋੜੇ ਨੂੰ ਬਿਨਾਂ ਕਿਸੇ ਪ੍ਰੋਟੈਕਸ਼ਨ ਤੋਂ ਲਗਭਗ ਸਾਲ ਤੋਂ ਜ਼ਿਆਦਾ ਹੋ ਜਾਏ ਆਪਸੀ ਸੰਭੋਗ ਕਰਦੇ ਹੋਏ ਤੇ ਉਹਨੂੰ ਸੰਤਾਨ ਸੁਖ ਦੀ ਪ੍ਰਾਪਤੀ ਨਾ ਹੋਏ ਤੇ ਉਹਨੂੰ ਬਾਂਝਪਨ ਦੀ ਸਮੱਸਿਆ ਹੋ ਸਕਦੀ ਹੈ। ਉਹਨੂੰ ਸਹੀ ਟਾਈਮ ਤੇ ਸਹੀ ਡਾਕਟਰੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ। ਜੀ ਬਿਲकुल सही। तो जिमें कि डॉक्टर सुमिता सोफा जी ने कहा कि नॉर्मली अगर किसी कपल ਨੂੰ ਵਿਆਹ ਤੋਂ ਬਾਅਦ 1 ਸਾਲ ਹੋ ਗਿਆ नॉर्मली अपना रिलेशन बनाते हुए, फिजिकल रिलेशन बनाते हुए, लेकिन ਉਹਨਾਂ ਦੀ ਪ੍ਰੈਗਨੈਂਸੀ ਜਾਂ ਕਨਸੀਵ नहीं हो पा रहा है तो ਉਹਨਾਂ ਨੂੰ ਜ਼ਰੂਰ ਇਸ ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਵਾਕਈ ਉਹ ਕਿਸੇ ਪਰੇਸ਼ਾਨੀ ਦੇ ਸ਼ਿਕਾਰ ਹੋ ਚੁੱਕੇ ਨੇ। ਤੇ ਜੇ ਤੁਸੀਂ ਵੀ ਇਸ ਸਮੱਸਿਆ ਨੂੰ ਲੈ ਕੇ ਕੋਈ ਪ੍ਰਸ਼ਨ ਪੁੱਛਣਾ ਚਾਹੁੰਦੇ ਹੋ, ਕਿਸੇ ਸਵਾਲ ਦਾ ਜਵਾਬ ਡਾਕਟਰ ਸੁਮਿਤਾ ਸੋਫਾ ਜੀ ਤੋਂ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ। ਸਾਡਾ ਨੰਬਰ ਨੋਟ ਕਰ ਲਓ 08699000534। ਇਸ ਤੋਂ ਇਲਾਵਾ ਸਾਡਾ ਇੱਕ ਹੋਰ ਨੰਬਰ ਹੈ 01755061949। ਤੇ ਸਾਡੇ ਪਹਿਲੇ ਕਾਲਰ ਇਸ ਸ਼ੋਅ ਦੇ ਵਿੱਚ ਜੁੜ ਚੁੱਕੇ ਨੇ। ਹੈਲੋ ਹੈਲੋ, ਹਾਂਜੀ ਸੁਮਿਤਾ ਮੈਮ। ਹੈਲੋ 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 ਹੈਲੋ, ਹਾਂਜੀ ਸੁਮਿਤਾ ਮੈਮ ਬੋਲ ਰਹੇ। ਹਾਂਜੀ ਹਾਂਜੀ, ਦੱਸੋ ਕੀ ਪ੍ਰੋਬਲਮ ਹੈ ਤੁਹਾਨੂੰ? ਨਮਸਤੇ ਮੈਮ। ਹਾਂਜੀ, ਮੇਰੇ ਨਾ ਸਿਸਟਰ ਦੇ ਨਾ ਮੈਮ ਬੱਚੇਦਾਨੀ ਦੇ ਬਾਹਰ ਵਾਲੀ ਸਾਈਡ ਨਾ क्या कह रहे हैं बच्चेदानी में ਬਾਹਰ ਵਾਲੀ ਸਾਈਡ ਤੁਸੀਂ ਆਪਣਾ ਪ੍ਰਸ਼ਨ ਦੁਹਰਾ ਸਕਦੇ ਹੋ? ਹਾਂਜੀ, ਮੇਰੀ ਸਿਸਟਰ ਦੇ ਨਾ ਬੱਚੇਦਾਨੀ ਦੇ ਐਂਟਰੀ ਤੇ ਸਮਝ ਲਓ ਦੋਨੋਂ ਸਾਈਡਾਂ ਦੇ ਵਿੱਚ ਮਤਲਬ ਬਲੱਡ ਦੀਆਂ ਗੱਠਾਂ ਸੀਗੀਆਂ। ਹੈਲੋ। हाँ, क्लियर नहीं सी। चलो ਆਪਾਂ ਹੋਰ ਗੱਲ ਕਰਦੇ ਹਾਂ। ਜੀ, ਇਹਨਾਂ ਦੀ ਜੋ ਆਡੀਓ ਸਾਡੇ ਤੱਕ ਪ੍ਰੋਪਰ ਨਹੀਂ ਪਹੁੰਚ ਸਕੀ। ਚਲੋ ਅਸੀਂ ਇਹੀ ਸਭ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੋ ਵੀ ਕਾਲਰ ਸਾਨੂੰ ਕਾਲ ਕਰਦੇ ਨੇ ਆਪਣੇ ਟੀਵੀ ਦੀ ਵੋਲਿਊਮ ਵੀ ਘੱਟ ਦੇਣ ਤੇ ਇੱਕ ਰੇਂਜ ਵਾਲੀ ਜਗ੍ਹਾ ਵਿੱਚ ਆ ਕੇ ਸਾਡੇ ਨਾਲ ਗੱਲ ਕਰਨ। ਹਾਂਜੀ, ਆਪਾਂ ਗੱਲ ਕਰ ਰਹੇ ਸੀਗੇ ਕਿ ਜੋ ਕਪਲਸ ਆਉਂਦੇ ਨੇ, ਤੁਸੀਂ ਸਿੰਪਟਮਸ ਦੱਸੇ ਕਿ ਹਾਂ ਕਿ 1 ਸਾਲ ਦੇ ਅੰਦਰ ਅਗਰ ਨਹੀਂ ਕਨਸੀਵ ਹੋ ਪਾ ਰਿਹਾ ਮੀਨਸ ਵਾਕਈ ਕੋਈ ਪ੍ਰੋਬਲਮ ਆ ਗਈ ਹੈ। ਤਾਂ ਸ਼ੁਰੂਆਤ ਵਿੱਚ ਜਦੋਂ ਕਪਲਸ ਨੂੰ ਪਤਾ ਚੱਲਦਾ ਹੈ ਕਿ ਉਹਨਾਂ ਨੂੰ ਪ੍ਰੋਬਲਮ ਆ ਗਈ ਹੈ, ਵਾਕਈ ਉਹ ਬਾਂਝਪਨ ਦੇ ਸ਼ਿਕਾਰ ਹੋ ਗਏ ਨੇ, ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਸ਼ੁਰੂ ਕਰਵਾਉਣਾ ਚਾਹੀਦਾ ਹੈ? ਦੇਖੋ, ਜਦ ਵੀ ਕਿਸੇ ਕਪਲ ਨੂੰ ਬਾਂਝਪਨ ਦੀ ਸਮੱਸਿਆ ਆਈ ਹੈ, ਉਹਨੂੰ ਲੱਗ ਰਿਹਾ ਕਿ ਉਹਦੇ ਸੰਤਾਨ ਸੁਖ ਦੀ ਪ੍ਰਾਪਤੀ ਨਹੀਂ ਹੋ ਰਹੀ ਤੇ ਉਹਨੂੰ ਚੰਗੇ ਡਾਕਟਰ ਕੋਲ ਜ਼ਰੂਰ ਜਾਣਾ ਚਾਹੀਦਾ ਹੈ। ਕਿਸੇ ਸਪੈਸ਼ਲਿਸਟ ਕੋਲ ਜਾਣਾ ਚਾਹੀਦਾ ਹੈ। ਡਾਕਟਰ ਡਿਸਾਈਡ ਕਰੇਗਾ ਕਿ ਕਿਹੜੇ ਟੈਸਟਾਂ ਦੀ ਲੋੜ ਹੈ ਤੇ ਕਿਵੇਂ ਉਹਨਾਂ ਨੂੰ ਬੱਚਾ ਲੈਣਾ ਚਾਹੀਦਾ ਹੈ। ਮਤਲਬ ਕਹਿਣ ਦਾ ਮਤਲਬ ਹੈ ਕਿ ਕਿਸੇ ਕੁਆਲੀਫਾਈਡ ਡਾਕਟਰ ਤੋਂ ਜ਼ਰੂਰ ਇਲਾਜ ਕਰਾਉਣਾ ਚਾਹੀਦਾ ਹੈ। ਘਰੇ ਬੈਠ ਕੇ ਜੇ 1 ਸਾਲ ਵਿੱਚ ਨਹੀਂ ਬੱਚਾ ਹੋ ਰਿਹਾ ਤੇ ਹੋ ਸਕਦਾ ਹੈ ਪਰੇਸ਼ਾਨੀ ਆਏ ਤੇ ਉਸ ਤੋਂ ਬੈਟਰ ਹੈ ਤੁਸੀਂ ਸਹੀ ਟਾਈਮ ਤੇ ਸਹੀ ਇਲਾਜ ਕਰਾ ਲਓ। ਬਿਲਕੁਲ ਸਹੀ ਕਿਹਾ ਤੁਸੀਂ ਕਿ ਬਜਾਏ ਇਸ ਦੇ ਕਿ ਅਸੀਂ ਪਰੇਸ਼ਾਨੀ ਨੂੰ ਹੋਰ ਵਧਾ ਦਈਏ, ਹੋਰ ਟਾਈਮ ਦੇਵਾਂਗੇ, ਜਿੰਨਾ ਟਾਈਮ ਦਿੰਦੇ ਜਾਵਾਂਗੇ ਉਨੀ ਹੀ ਪ੍ਰੋਬਲਮ ਵੱਧਦੀ ਜਾਏਗੀ, ਉਨਾ ਹੀ ਇਸ ਦਾ ਇਲਾਜ ਮੁਸ਼ਕਿਲ ਹੁੰਦਾ ਜਾਏਗਾ। ਸਹੀ ਟਾਈਮ ਤੇ ਸਹੀ ਮਾਹਿਰ ਡਾਕਟਰ ਨੂੰ ਮਿਲੋ ਤੇ ਆਪਣਾ ਇਲਾਜ ਸ਼ੁਰੂ ਕਰਵਾ ਲੈਣਾ ਚਾਹੀਦਾ ਹੈ। ਤੇ ਡਾਕਟਰ ਜੀ, ਮੈਂ ਤੁਹਾਡੇ ਤੋਂ ਇਹ ਵੀ ਪੁੱਛਣਾ ਚਾਹਾਂਗੀ ਕਿ ਲੇਡੀਜ਼ ਵਿੱਚ ਖਾਸ ਤੌਰ ਤੇ ਕਿਹੜੀ ਪ੍ਰੋਬਲਮਸ ਨੇ ਜੋ ਆਮ ਤੌਰ ਤੇ ਪਾਈਆਂ ਜਾਂਦੀਆਂ? ਦੇਖੋ, ਜਿਹੜੀ ਬਾਂਝਪਨ ਦੀ ਸਮੱਸਿਆ ਉਹਦੇ ਵਿੱਚ ਆਦਮੀ ਵੀ ਜ਼ਿੰਮੇਵਾਰ ਹੈ ਬਰਾਬਰ ਦਾ, ਵਾਈਫ ਵੀ ਜ਼ਿੰਮੇਵਾਰ ਹੈ। ਜੇ ਆਪਾਂ 100% ਤੋਂ ਦੇਖੀਏ ਤੇ ਲਗਭਗ 40% ਜਿਹੜੇ ਕਾਰਨ ਹੈ ਆਦਮੀਆਂ ਵਿੱਚ ਹੁੰਦੇ ਆ, 40% ਜਿਹੜੇ ਕਾਰਨ ਹੈ ਔਰਤਾਂ ਵਿੱਚ ਹੁੰਦੇ ਆ। ਔਰਤਾਂ ਵਿੱਚ ਬਾਂਝਪਨ ਦਾ ਜਿਹੜਾ ਪ੍ਰਮੁੱਖ ਕਾਰਨ ਹੈ, ਦੇਖੋ 3 ਚੀਜ਼ਾਂ ਮੇਨ ਰਿਕੁਆਇਰਡ ਹੁੰਦੀ ਹੈ। ਬੱਚੇਦਾਨੀ ਠੀਕ ਹੋਣੀ ਚਾਹੀਦੀ ਹੈ, ਆਂਡੇਦਾਨੀ ਠੀਕ ਹੋਣੀ ਚਾਹੀਦੀ ਹੈ ਤੇ ਤੀਜੀ ਜਿਹੜੀ ਹੈ ਟਿਊਬਾਂ ਨੋਰਮਲ ਹੋਣੀਆਂ ਚਾਹੀਦੀਆਂ। ਕਿਤੇ ਵੀ ਜਦ ਵੀ ਸਮੱਸਿਆ ਆਏਗੀ ਤਾਂ ਪ੍ਰੋਬਲਮ ਆ ਸਕਦੀ ਹੈ। ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਬੱਚੇਦਾਨੀ ਦੀ। ਕੋਈ ਵੀ ਜਿਹੜੀ ਸਮੱਸਿਆ ਬੱਚੇਦਾਨੀ ਜੀ,
ਸਭ ਤੋਂ ਪਹਿਲਾਂ ਤਾਂ ਸਾਈਜ਼ ਦੇਖਿਆ ਜਾਂਦਾ ਹੈ ਬੱਚੇਦਾਨੀ ਦਾ ਕਿ ਉਹ ਨਾਰਮਲ ਹੈ ਕਿ ਨਹੀਂ ਹੈ ਜੀ ਉਹਦੀ ਤਹਿ ਠੀਕ ਹੈ ਬੱਚੇਦਾਨੀ ਦੀ ਕਿ ਨਹੀਂ ਠੀਕ। ਤੀਜੀ ਜਿਹੜੀ ਗੱਲ ਆਪਾਂ ਬੱਚੇਦਾਨੀ ਵਿੱਚ ਦੇਖਦੇ ਹਾਂ ਕਿ ਕੋਈ ਬੱਚੇਦਾਨੀ ਵਿੱਚ ਕਿਸੇ ਵੀ ਤਰ੍ਹਾਂ ਦੀ ਰਸੌਲੀਆਂ ਤਾਂ ਨਹੀਂ ਹੈ। ਜੀ ਜੇ ਰਸੌਲੀਆਂ ਹਨ ਤਾਂ ਰਸੌਲੀਆਂ ਦੀ ਕੀ ਪੋਜੀਸ਼ਨ ਹੈ, ਉਹ ਰਸੌਲੀ ਫਰਦਰ ਇੰਟਰਫੇਅਰ ਕਰੇਗੀ ਪ੍ਰੈਗਨੈਂਸੀ ਵਾਸਤੇ ਕਿ ਨਹੀਂ ਕਰੇਗੀ। ਜੀ ਫਿਰ ਉਸ ਤੋਂ ਬਾਅਦ ਆ ਗਈ ਜਿਹੜੀ ਟਿਊਬਾਂ ਦੀ ਜਾਂਚ ਹੈ। ਜੀ ਜਿਹੜੀ ਬੱਚੇਦਾਨੀ ਦੀ ਜਾਂਚ ਹੈ ਉਹ ਸਭ ਇੱਕ ਅੱਛਾ ਅਲਟਰਾਸਾਊਂਡ, ਇੱਕ ਟ੍ਰਾਂਸਵੈਜਾਈਨਲ ਸੋਨੋਗ੍ਰਾਫੀ ਦੇ ਨਾਲ ਪਤਾ ਲੱਗ ਸਕਦਾ ਹੈ। ਅੱਜ ਕੱਲ ਹੋਰ ਵੀ ਨਈ ਮਸ਼ੀਨਾਂ ਆ ਗਈਆਂ, ਜਿਵੇਂ 4D ਮਸ਼ੀਨ ਆ ਗਈ ਅਲਟਰਾਸਾਊਂਡ ਦੀ, ਸਾਨੂੰ ਬਿਲਕੁਲ ਹੀ ਅੰਦਰ ਪਤਾ ਲੱਗ ਜਾਂਦਾ ਕਿ ਤਹਿ ਠੀਕ ਹੈ, ਕੋਈ ਪੋਲਿਪ ਤਾਂ ਨਹੀਂ, ਕੋਈ ਬੱਚੇਦਾਨੀ ਦੇ ਅੰਦਰ ਰਸੌਲੀ ਤਾਂ ਨਹੀਂ ਹੈ, ਉਹ ਬਹੁਤ ਕਲੀਅਰ ਨਜ਼ਰ ਆ ਜਾਂਦਾ ਹੈ। ਜੀ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਟਿਊਬਾਂ ਦੀ। ਜੀ ਟਿਊਬਸ ਦੀ ਗੱਲ ਕਰਦੇ ਹਾਂ ਅਸੀਂ। ਫਿਲਹਾਲ ਸਾਡੇ ਇੱਕ ਕਾਲਰ ਨੇ। ਹੈਲੋ 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 ਹਾਂਜੀ ਡਾਕਟਰ। ਹੈਲੋ ਹੈਲੋ ਹਾਂਜੀ ਕੀ ਨਾਮ ਹੈ ਤੁਹਾਡਾ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਅਸੀਂ ਪਿਲੀਭਿਤ ਤੋਂ ਬੋਲਦੇ ਹਾਂ, ਯੂਪੀ ਚੋਂ। ਤੁਹਾਡੀ ਆਵਾਜ਼ ਸਾਡੇ ਤੱਕ ਪ੍ਰੋਪਰ ਨਹੀਂ ਪਹੁੰਚ ਪਾ ਰਹੀ ਹੈ। ਯੂਪੀ ਚੋਂ ਬੋਲਦੇ ਹਾਂ, ਪਿਲੀਭਿਤ ਤੋਂ। ਹੈਲੋ ਹੈਲੋ यूपी जो बोल रहे हैं, पीड़ित तो यूपी तो बोल रहे हैं जी जी की परेशानी है ਤੁਹਾਡੀ? मेरी वाइफ थे ट्यूब च बच्चा पिछली एक तरह पहले प्रेग्नेंट हुई थी तो ट्यूब च चले गया सी, दोबारा फिर ट्यूब चले गए, दोवें ट्यूबा खत्म हो गई, ट्यूबा तो बंद खोलनिया पईयां, ट्यूबा जो बच्चा चिपक गया जाके। ਕੀ ਕਹਿ ਰਹੇ ਹੈ ਜੀ ਇਹਨਾਂ ਦੀ ਵਾਈਫ ਦੀ ਪ੍ਰੋਬਲਮ ਦੱਸ ਰਹੇ ਨੇ ਇਹ। ਕੀ ਪ੍ਰੋਬਲਮ ਦੱਸ ਰਹੇ ਮੈਨੂੰ ਆਵਾਜ਼ ਨਹੀਂ ਆ ਰਹੀ। ਟਿਊਬਾਂ 'ਚ ਬੱਚਾ ਚਿਪਕ ਗਿਆ ਸੀ। ਟਿਊਬਾਂ ਵਿੱਚ ਪ੍ਰੋਬਲਮ ਹੈ ਨਾ? ਹਾਂ ਜੇ ਆਪਾਂ ਹੁਣ ਟਿਊਬਾਂ ਦੀ ਗੱਲ ਹੀ ਕਰ ਰਹੇ ਹਾਂ, ਜੇ ਟਿਊਬਾਂ ਬਲੌਕਡ ਹੈ। ਕਿੰਨੀ ਉਮਰ ਹੈ ਤੁਹਾਡੀ ਵਾਈਫ ਦੀ? 28 ਸਾਲ। 28 ਸਾਲ। ਤੁਸੀਂ ਕਿਵੇਂ ਚੈੱਕ ਕਰਾਇਆ, ਕਿਵੇਂ ਪਤਾ ਲੱਗਿਆ ਕਿ ਟਿਊਬਾਂ ਦੀ ਪ੍ਰੋਬਲਮ ਹੈ ਜੀ? ਟਿਊਬਾਂ 'ਚ ਬੱਚਾ ਹੋਇਆ ਸੀ, ਟਿਊਬ 'ਚ ਫਸ ਗਿਆ, ਜਾ ਕੇ ਚਿਪਕ ਗਿਆ ਸੀ। ਅੱਛਾ, ਇਕਟੋਪਿਕ ਪ੍ਰੈਗਨੈਂਸੀ ਦੀ ਪ੍ਰੋਬਲਮ ਹੈ ਤੇ ਇਹਦਾ ਮਤਲਬ ਜਿਹੜੀ ਹੈ ਇਹਨਾਂ ਦੀ ਅੱਗੇ ਜਾ ਕੇ ਵੀ ਇਹਨਾਂ ਨੂੰ ਇਕਟੋਪਿਕ ਪ੍ਰੈਗਨੈਂਸੀ ਦੀ ਪ੍ਰੋਬਲਮ ਆ ਸਕਦੀ ਹੈ। ਉਸ ਸਾਈਡ ਦੀ ਦੋਵੇਂ ਟਿਊਬਾਂ ਦੋਵੇਂ ਸਾਈਡਾਂ ਦੀਆਂ ਖਤਮ ਹੋ ਗਈਆਂ, ਦੋਨੋਂ ਖਤਮ ਹੋ ਗਿਆ। ਤਾਂ ਫਿਰ ਤਾਂ ਤੁਹਾਡੇ ਕੋਲ ਇੱਕੋ ਹੀ ਰਾਹ ਹੈ ਜਿਹੜਾ ਕਿ ਟੈਸਟ ਟਿਊਬ ਬੇਬੀ ਦਾ ਰਾਹ ਹੈ, ਉਹਦੇ ਨਾਲ ਹੀ ਤੁਹਾਡੇ ਪ੍ਰੈਗਨੈਂਸੀ ਹੋ ਸਕਦੀ ਹੈ, ਹੋਰ ਕੋਈ ਤਰੀਕਾ ਨਹੀਂ ਹੈ। ਅੱਛਾ ਜੀ ਜਿਵੇਂ ਕਿ ਆਪਾਂ ਵੀ ਗੱਲ ਕਰ ਰਹੇ ਸੀ, ਹੁਣ ਟਿਊਬਾਂ ਦੀ ਗੱਲ ਮੈਂ ਕਰ ਰਹੀ ਸੀ ਕਿ ਦੇਖੋ ਜਦ ਵੀ ਟਿਊਬ ਬਲੌਕ ਹੋ ਜਾਂਦੀ ਹੈ ਤੇ ਪ੍ਰੈਗਨੈਂਸੀ ਨਹੀਂ ਹੁੰਦੀ ਜੀ। ਹਾਂ, ਟਿਊਬਾਂ ਕਿਸ ਕਾਰਨ ਬਲੌਕ ਹੁੰਦੀ ਹੈ? ਕਈ ਕਾਰਨ ਹੁੰਦੇ ਆ ਟਿਊਬਾਂ ਦੇ। ਇਨਫੈਕਸ਼ਨ ਹੋ ਸਕਦੀ ਹੈ, ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ, ਮਤਲਬ ਇੱਕ ਲੇਡੀ ਨੂੰ ਕ੍ਰੋਨਿਕ ਇਨਫੈਕਸ਼ਨ ਹੈ, ਪਾਣੀ ਪੈਂਦਾ ਹੈ ਥੱਲੇ, ਕੋਈ ਖਾਰਸ਼ ਹੁੰਦੀ ਹੈ ਤੇ ਉਹ ਇਨਫੈਕਸ਼ਨ ਅਲਟੀਮੇਟਲੀ ਟਿਊਬਾਂ ਵਿੱਚ ਚਲੀ ਜਾਂਦੀ ਹੈ ਤੇ ਟਿਊਬ ਬਲੌਕ ਹੋ ਸਕਦੀ ਹੈ। ਦੂਜਾ ਜਿਹੜਾ ਟਿਊਬਲ ਬਲੌਕੇਟ ਦਾ ਕਾਰਨ ਹੈ ਉਹ ਹੈ ਨਲਾਂ ਦੀ ਟੀਬੀ ਹੋਣੀ। ਠੀਕ ਹੈ, ਉਹ ਨਲਾਂ ਦੀ ਟੀਬੀ ਦੇ ਕੋਈ ਸਿੰਪਟਮਸ ਨਹੀਂ ਹੁੰਦੇ, ਥੱਲੇ ਹਲਕੀ ਹਲਕੀ ਦਰਦ ਹੋ ਸਕਦੀ ਹੈ ਤੇ ਟਿਊਬਾਂ ਬੰਦ ਹੋ ਸਕਦੀ ਹੈ। ਤੀਜਾ ਜਿਹੜਾ ਹੈ ਐਂਡੋਮੈਟ੍ਰੀਓਸਿਸ ਦੇ ਨਾਲ ਵੀ ਟਿਊਬਾਂ ਜਿਹੜੀ ਹੈ ਉਹ ਬੰਦ ਹੋ ਸਕਦੀ ਹੈ। ਆਪਾਂ ਕਿਵੇਂ ਜਾਂਚ ਕਰ ਸਕਦੇ ਹਾਂ ਟਿਊਬਾਂ ਖੁੱਲੀਆਂ ਕਿ ਬੰਦ ਹੈ? ਇੱਕ ਤਾਂ ਅਲਟਰਾਸਾਊਂਡ ਦੇ ਜਰੀਏ, ਜਿਵੇਂ ਜਿਹਨੂੰ ਆਪਾਂ ਸੋਨੋਸਾਲਪਿੰਗੋਗ੍ਰਾਫੀ ਕਹਿੰਦੇ ਆ। ਦੂਸਰਾ ਐਕਸ-ਰੇ ਦੇ ਜਰੀਏ, ਜਿਹਨੂੰ ਆਪਾਂ HSG ਕਹਿੰਦੇ ਆ। ਠੀਕ ਹੈ, ਉਹ ਕਾਫੀ ਪੇਨਫੁਲ ਪ੍ਰੋਸੀਜਰ ਵੀ ਹੈ, ਅਗਰ ਪੇਸ਼ੈਂਟ ਨੂੰ ਨਾ ਬੇਹੋਸ਼ੀ ਕੀਤੀ ਜਾਵੇ ਤਾਂ ਹੋ ਸਕਦਾ ਬਹੁਤ ਪੇਨ ਹੋਏ। ਤੀਜਾ ਜਿਹੜਾ ਹੈ ਤਰੀਕਾ ਚੈੱਕ ਕਰਨ ਦਾ ਉਹ ਹੈ ਲੈਪਰੋਸਕੋਪਿਕਲੀ। ਅਸੀਂ ਪੇਟ ਵਿੱਚ ਇੱਕ ਚੀਰਾ ਲਾ ਕੇ, ਇੱਕ ਟਾਂਕਾ ਲਾ ਕੇ ਦੂਰਬੀਨ ਪਾਉਂਦੇ ਆ ਪੇਟ ਵਿੱਚ ਤੇ ਦੇਖਦੇ ਆ ਕਿ ਟਿਊਬਾਂ ਠੀਕ ਹੈ ਕਿ ਨਹੀਂ। ਜੀ ਜੀ ਜੀ। ਤੀਜੀ ਜਿਹੜੀ ਪ੍ਰਮੁੱਖ ਰਿਕੁਆਇਰਮੈਂਟ ਹੈ ਉਹ ਅੰਡੇਦਾਨੀਆਂ ਠੀਕ ਹੋਣਾ। ਠੀਕ ਹੈ ਨਾ, ਅੰਡੇਦਾਨੀ ਠੀਕ ਹੋਏਗੀ ਫਿਰ ਹੀ ਅੰਡਾ ਬਣੇਗਾ। ਜੀ ਸਭ ਤੋਂ ਪਹਿਲਾਂ ਲੇਡੀ ਦੀ ਅੰਡੇਦਾਨੀ ਨੂੰ ਚੈੱਕ ਕਰਨ ਵਾਸਤੇ ਲੇਡੀ ਦੇ ਹਾਰਮੋਨਸ ਦੀ ਜਾਂਚ ਹੁੰਦੀ ਹੈ। ਸਾਰੇ ਹਾਰਮੋਨਸ ਦੇਖੇ ਜਾਂਦੇ ਆ ਕਿ ਕੋਈ ਪ੍ਰੋਬਲਮ ਤਾਂ ਨਹੀਂ, ਅੰਡੇਦਾਨੀਆਂ ਦਾ ਸਾਈਜ਼ ਠੀਕ ਹੈ, ਬਲੱਡ ਫਲੋ ਠੀਕ ਹੈ। ਠੀਕ ਹੈ, ਅੰਡੇਦਾਨੀ ਵਿੱਚ ਕਿਸੇ ਤਰ੍ਹਾਂ ਦੀ ਰਸੌਲੀ ਤਾਂ ਨਹੀਂ ਹੈ। ਇਹ ਹੈ ਲੇਡੀਜ਼ ਦਾ ਪੂਰਾ ਚੈੱਕਅਪ, ਮਤਲਬ ਕਿ ਬੇਸਲਾਈਨ ਚੈੱਕਅਪ ਹੈ। ਉਸ ਤੋਂ ਬਾਅਦ ਡਿਟੇਲ ਜਿਵੇਂ ਜਿਵੇਂ ਪ੍ਰੋਬਲਮ ਆਏਗੀ ਹੋਰ ਡਿਟੇਲ ਚੈੱਕਅਪ ਹੋ ਸਕਦਾ ਹੈ। ਜੀ ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਟਿਊਬਸ ਬੰਦ ਹੋ ਜਾਂਦੀ ਹੈ ਤਾਂ ਫਿਰ ਕੋਈ ਹੋਰ ਰਸਤਾ ਰਹਿ ਨਹੀਂ ਜਾਂਦਾ ਕਿ ਆਪਰੇਸ਼ਨ ਦੇ ਜਾਂ ਦਵਾਈ ਦੇ ਜ਼ਰੀਏ ਟਿਊਬਸ ਖੁੱਲ ਸਕਦੀਆਂ ਨੇ? ਦੇਖੋ ਜਦ ਵੀ ਕਿਸੇ ਲੇਡੀ ਦੀ ਮੰਨ ਲਓ ਟਿਊਬ ਬਲੌਕ ਹੈ, ਠੀਕ ਹੈ, ਇਸ ਕੇਸ ਵਿੱਚ ਤਾਂ ਟਿਊਬਾਂ ਕੱਢ ਹੀ ਦਿੱਤੀਆਂ ਸੀ। ਦੇਖੋ ਐਕਟੋਪਿਕ ਪ੍ਰੈਗਨੈਂਸੀ ਹੋਈ ਮੀਨਸ ਟਿਊਬ ਵਿੱਚ ਬੱਚਾ ਠਹਿਰ ਗਿਆ, ਟਿਊਬਾਂ ਉਹਨਾਂ ਨੇ ਕੱਢ ਦਿੱਤੀਆਂ। ਠੀਕ ਹੈ, ਜਾਂ ਕਿਸੇ ਲੇਡੀ ਦੀ ਟਿਊਬ ਬੰਦ ਕਰ ਦਿੱਤੀ ਹੈ, ਮਤਲਬ ਉਹਦੀ ਫੈਮਿਲੀ ਕੰਪਲੀਟ ਹੋ ਗਈ ਹੈ, ਬੱਚੇ ਹੋ ਗਏ ਹੈ, ਪਰ ਕਿਸੇ ਅਣਹੋਣੀ ਦੇ ਕਾਰਨ ਬੱਚਿਆਂ ਨੂੰ ਕੋਈ ਨੁਕਸਾਨ ਹੋ ਗਿਆ ਤੇ ਟਿਊਬਾਂ ਬੰਦ ਹੈ ਲੇਡੀ ਦੀ। ਇਹੋ ਜਿਹੇ ਕੇਸਿਸ ਵਿੱਚ ਟੈਸਟ ਟਿਊਬ ਬੇਬੀ ਦਾ ਕਾਫੀ ਵਧੀਆ ਰੋਲ ਹੈ, ਮਤਲਬ ਕਿ ਆਪਾਂ ਜਿਹੜਾ ਕੰਮ ਟਿਊਬ ਵਿੱਚ ਹੋਣਾ ਹੈ ਉਹ ਅਸੀਂ ਟੈਸਟ ਟਿਊਬ ਬੇਬੀ ਲੈਬੋਰਟਰੀ ਵਿੱਚ ਕਰ ਰਹੇ ਆ। ਲੇਡੀ ਦਾ ਭਰੂਣ ਜਿਹੜਾ ਉਹ ਬਾਹਰ ਬਣੇਗਾ, ਇਨਕੂਬੇਟਰਸ ਵਿੱਚ ਬਣੇਗਾ ਤੇ ਫਿਰ ਉਹ ਬੱਚੇਦਾਨੀ ਵਿੱਚ ਰੱਖਿਆ ਜਾਏਗਾ। ਜੀ ਜੀ ਜੀ। ਜੇ ਟਿਊਬਾਂ ਬਿਲਕੁਲ ਹੀ ਮਾਈਨਰ ਬਲੌਕੇਡ ਹੈ, ਬਿਲਕੁਲ ਬੱਚੇਦਾਨੀ ਦੇ ਕੋਲ ਬਲੌਕ ਹੈ,
ਪਾਸੇ ਪਾਣੀ ਨਹੀਂ ਭਰਿਆ ਹੋਇਆ ਜੀ, ਟਿਊਬਾਂ ਵਿੱਚ ਤਾਂ ਜੀ। ਫਿਰ ਲੈਪਰੋਸਕੋਪਿਕ ਜਾਂ ਹਿਸਟੈਰੋਸਕੋਪਿਕ ਟਿਊਬਲ ਕੈਨੂਲੇਸ਼ਨ ਕਰ ਸਕਦੇ ਆ। ਜੀ। ਮਤਲਬ ਕੋਈ ਚੀਰਾ ਟਾਂਕੇ ਦੀ ਲੋੜ ਨਹੀਂ ਹੈ, ਕੋਈ ਨਹੀਂ। ਮੱਲਮ ਪੱਟੀ ਦੀ ਲੋੜ ਨਹੀਂ ਹੈ, ਆਪਾਂ ਥੱਲੋਂ ਦੂਰਬੀਨ ਪਾਵਾਂਗੇ ਤੇ ਟਿਊਬਾਂ ਖੁੱਲ ਯਾਨੀ ਸਕਦੀ ਹੈ। ਚਾਂਸ ਹੁੰਦਾ ਹੈ, ਇੱਕ ਤਰ੍ਹਾਂ ਦਾ ਚਾਂਸ ਬਿਲਕੁਲ ਹੁੰਦਾ ਹੈ ਕਿ ਉਹ tubes ਖੁੱਲ ਦੇਖਿਆ ਜਾਣਗੇ। ਜਾਂਦਾ ਹੈ ਕਿ ਲੇਡੀ ਦੀ ਏਜ ਠੀਕ ਹੈ, ਮਤਲਬ ਕਿ ਉਹ ਵੇਟ ਕਰ ਸਕਦੀ ਹੈ ਪ੍ਰੈਗਨੈਂਸੀ ਵਾਸਤੇ। ਜੀ। ਮਤਲਬ ਇੱਕ ਸਹੀ ਡਾਕਟਰ ਡਿਸਾਈਡ ਕਰੇਗਾ ਕਿ ਟਿਊਬਾਂ ਖੁੱਲ ਸਕਦੀ ਹੈ ਕਿ ਨਹੀਂ ਖੁੱਲ ਸਕਦੀ ਹੈ। ਜੇ ਬਿਲਕੁਲ। ਨਹੀਂ ਖੁੱਲ ਸਕਦੀ ਹੈ ਤਾਂ ਫਿਰ ਟੈਸਟ ਟਿਊਬ ਬੇਬੀ ਹੋਏਗਾ। ਜੀ ਬਿਲਕੁਲ ਬਿਲकुल। ਤੇ ਜਿਨ੍ਹਾਂ ਦੀ ਟਿਊਬਸ ਬੰਦ ਹੋ ਚੁੱਕੀਆਂ ਨੇ ਉਹਨਾਂ ਨੂੰ ਵੀ ਹਤਾਸ਼ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਉਹ ਵੀ ਅਗਰ ਇੱਕ ਮਾਹਿਰ ਡਾਕਟਰ ਕੋਲ ਜਾਣਗੇ ਤਾਂ ਉਹਨਾਂ ਨੂੰ ਸਹੀ ਰਸਤਾ ਜ਼ਰੂਰ ਦਿਖ ਜਾਏਗਾ ਤੇ ਉਹਨਾਂ ਦੇ ਘਰ ਵਿੱਚ ਵੀ ਖੁਸ਼ੀਆਂ ਜ਼ਰੂਰ ਆ ਸਕਦੀਆਂ ਨੇ। ਤੇ ਇਸ ਦੇ ਨਾਲ ਹੀ ਟਿਊਬਸ ਬੰਦ ਹੋਈਆਂ, ਤੁਸੀਂ ਕਿਹਾ ਕਿ ਅਗਰ ਕੋਈ ਵੀ ਚਾਂਸ ਨਹੀਂ ਰਹਿੰਦਾ ਤਾਂ ਆਪਾਂ ਉਹਨਾਂ ਨੂੰ ਇੰਜੈਕਟ ਕਰ ਸਕਦੇ ਹਾਂ ਅੰਦਰ ਟੈਸਟ ਟਿਊਬ ਬੇਬੀ ਦੇ ਜ਼ਰੀਏ। ਤਾਂ ਉਸ ਤੋਂ ਬਾਅਦ ਜਿਵੇਂ ਬੱਚੇਦਾਨੀ ਵਿੱਚ ਕਿਸ ਤਰ੍ਹਾਂ ਦੀ ਪ੍ਰੋਬਲਮਸ ਆਉਂਦੀਆਂ ਨੇ ਹੋਰ? ਹਾਂ, ਬੱਚੇਦਾਨੀ ਵਿੱਚ ਮੈਂ ਦੱਸਿਆ ਤਾਂ ਜਿਵੇਂ ਰਸੌਲੀਆ ਹੋ ਗਿਆ, ਸਪੋਜ਼ਿੰਗ ਇੱਕ ਪੇਸ਼ੈਂਟ ਹੈ, ਉਹਦੀ ਕਦੇ ਮਾਹਵਾਰੀ ਨਹੀਂ ਸ਼ੁਰੂ ਹੋਈ, ਜੀ। ਠੀਕ ਹੈ, ਜਾਂ ਮਾਹਵਾਰੀ ਆ ਕੇ ਛੇਤੀ ਖਤਮ ਹੋ ਗਈ ਹੈ, ਜਾਂ ਬੱਚੇਦਾਨੀ ਦਾ ਜਿਹੜਾ ਸਾਈਜ਼ ਹੈ ਉਹ ਖਤਮ ਹੋ ਗਿਆ, ਉਹ ਤੈਅ ਜੀ। ਨਹੀਂ ਠੀਕ ਬਣ ਰਹੀ, ਜੀ। ਮਤਲਬ ਤੈਅ ਨਹੀਂ ਪਕੜ ਰਹੀ ਬੱਚਾ, ਤੇ ਆਪਾਂ ਬੱਚੇਦਾਨੀ ਦੀ ਤੈਅ ਬਣਾਵਾਂਗੇ, ਪੇਸ਼ੈਂਟ ਨੂੰ ਹਾਰਮੋਨਸ ਦੇ ਟੀਕੇ ਵਗੈਰਾ ਲੱਗਣਗੇ, ਠੀਕ ਹੈ, ਫਿਰ ਉਹਦਾ ਪ੍ਰੋਸੀਜਰ ਕੀਤਾ ਜਾਏਗਾ ਤਾਂ ਭਰੂਣ ਬੱਚੇਦਾਨੀ ਵਿੱਚ ਰੱਖਿਆ ਜਾਏਗਾ। ਜੀ। ਫਿਰ ਦੂਜਾ ਜਿਹੜਾ ਪ੍ਰਮੁੱਖ ਕਾਰਨ ਹੈ ਬੱਚੇਦਾਨੀ ਵਿੱਚ ਰਸੌਲੀਆ ਹੋ ਗਈ ਹੈ ਕਿਸੇ ਹਾਂਜੀ। ਲੇਡੀ ਦੀ, ਸਭ ਤੋਂ ਪਹਿਲਾਂ ਇੱਕ ਮਾਹਿਰ ਡਾਕਟਰ ਦੇਖੇਗਾ ਕਿ ਰਸੌਲੀਆਂ ਕਿੰਨੇ ਵੱਡੀਆਂ ਹੈ, ਠੀਕ ਹੈ, ਉਹ ਰਸੌਲੀਆਂ ਇੰਟਰਫੇਅਰ ਕਰਦੀਆਂ ਕਿ ਨਹੀਂ ਕਰਦੀ। ਹਰ ਰਸੌਲੀ ਕੱਢਣ ਦਾ ਕੋਈ ਫਾਇਦਾ ਨਹੀਂ ਹੁੰਦਾ। ਜਿਹੜੀਆਂ ਰਸੌਲੀਆਂ ਬਹੁਤ ਵੱਡੀਆਂ ਸਾਈਜ਼ ਦੀ ਹੋ ਜਾਂਦੀ ਹੈ, ਜਿਹੜੀ ਇੰਟਰਫੇਅਰ ਕਰਨਗੀ ਪ੍ਰੈਗਨੈਂਸੀ ਵਾਸਤੇ, ਜੀ। ਸਿਰਫ ਉਹਨਾਂ ਦਾ ਕੱਢਣ ਦਾ ਫਾਇਦਾ ਹੈ। ਜੀ। ਤੇ ਜਦ ਕਿਸੇ ਵੀ ਪੇਸ਼ੈਂਟ ਨੂੰ ਆਹ ਰਸੌਲੀ ਕਢਾਣੀ ਚਾਹੀਦੀ ਹੈ, ਚੰਗੇ ਡਾਕਟਰ ਕੋਲ ਜਾਣਾ ਚਾਹੀਦਾ ਹੈ, ਕਿਉਂਕਿ ਕਈ ਵਾਰ ਬੱਚੇਦਾਨੀ ਵੀ ਕੱਢੀ ਜਾ ਸਕਦੀ ਹੈ। ਮਤਲਬ ਚੰਗਾ ਡਾਕਟਰ ਹਮੇਸ਼ਾ ਬਿਲਕੁਲ। ਬੱਚੇਦਾਨੀ ਬਚਾ ਕੇ ਹੀ ਰੱਖੇਗਾ, ਬਿਲकुल, ਤਾਂ ਕਿ बिल्कुल। ਕਿਉਂਕਿ ਅੱਗੇ ਫਰਟੀਲਿਟੀ ਰੱਖਣੀ ਹੈ, ਠੀਕ ਹੈ ਨਾ। ਬਿਲਕੁਲ ਮਤਲਬ ਦੇ ਜਿਹੜੇ ਅੱਛੇ ਡਾਕਟਰ ਤੋਂ ਕਰਾਣਗੇ ਉਹ ਬੱਚੇਦਾਨੀ ਨੂੰ ਨੁਕਸਾਨ ਨਹੀਂ ਹੋਣ ਦੇਗਾ। ਬਿਲਕੁਲ ਬਿਲकुल। ਬਹੁਤ ਹੀ ਨਾਜ਼ੁਕ ਜਿਹਾ ਮਾਮਲਾ ਹੁੰਦਾ ਹੈ, ਇਸ ਲਈ ਬਹੁਤ ਅਸੀਂ ਬਾਰ-ਬਾਰ ਤਾਂ ਨਹੀਂ ਚੀਜ਼ ਕਹਿਣਾ ਚਾਹੁੰਦੇ ਕਿ ਇਸ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਇੱਕ ਐਕਸਪਰਟ ਡਾਕਟਰ ਕੋਲ ਜਾਓ ਜਿਸ ਨੂੰ ਐਕਸਪੀਰੀਅੰਸ ਹੋਵੇ ਪੂਰਾ, ਤਾਂ ਕਿ ਇੱਕ ਪਰੇਸ਼ਾਨੀ ਖਤਮ ਹੋਣ ਦੀ ਜਗ੍ਹਾ ਦੂਸਰੀ ਪਰੇਸ਼ਾਨੀ ਨਵੀਂ ਜੋ ਹੈ ਸ਼ੁਰੂ ਨਾ ਹੋ ਜਾਏ। ਤੇ ਸਾਡੇ ਕਾਲਰ ਲਾਈਨ ਤੇ ਜੁੜ ਚੁੱਕੇ ਨੇ। ਹੈਲੋ ਹੈਲੋ, ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਹਾਂਜੀ ਮੈਂ ਪ੍ਰੀਤੀ ਬੋਲ ਰਹੀ हूँ मैम, नमस्ते ਹਾਂਜੀ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਨਮਸਤੇ ਜੀ। मैम, मैं दिल्ली से बोल रही हूँ। ਜੀ, ਕੀ ਪਰੇਸ਼ਾਨੀ ਹੈ ਤੁਹਾਡੀ? मैडम मैंने ना पीसीओडी है ਤੇ ਮੈਨੂੰ ਨਾ ਬੱਚਾ ਨਹੀਂ ਹੋ ਰਿਹਾ, ਡੇਟ ਟਾਈਮ ਸਿਰ ਨਹੀਂ ਆਂਦੀ। हाँ, इन्होंने देखो हुन अंडेदानी दी ਤੁਹਾਨੂੰ प्रीति आपको अंडेदानियों की समस्या है। हुन अब आपके ना अंडे नहीं बन रहे, जो पॉलीसिस्टिक ओवरीज है उसमें छोटी छोटी रसौलियां बन जाती है, अंडेदानियां च छोटी छोटी रसौलियां बन जाती है और पानी वाली होंदी है, ਇਸ ਕਰਕੇ ਉਹਨੂੰ ਪੋਲੀਸਿਸਟਿਕ ਕਹਿੰਦੇ ਆ। ਇਹਦੇ ਨਾਲ ਇਹਨਾਂ ਦਾ ਵਜਨ ਵੀ ਵੱਧ ਸਕਦਾ ਹੈ, ਸਰੀਰ ਦੇ ਬਾਲ ਵੀ ਆ ਸਕਦੇ ਆ ਤੇ ਅੰਡਾ ਨਹੀਂ ਬਣੇਗਾ। ਇਹਨਾਂ ਨੂੰ ਸਾਰੇ ਆਪਣੇ ਹਾਰਮੋਨਲ ਜਾਂਚ ਕਰਾਣੀ ਚਾਹੀਦੀ ਹੈ। ਤੁਸੀਂ ਸਾਰੇ ਆਪਣੇ ਹਾਰਮੋਨਸ ਦੇ ਟੈਸਟ ਕਰਾਓ, ਜਿਹੜੀ ਵੀ ਕਮੀ ਪੇਸ਼ੀ ਹੋਏਗੀ ਡਾਕਟਰ ਦਵਾਈ ਦੇ ਕੇ ਹਾਰਮੋਨਸ ਦੇ ਟੀਕੇ ਲਾਏਗਾ, ਫਿਰ ਤੁਹਾਡੇ ਅੰਡੇ ਬਣਨਗੇ। ਜੀ, ਜਿਵੇਂ ਕਿ ਇਹਨਾਂ ਨੇ ਕਿਹਾ थायराइड भी है, ਜੀ, थायराइड भी है ਮੈਨੂੰ। ਥਾਇਰਾਇਡ ਵੀ ਇਹਨਾਂ ਨੂੰ? क्यों वो तो फिर हार्मोनल इम्बैलेंस हो गया ना, तो थायराइड तो दवाई दे नाल कंट्रोल हो जाएगा। एक बार थायराइड कंट्रोल होएगा तो प्रेगनेंसी हो सकती है। ਜੀ ਬਿਲਕੁਲ ਬਿਲकुल। ਤੇ ਜਿਵੇਂ ਕਿ ਕਾਲ ਕੱਟ ਗਈ ਹੈ ਮੇਰੇ ਖਿਆਲ ਵਿੱਚ। ਜਿਵੇਂ ਕਿ ਇਹਨਾਂ ਨੇ ਕਿਹਾ ਕਿ ਅੰਡੇ ਨਹੀਂ ਬਣਦੇ ਨੇ, ਤਾਂ ਉਸਦੇ ਨਾਲ ਉਸਦੇ ਵਿੱਚ ਕਿਆ ਦਵਾਈਆਂ ਆਪਣਾ ਰੋਲ ਅੱਛਾ ਅਦਾ ਕਰਦੀਆਂ ਨੇ ਕਿ ਦਵਾਈਆਂ ਲੈਣ ਤੋਂ ਬਾਅਦ ਉਹਨਾਂ ਦੇ ਅੰਡੇ ਬਣਨੇ ਸ਼ੁਰੂ ਹੋ ਜਾਂਦੇ ਲੇਡੀਜ਼ 'ਚ? बिल्कुल, जे किसी लेडी ਦੇ ਅੰਡੇ ਨਹੀਂ ਬਣ ਰਹੇ, ਸਭ ਤੋਂ ਪਹਿਲਾਂ ਦੇਖਣਾ ਪਏਗਾ ਕਿ ਅੰਡੇਦਾਨੀਆਂ ਫੇਲ ਤਾਂ ਨਹੀਂ ਹੋਈਆਂ। ਜੇ ਮੰਨ ਲਓ ਕਿਸੇ ਲੇਡੀ ਦੇ ਅੰਡੇਦਾਨੀਆਂ ਹੀ ਫੇਲ ਹੋ ਗਈਆਂ, ਜਿਹਨੂੰ ਆਪਾਂ ਪ੍ਰੀਮੈਚੁਰ ਓਵੇਰੀਅਨ ਫੇਲਿਅਰ ਕਹਿੰਦੇ ਆ, ਜਿਵੇਂ ਇੱਕ ਲੇਡੀ ਦੇ ਅੰਡੇਦਾਨੀਆਂ ਇੱਕ 50 ਸਾਲ ਦੀ ਲੇਡੀ ਵਰਗੀਆਂ ਹੋ ਗਈ ਹੈ, ਮਤਲਬ ਉਹਦੀ ਏਜ ਤਾਂ ਘੱਟ ਹੈ ਪਰ ਅੰਡੇਦਾਨੀਆਂ ਆਪਣਾ ਫੰਕਸ਼ਨ ਛੱਡ ਗਈਆਂ, ਉਹਨੂੰ ਪ੍ਰੀਮੈਚੁਰ ਓਵੇਰੀਅਨ ਫੇਲਿਅਰ ਕਹਿੰਦੇ ਆ। ਉਹ ਜਿਹੇ ਕੇਸਿਸ ਵਿੱਚ ਅੰਡੇ ਨਹੀਂ ਬਣ ਸਕਦੇ। ਜਿਹੜੇ ਅੰਡੇ ਆ ਉਹ ਅੰਡਾ ਬੈਂਕ ਤੋਂ ਲੈਣੇ ਪੈਣਗੇ। ਪਰ ਅਗਰ ਇੱਕ ਲੇਡੀ ਨੂੰ ਅੰਡੇ ਬਣਨ ਦੀ ਸਮੱਸਿਆ ਆ ਰਹੀ ਹੈ, ਉਹਦੇ ਹਾਰਮੋਨਸ ਦੀ ਕਮੀ ਹੈ, ਤੇ ਡੈਫੀਨੇਟਲੀ ਮੈਡੀਸਿਨਸ ਰੋਲ ਪਲੇ ਕਰਦੀਆਂ ਹੈ। ਮੈਡੀਸਿਨਸ ਆਉਂਦੀਆਂ, ਟੀਕੇ ਆਉਂਦੇ ਆ, ਬਹੁਤ ਵਧੀਆ ਵਧੀਆ ਟੀਕੇ ਆਉਂਦੇ ਜਿਹਦੇ ਨਾਲ ਆਪਾਂ ਅੰਡੇ ਬਣਾ ਸਕਦੇ ਆ। ਜੀ ਜੀ। ਤੇ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸਭ ਤੋਂ ਪਹਿਲਾਂ ਟੈਸਟ ਟਿਊਬ ਬੇਬੀ ਦਾ ਆਪਾਂ ਟ੍ਰੀਟਮੈਂਟ ਕਹਿੰਦੇ ਆ, ਇਸ ਦੇ ਵਿੱਚ ਕਿੰਨੇ ਕਿਹੜੇ ਟੈਸਟ ਤੋਂ ਬਾਅਦ ਕਲੀਅਰ ਹੋ ਜਾਂਦਾ ਹੈ ਕਿ ਇਸ ਇਨਸਾਨ ਨੂੰ ਜਾਂ ਇਸ ਕਪਲ ਨੂੰ ਹੁਣ ਟੈਸਟ ਟਿਊਬ ਬੇਬੀ ਟ੍ਰੀਟਮੈਂਟ ਹੀ ਲੈਣਾ ਪਏਗਾ? देखो, टेस्ट ट्यूब बेबी ਦੇ ਕਈ ਇੰਡੀਕੇਸ਼ਨਸ ਹੁੰਦੀ ਹੈ। ਸਭ ਤੋਂ ਪਹਿਲਾਂ ਜੇ ਇੱਕ ਤਾਂ ਲੌਂਗ ਸਟੈਂਡਿੰਗ ਇਨਫਰਟਿਲਿਟੀ, ਮਤਲਬ ਕਿ ਬਹੁਤ ਸਾਲ ਹੋ ਗਏ ਆ ਪੇਸ਼ੈਂਟ ਦੇ, ਮਤਲਬ 20 ਸਾਲ ਹੋ ਗਿਆ, 22 ਸਾਲ ਹੋ ਗਿਆ ਮੈਰਿਜ ਨੂੰ, ਉਹਦੇ ਪ੍ਰੈਗਨੈਂਸੀ ਨਹੀਂ ਹੋ ਰਹੀ, ਜਾਂ ਟਿਊਬਾਂ ਬਿਲਕੁਲ ਬੰਦ ਹੋ ਗਈਆਂ, ਟਿਊਬਾਂ ਖੁੱਲ ਹੀ ਨਹੀਂ ਸਕਦੀਆਂ, ਠੀਕ ਹੈ, ਜਿਹਨੂੰ ਆਪਾਂ ਪਰਮਨੈਂਟ ਟਿਊਬਲ ਡੈਮੇਜ ਕਹਿੰਦੇ ਆ, ਜਾਂ ਐਂਡੋਮੈਟ੍ਰੀਓਸਿਸ ਦੀ ਪ੍ਰੋਬਲਮ ਹੈ, ਜਾਂ ਫਿਰ ਹਸਬੈਂਡ ਦਾ ਸੀਮਨ ਕਾਊਂਟ ਘੱਟ ਹੈ। ਇਹੋ ਜਿਹੇ ਕੇਸਿਸ ਵਿੱਚ ਟੈਸਟ ਟਿਊਬ ਬੇਬੀ ਕਾਫੀ ਕੰਮ ਹੈ, ਮਤਲਬ ਹੈਲਪਫੁਲ ਰਹੇਗਾ ਪੇਸ਼ੈਂਟਸ ਵਾਸਤੇ। ਜੀ ਜੀ ਬਿਲਕੁਲ। ਤੇ ਕਈ ਕਪਲ ਹੁੰਦੇ ਨੇ ਕਿ ਜੋ ਟੈਸਟ ਟਿਊਬ ਬੇਬੀ ਦਾ ਟ੍ਰੀਟਮੈਂਟ ਸ਼ੁਰੂ ਕਰਵਾਉਂਦੇ ਆ, ਫਸਟ ਟਾਈਮ ਕਰਵਾਉਂਦੇ ਨੇ, ਉਹਨਾਂ ਨੂੰ
ਸਹੀ ਰਿਜ਼ਲਟ ਨਹੀਂ ਮਿਲਦੇ, ਸੈਕੰਡ ਟਾਈਮ ਕਰਵਾਉਂਦੇ ਸਹੀ ਰਿਜ਼ਲਟ ਨਹੀਂ ਮਿਲਦੇ, ਤਾਂ ਉਹਨਾਂ ਨੂੰ ਕਿੰਨੀ ਕੁ ਦੇਰ ਵੇਟ ਕਰਨੀ ਚਾਹੀਦੀ ਹੈ, ਕਿੰਨੀ ਕੁ ਵਾਰ ਇਹ ਟ੍ਰੀਟਮੈਂਟ ਰਿਪੀਟ ਕਰਵਾਉਣਾ ਚਾਹੀਦਾ ਹੈ? ਦੇਖੋ, ਸਭ ਤੋਂ ਪਹਿਲਾਂ ਜਿਹੜਾ ਵੀ ਕੋਈ ਬਾਂਝਪਨ ਦੇ ਗ੍ਰਸਤ ਕਪਲ ਹੈ, ਮਤਲਬ ਜਿਹਨੂੰ ਕਿ ਇਨਫਰਟੀਲਿਟੀ ਦੀ ਪ੍ਰੋਬਲਮ ਹੈ, ਉਹਨੂੰ ਸਭ ਤੋਂ ਪਹਿਲਾਂ ਡਿਸਾਈਡ ਕਰਨਾ ਚਾਹੀਦਾ ਹੈ ਕਿ ਉਹਨੇ ਕਿਸ ਥਾਂ ਜਾ ਕੇ ਟ੍ਰੀਟਮੈਂਟ ਲੈਣਾ ਹੈ। ਮਤਲਬ ਹਮੇਸ਼ਾ ਚੰਗੀ ਥਾਂ ਤੋਂ, ਵਧੀਆ ਡਾਕਟਰ ਤੋਂ ਇਲਾਜ ਕਰਾਉਣਾ ਚਾਹੀਦਾ ਹੈ ਜਿਹਨੂੰ ਤਜਰਬਾ ਹੈ ਇਸ ਚੀਜ਼ ਵਿੱਚ, ਠੀਕ ਹੈ ਨਾ, ਕਿ ਡਾਕਟਰ ਅਵੇਲੇਬਲ ਹੋਏ ਤੁਹਾਡੇ ਵਾਸਤੇ। ਤਜਰਬੇ ਦੇ ਨਾਲ ਨਾਲ ਕਿ IVF ਲੈਬੋਰਟਰੀ ਵਧੀਆ ਹੈ, ਡਾਕਟਰ ਕੋਲ ਸਾਰੀ ਫੈਸਿਲਿਟੀਜ਼ ਹੈ ਕਿ ਨਹੀਂ ਹੈ, ਇਹ ਸਾਰੀ ਚੀਜ਼ਾਂ ਦੇਖਣੀਆਂ ਚਾਹੀਦੀਆਂ। ਤੇ ਮੰਨ ਲਓ ਅਗਰ ਇੱਕ ਕਪਲ ਦਾ ਉਹਨੇ ਟੈਸਟ ਟਿਊਬ ਬੇਬੀ ਕਰਾਇਆ, ਉਹਦਾ ਫੇਲ ਹੋ ਗਿਆ, ਠੀਕ ਹੈ, ਅਗਰ ਤਾਂ ਉਸ ਹਸਪੀਟਲ ਵਿੱਚ ਫ੍ਰੀਜ਼ਿੰਗ ਦੀ ਫੈਸਿਲਿਟੀ ਹੋਏਗੀ, ਮਤਲਬ ਕਿ ਉਹਦੇ ਜਿਹੜੇ ਐਕਸਟਰਾ ਭਰੂਣ ਹੈ, ਐਕਸਟਰਾ ਬੱਚੇ ਬਣੇ ਹੋਏ ਹੈ, ਉਹ ਆਪਾਂ ਫ੍ਰੀਜ਼ ਕਰ ਸਕਦੇ ਆ ਜੀ। ਮਤਲਬ ਕਿ ਨੈਕਸਟ ਸਾਈਕਲ ਵਿੱਚ ਪੇਸ਼ੈਂਟ ਨੂੰ ਜਿਹੜਾ ਹੈ ਕੋਈ ਟੀਕੇ ਲਗਾਉਣ ਦੀ ਲੋੜ ਨਹੀਂ ਪਏਗੀ, ਉਹਦੇ ਸਿੱਧੇ ਬੱਚੇ ਜਿਹੜੇ ਬੱਚੇ ਪਏ ਆ ਉਹ ਬੱਚੇਦਾਨੀ ਵਿੱਚ ਰੱਖੇ ਜਾਣਗੇ। ਸੋ ਫ੍ਰੀਜ਼ਿੰਗ ਦੀ ਫੈਸਿਲਿਟੀ ਬਹੁਤ ਇੰਪੋਰਟੈਂਟ ਹੈ, ਨੰਬਰ 1। ਨੰਬਰ 2, ਟੈਸਟ ਟਿਊਬ ਬੇਬੀ ਤੋਂ ਉੱਪਰਲੀ ਵੀ ਬਹੁਤ ਟੈਕਨੀਕਸ ਆ ਗਈਆਂ, ਠੀਕ ਹੈ, ਕਿ ਖਾਲੀ ਟੈਸਟ ਟਿਊਬ ਬੇਬੀ ਵਿੱਚ ਕਾਮਯਾਬੀ ਦੀ ਦਰ ਸਿਰਫ ਜਿਹੜਾ ਹੈ 20-25% ਹੈ, ਪਰ ਜਿਹੜੀ ਨਿਊ ਟੈਕਨੀਕਸ ਆ ਗਈਆਂ, ਜਿਵੇਂ ਕਿ ICSI ਆ ਗਈ ਹੈ, MC ਆ ਗਈ ਹੈ, ਲੇਜ਼ਰ ਹੈਚਿੰਗ ਆ ਗਿਆ, ਬਲਾਸਟੋਸਿਸਟ ਕਲਚਰ ਆ ਗਿਆ, ਇਹਦੇ ਨਾਲ ਜਿਹੜਾ ਹੈ ਕਾਮਯਾਬੀ ਦਰ ਅਰਾਊਂਡ 70% ਪਹੁੰਚ ਗਿਆ। ਮਤਲਬ ਕਿ ਜੇ ਅਸੀਂ 100 पेशेंट ਦਾ ਟੈਸਟ ਟਿਊਬ ਬੇਬੀ ਕਰਾਂਗੇ ਤੇ 70% ਆਲਰੇਡੀ ਸਕਸੈਸਫੁਲ ਹੋਏਗਾ ਜੀ, ਠੀਕ ਹੈ, ਬਿਲਕੁਲ ਬਿਲकुल, ਮਤਲਬ 25% ਤੋਂ ਹੁਣ 70% ਤੱਕ ਪਹੁੰਚ ਗਿਆ। ਪਰ ਇੱਕ ਪੇਸ਼ੈਂਟ ਨੂੰ ਦੇਖਣਾ ਪਏਗਾ ਸਭ ਤੋਂ ਪਹਿਲਾਂ ਕਿ ਇਹ ਜਿੱਥੋਂ ਟੈਸਟ ਉਹ ਕਰਾ ਰਿਹਾ ਹੈ ਸਾਰਾ ਕੁਝ, ਉੱਥੇ ਸਾਰੀ ਫੈਸਿਲਿਟੀਜ਼ ਹੈ ਕਿ ਨਹੀਂ ਹੈ। ਬਿਲਕੁਲ ਬਿਲकुल, ਤਦੇ ਹੀ ਉਹਦਾ ਫਾਇਦਾ ਹੋਏਗਾ। ਤੇ ਜੇ ਕਪਲ ਇੱਕ ਵਾਰ ਕਰਾ ਚੁੱਕਿਆ ਟੈਸਟ ਟਿਊਬ ਬੇਬੀ, ਉਹ ਨਹੀਂ ਸਕਸੈਸਫੁਲ ਹੋਇਆ, ਉਹਨੂੰ ਹਤਾਸ਼ ਹੋ ਕੇ ਕਰੇ ਨਹੀਂ ਬੈਠਣਾ ਚਾਹੀਦਾ, ਠੀਕ ਹੈ। ਟੈਸਟ ਟਿਊਬ ਬੇਬੀ ਤੁਸੀਂ 2 ਵਾਰ ਕਰਾ ਸਕਦੇ ਹੋ, 4 ਵਾਰ ਕਰਾ ਸਕਦੇ ਹੋ, 5 ਵਾਰ ਵੀ ਕਰਾ ਸਕਦੇ ਹੋ, ਇਹੋ ਜੀ ਕੋਈ ਮਨਾਹੀ ਨਹੀਂ ਹੁੰਦੀ। ਪਰ ਬਕਾਇਦਾ ਡਾਕਟਰ ਨੂੰ ਤੁਸੀਂ ਦੇਖਣਾ ਚਾਹੀਦਾ ਕਿ ਡਾਕਟਰ ਡਿਸਾਈਡ ਕਰੇ ਕਿ ਕਿਉਂ ਨਹੀਂ ਹੋ ਰਿਹਾ, ਕਿਉਂਕਿ ਕਾਰਨ ਲੱਭਣਾ ਬਹੁਤ ਜ਼ਰੂਰੀ ਹੈ ਕਿ ਟੈਸਟ ਟਿਊਬ ਬੇਬੀ ਕਿਉਂ ਫੇਲ ਹੋ ਗਿਆ ਹੈ। ਉੱਥੇ ਹੀ ਇੰਪਲਾਂਟੇਸ਼ਨ ਫੇਲਿਅਰ ਹੈ, ਤਾਂ ਫਿਰ ਅੱਗੇ ਜਾ ਕੇ ਆਪਾਂ ਨੇ ਉਸ ਨੂੰ ਕਿਵੇਂ ਪ੍ਰੀਵੈਂਟ ਕਰਨਾ ਹੈ ਕਿ ਜਦ ਦੁਬਾਰਾ ਟੈਸਟ ਟਿਊਬ ਬੇਬੀ ਕਰੀਏ ਨਿਰਾਸ਼ਾ ਨਾ ਮਿਲੇ ਪੇਸ਼ੈਂਟ ਨੂੰ। ਬਿਲਕੁਲ ਸਹੀ। ਤੇ ਉੱਥੇ ਹੀ ਇੱਕ ਮਾਹਿਰ ਡਾਕਟਰ ਦਾ ਜੋ ਐਕਸਪੀਰੀਅੰਸ ਹੈ ਕੰਮ ਆਉਂਦਾ ਹੈ ਕਿ ਅਗਰ ਕਿਸੇ ਕਪਲ ਨੂੰ ਬਾਰ-ਬਾਰ ਨਿਰਾਸ਼ਾ ਹੋ ਰਹੀ ਹੈ, ਉਹ ਨਹੀਂ ਕਨਸੀਵ ਕਰ ਪਾ ਰਹੇ, ਪ੍ਰੈਗਨੈਂਸੀ ਨਹੀਂ ਹੋ ਪਾ ਰਹੀ ਹੈ, ਤਾਂ ਉੱਥੇ ਹੀ ਇੱਕ ਮਾਹਿਰ ਡਾਕਟਰ ਦੀ ਜੋ ਐਕਸਪਰਟਾਈਜ਼ ਹੈ ਕੰਮ ਆਉਂਦੀ ਹੈ। ਸੋ ਇਸ ਲਈ ਬਹੁਤ ਜ਼ਰੂਰੀ ਹੈ ਕਿ ਜੇ ਤੁਸੀਂ ਮਨ ਬਣਾ ਹੀ ਲਿਆ ਕਿ ਤੁਸੀਂ ਬਾਂਝਪਨ ਦੇ ਸ਼ਿਕਾਰ ਹੋ, ਔਰ ਤੁਸੀਂ ਮਨ ਬਣਾਇਆ ਕਿ ਤੁਸੀਂ ਹੁਣ ਆਪਣਾ ਇਲਾਜ ਕਰਵਾਉਣਾ ਹੈ, ਟੈਸਟ ਟਿਊਬ ਬੇਬੀ ਜਾਂ ਕੋਈ ਵੀ ਟ੍ਰੀਟਮੈਂਟ ਅੱਗੋਂ ਲੈਣਾ, ਤਾਂ ਸ਼ੁਰੂਆਤ ਕੀਤੀ ਹੈ ਤਾਂ ਇੱਕ ਅੱਛੇ ਡਾਕਟਰ ਨਾਲ ਸ਼ੁਰੂਆਤ ਕਰਨੀ ਚਾਹੀਦੀ ਤਾਂ ਕਿ ਇੱਕ ਅੱਛੇ ਰਸਤੇ ਵੱਲ ਤੁਰੀਏ, ਰੁਕਾਵਟਾਂ ਘੱਟ ਆਉਣ ਤੇ ਜਲਦੀ ਹੀ ਆਪਣੀ ਮੰਜ਼ਿਲ ਤੇ ਪਹੁੰਚੀਏ ਜੀ। ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਕਿ ਟੈਸਟ ਟਿਊਬ ਬੇਬੀ ਤੋਂ ਬਾਅਦ ਵੀ ਅਗਰ ਕਈਆਂ ਨੂੰ ਸਫਲਤਾ ਨਹੀਂ ਮਿਲਦੀ, ਅੱਗੇ ਹੋਰ ਵੀ ਕਈ ਟ੍ਰੀਟਮੈਂਟਸ ਨੇ, ਉਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ, ਉਹਨਾਂ ਬਾਰੇ ਵੀ ਚਰਚਾ ਕਰਾਂਗੇ। ਹੁਣ ਫਿਲਹਾਲ ਇੱਕ ਸਾਡੇ ਕਾਲਰ ਲਾਈਨ ਤੇ ਆ ਚੁੱਕੇ ਨੇ। ਹੈਲੋ ਹੈਲੋ, ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਹਾਂ, ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ, ਮੈਂ ਪਟਿਆਲੇ ਤੋਂ ਬੋਲ ਰਿਹਾ ਜੀ। ਹਾਂਜੀ, ਕੀ ਪਰੇਸ਼ਾਨੀ ਹੈ ਤੁਹਾਨੂੰ? ਹਾਂਜੀ, ਕੀ ਪਰੇਸ਼ਾਨੀ, ਕੀ ਸਮੱਸਿਆ ਤੁਹਾਨੂੰ? ਨਹੀਂ, ਮੇਰੀ ਬੇਟੀ ਦੀ ਸਮੱਸਿਆ ਹੈ ਜੀ। ਇਸ ਤਰ੍ਹਾਂ ਕਿ ਉਹ ਪਹਿਲਾਂ ਤਾਂ ਇੱਥੇ ਪਟਿਆਲੇ ਮੈਰਿਡ ਸੀ ਜੀ, ਉਹ ਜਿਹਨਾਂ ਨਾਲ ਮੈਰਿਡ ਸੀ ਉਹ ਬਾਈ ਚਾਂਸ ਸਾਨੂੰ ਡਰਗ ਐਡਿਕਟ ਨਿਕਲ ਆਇਆ ਜੀ, ਉਹ ਫਿਰ ਐਕਸਪਾਇਰ ਹੋ ਗਿਆ। ਅੱਛਾ ਜੀ। 8 ਸਾਲ ਬਾਅਦ ਦੁਬਾਰਾ ਉਹਦੀ ਰੀਮੈਰਿਜ ਕਰਾਈ ਹੈ ਜੀ ਆਪਾਂ ਚੰਡੀਗੜ੍ਹ। ਉਹ ਫਿਰ ਦੂਸਰਾ ਸਾਲ ਹੋ ਗਿਆ ਫੈਬਰਵਰੀ ਸੈਕਿੰਡ, ਫਿਰ ਵੀ ਇਸ਼ੂ ਦੀ ਪ੍ਰੋਬਲਮ ਆ ਰਹੀ ਹੈ ਜੀ। ਉਹ PGI ਵੀ ਚੈੱਕ ਕਰਾਇਆ, ਬਿਲਕੁਲ ਨੋਰਮਲ ਹੈ, ਪਰ ਪਤਾ ਨਹੀਂ ਕਿਉਂ ਪ੍ਰੋਬਲਮ ਆ ਰਹੀ ਹੈ। ਹਸਬੈਂਡ ਵਾਈਫ ਦੋਨਾਂ ਦਾ ਚੈੱਕਅਪ ਕਰਾ ਲਿਆ ਜੀ ਤੁਸੀਂ? ਸਾਰੇ ਟੈਸਟ ਕਰਾ ਲਏ? ਪਹਿਲਾਂ ਤਾਂ ਤੁਸੀਂ ਓਪੀਨੀਅਨ ਲਓ ਕਿ ਸਾਰੇ ਟੈਸਟ ਹੋ ਗਏ ਹੈ ਕਿ ਨਹੀਂ ਹੋਏ। ਜੇ ਫਿਰ ਵੀ ਨਹੀਂ ਬੱਚਾ ਹੋ ਰਿਹਾ ਤਾਂ ਤੁਹਾਨੂੰ ਵੇਟ ਨਹੀਂ ਕਰਨਾ ਚਾਹੀਦਾ, ਕੋਈ ਚੰਗਾ ਇਲਾਜ ਜ਼ਰੂਰ ਕਰਾ ਲੈਣਾ ਚਾਹੀਦਾ, ਕਿਉਂਕਿ ਇਹੋ ਜਿਹੇ ਕੇਸਿਸ ਵੀ ਹੁੰਦੇ ਜਿਹਨੂੰ ਆਪਾਂ ਅਨਨੋਨ ਕਾਜ਼ਸ ਕਹਿੰਦੇ ਆ, ਜਿਹੜੇ ਕਿ 8 to 10% ਕਪਲਸ ਵਿੱਚ ਪਾਏ ਜਾਂਦੇ ਆ ਕਿ ਸਾਨੂੰ ਕੋਈ ਰੀਜ਼ਨ ਨਹੀਂ ਮਿਲਦਾ, ਫਿਰ ਵੀ ਪ੍ਰੈਗਨੈਂਸੀ ਨਹੀਂ ਹੋ ਰਹੀ। ਤੇ ਇਹਨਾਂ ਵਾਸਤੇ ਵਧੀਆ ਇਲਾਜ ਜਿਵੇਂ ICSI MC ਹੁੰਦੇ ਆ, ਤੁਸੀਂ ਉਹ ਕਰਾਓ, ਉਹ ਬੈਟਰ ਰਹੇਗਾ, ਉਹਦੇ ਨਾਲ ਸਕਸੈਸ ਵੀ ਮਿਲ ਜਾਏਗਾ। ਕਿਉਂਕਿ 8 ਸਾਲ ਪਹਿਲਾਂ ਸੈਕੰਡ ਮੈਰਿਜ ਹੈ, ਤਣਾਅ ਵੀ ਜ਼ਿਆਦਾ ਹੋਏਗਾ, ਸਟ੍ਰੈਸ ਹੋਏਗਾ, ਫੈਮਿਲੀ ਪ੍ਰੈਸ਼ਰ ਹੋਏਗਾ, ਤੇ ਬੈਟਰ ਹੈ ਕੋਈ ਟ੍ਰੀਟਮੈਂਟ ਕਰਾ ਕੇ ਬੱਚਾ ਲੈ ਲਓ, ਉਹ ਸਾਰਾ ਕੁਝ ਠੀਕ ਹੋ ਜਾਏਗਾ ਫਿਰ ਜੀ। ਜਿਵੇਂ ਕਿ ਹੁਣੇ ਤੁਸੀਂ ਗੱਲ ਕੀਤੀ ICSI ਵਿਧੀ ਔਰ MC ਵਿਧੀ ਬਾਰੇ, ਉਹ ਵੀ ਚਾਹਾਂਗੇ ਅਸੀਂ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ, ਕਿਉਂਕਿ ਕਈ ਲੋਕ ਸਮਝਦੇ ਨੇ ਕਿ ਅਸੀਂ ਟੈਸਟ ਟਿਊਬ ਬੇਬੀ ਕਰਵਾ ਕੇ ਦੇਖਿਆ ਜੀ, ਕਈ ਵਾਰ ਕਰਵਾਇਆ, ਸਾਨੂੰ ਤਾਂ ਉਹਦੇ ਵਿੱਚ ਵੀ ਸਫਲਤਾ ਨਹੀਂ ਮਿਲੀ, ਤਾਂ ਵੀ ਸਾਡਾ ਹੁਣ ਕੋਈ ਵੀ ਰਿਜ਼ਲਟ ਅੱਗੋਂ ਨਹੀਂ ਨਿਕਲ ਸਕਦਾ। ਤੇ ਤੁਸੀਂ ਦੱਸਿਆ ਕਿ ਇਸ ਤੋਂ ਉੱਪਰ ਦੀਆਂ ਵੀ ਜੋ ਇਹ ਟ੍ਰੀਟਮੈਂਟਸ ਹੈ, ਤਾਂ ਉਹਨਾਂ ਬਾਰੇ ਵੀ ਉਹਨਾਂ ਨੂੰ, ਸਾਡੇ ਦਰਸ਼ਕਾਂ ਨੂੰ ਦੱਸੋ ਜੋ ਹਤਾਸ਼ ਹੋ ਚੁੱਕੇ ਨੇ, ਜੋ ਸੋਚਦੇ ਨੇ ਕਿ ਸ਼ਾਇਦ ਉਹਨਾਂ ਲਈ ਕੋਈ ਵੀ ਆਸ਼ਾ ਦੀ ਕਿਰਨ ਨਹੀਂ ਹੈ। ਦੇਖੋ, ਸਭ ਤੋਂ ਪਹਿਲਾਂ ਜਿਹੜਾ ਮੈਂ ਦੱਸਣਾ ਚਾਹੂੰਗੀ, ਜਿਹੜੀ ਆ ਪ੍ਰੋਸੀਜਰਸ ਹੈ ਬਿਲਕੁਲ ਟੈਸਟ ਟਿਊਬ ਵਰਗੇ ਹੈ। ਪੇਸ਼ੈਂਟ ਦੇ ਵੈਸੇ ਹੀ ਅੰਡੇ ਕੱਢੇ ਜਾਂਦੇ ਆ,
ਆ ਜਿਹੜਾ ਸਾਰਾ ਕੰਮ ਹੈ ਇੱਕ ਸੁਪਰ ਸਪੈਸ਼ਲਿਟੀ ਲੈਬ ਵਿੱਚ ਹੁੰਦਾ ਹੈ, ਮਤਲਬ ਕਿ ਉੱਥੇ ਸਪੈਸ਼ਲਾਈਜ਼ਡ ਲੈਬ ਹੁੰਦੀ ਹੈ, ਸਪੈਸ਼ਲ ਭਰੂਣ ਵਿਗਿਆਨਿਕ ਹੁੰਦਾ ਹੈ ਜਿਹਨੂੰ ਬਹੁਤ ਜ਼ਿਆਦਾ ਤਜਰਬਾ ਹੈ ਚੀਜ਼ਾਂ ਦਾ, ਠੀਕ ਹੈ। ਤੇ ਹਮੇਸ਼ਾ ਉਹ ਥਾਂ ਤੇ ਜਿੱਥੇ ਅੱਛੀ ਮਸ਼ੀਨਰੀ ਹੈ, ਇਕਵਿਪਮੈਂਟ ਹੈ, ਇੰਟਰਨੈਸ਼ਨਲ ਸਟੈਂਡਰਡਸ ਹੈ, ਟ੍ਰੇਨਡ ਐਮਬ੍ਰੀਓਲੋਜਿਸਟ ਹੈ, ਉੱਥੇ ਹੀ ਕਰਾਉਣਾ ਚਾਹੀਦਾ ਹੈ ਜੀ। ਅੱਜ ਦੀ ਡੇਟ ਵਿੱਚ ਜਿਹੜਾ ਕਿ ਇਕਸੀ ਮੈਂ ਬਾਰੇ ਗੱਲ ਕਰ ਰਹੀ ਹਾਂ, ਜਿਹੜਾ ਕਿ ਆਦਮੀ ਜਿਹਦੇ ਆਪਣੇ ਸ਼ੁਕਰਾਣੂ ਨਿਲ ਹੈ, ਠੀਕ ਹੈ, ਵੀਰਜ ਵਿੱਚ ਨਿਲ ਆ ਰਿਹਾ ਹੈ, ਉਹ ਵੀ ਆਪਣਾ ਬੱਚਾ ਲੈ ਸਕਦਾ ਹੈ, ਆਪਣੀ ਔਲਾਦ ਲੈ ਸਕਦਾ ਹੈ। ਇਕਸੀ ਵਿਧੀ ਇਜ਼ ਅ ਬੂਨ ਫॉर देम, ਠੀਕ ਹੈ। ਆਪਾਂ ਜੇ ਉਹਨਾਂ ਦੇ ਗੋਲੀਆਂ ਵਿੱਚ ਸਪਰਮਸ ਬਣ ਰਹੇ ਆ, ਇੱਕ ਵੀ ਸਪਰਮ ਮਿਲ ਗਿਆ ਜਾਂ 5 ਸਪਰਮ ਵੀ ਸਾਨੂੰ ਮਿਲ ਗਏ ਵਧੀਆ ਕੁਆਲਿਟੀ ਦੇ, ਤੇ ਅਸੀਂ ਲੇਡੀ ਦੇ ਐਗ ਕੱਢ ਕੇ ਬੱਚਾ ਬਣਾ ਕੇ ਅੰਡੇ ਅੰਦਰ ਬੱਚੇਦਾਨੀ ਵਿੱਚ ਰੱਖ ਸਕਦੇ ਆ, ਠੀਕ ਹੈ। ਇਹਨੂੰ ਇਕਸੀ ਵਿਧੀ ਕਹਿੰਦੀ ਹੈ। ਜਾਂ ਇੱਕ ਆਦਮੀ ਦੇ ਸ਼ੁਕਰਾਣੂ ਇੰਨੇ ਐਬਨੋਰਮਲ ਹੈ, ਠੀਕ ਹੈ, ਨਾਰਮਲ ਟੈਸਟ ਟਿਊਬ ਬੇਬੀ ਉਹਦਾ ਫੇਲ ਹੋ ਰਿਹਾ ਹੈ ਜੀ, ਠੀਕ ਹੈ, ਕਿਉਂਕਿ ਜਿਹੜੇ ਭਰੂਣ ਨਹੀਂ ਬਣ ਰਹੇ ਐਬਨੋਰਮਲ ਸ਼ੁਕਰਾਣੂਆਂ ਨਾਲ, ਇਮਸੀ ਵਿਧੀ ਦੇ ਰਾਹੀਂ ਆਪਾਂ ਸਿਲੈਕਟ ਕਰ ਸਕਦੇ ਆ ਕਿ ਸਭ ਤੋਂ ਵਧੀਆ ਸਪਰਮ ਕਿਹੜਾ ਹੈ ਜਿਹੜਾ ਬੱਚਾ ਬਣਾ ਸਕਦਾ ਹੈ। ਮਤਲਬ ਕਿ ਉਹ ਜਿਹੜਾ ਸ਼ੁਕਰਾਣੂ ਹੈ ਇੰਨੇ ਟਾਈਮ ਮੈਗਨੀਫਾਈ ਹੋ ਜਾਏਗਾ, ਸਾਨੂੰ ਪਤਾ ਲੱਗ ਜਾਏਗਾ ਕਿ ਉਹ ਬੱਚਾ ਬਣਾ ਸਕਦਾ ਹੈ ਕਿ ਨਹੀਂ ਬਣਾ ਸਕਦਾ, ਫਿਰ ਉਹ ਸਿਲੈਕਟ ਕਰਕੇ ਆਪਾਂ ਪ੍ਰੈਗਨੈਂਸੀ ਕਰ ਸਕਦੇ ਆ। ਅੱਜ ਕੱਲ ਇੱਕ ਹੋਰ ਨਈ ਮਸ਼ੀਨ ਆ ਗਈ ਹੈ ਜਿਹਨੂੰ ਆਪਾਂ ਕਾਸਾ ਕਹਿੰਦੇ ਆ, ਜਿਹੜਾ ਕੰਪਿਊਟਰ ਨਾਲ ਸੀਮਨ ਐਨਾਲਿਸਿਸ ਹੁੰਦਾ ਹੈ, ਬਿਲਕੁਲ ਸਹੀ ਪਤਾ ਲੱਗ ਜਾਂਦਾ ਹੈ ਕਿ ਆ ਸਪਰਮ ਕਾਊਂਟ ਹੈ, ਇੰਨੀ ਪ੍ਰੋਬਲਮ ਹੈ ਤੇ ਆ ਇਹਦਾ ਇਲਾਜ ਹੋਏਗਾ। ਮਤਲਬ ਕਿ ਪੇਸ਼ੈਂਟ ਨੂੰ ਵੇਟ ਨਹੀਂ ਕਰਨੀ ਚਾਹੀਦੀ, ਜਗ੍ਹਾ ਜਗ੍ਹਾ ਥਾਂ ਇਲਾਜ ਨਹੀਂ ਕਰਾਣੇ ਚਾਹੀਏ। ਮੇਰੇ ਕੋਲ ਕਿੰਨੇ ਮਰੀਜ਼ ਆਉਂਦੇ, ਮਤਲਬ ਇੰਨੇ ਘੱਟ ਕਾਊਂਟ ਵਿੱਚ ਵੀ ਸੀਮਨ ਇੰਜੈਕਟ ਕਰਾਉਣ ਦਾ ਫਿਰ ਕੋਈ ਫਾਇਦਾ ਨਹੀਂ, ਠੀਕ ਹੈ। ਜੇ ਕਾਊਂਟ ਵੀ ਵਧੀਆ ਹੈ, ਸਪੋਜ਼ਿੰਗ ਉਹਦੇ ਵਿੱਚ ਕਾਊਂਟ ਵਿੱਚ ਬੱਚਾ ਪੈਦਾ ਕਰਨ ਦੇ ਸ਼ੁਕਰਾਣੂ ਸਾਰੇ ਨਿਲ ਬਰਾਬਰ ਹੋਏ, ਮਤਲਬ ਸਾਰਾ ਦੀ ਮੋਰਫੋਲੋਜੀ ਖਰਾਬ ਹੋਈ, ਤਾਂ ਵੀ ਪ੍ਰੈਗਨੈਂਸੀ ਨਹੀਂ ਹੋ ਸਕਦੀ। ਸੋ ਇਹ ਟੈਕਨੀਕਸ ਜਿੱਥੇ ਅਵੇਲੇਬਲ ਹੈ, ਪੇਸ਼ੈਂਟ ਨੂੰ ਫਾਇਦਾ ਹੋਏਗਾ, ਉਹਨੂੰ ਵੀਰਜ ਬੈਂਕ ਤੋਂ ਵੀਰਜ ਲੈਣ ਦੀ ਬਿਲਕੁਲ ਲੋੜ ਨਹੀਂ ਹੈ ਜੀ, ਠੀਕ ਹੈ ਨਾ, ਕਿਉਂਕਿ ਪੇਸ਼ੈਂਟ ਹਮੇਸ਼ਾ ਚਾਹੇਗਾ ਕਿ ਉਹਦਾ ਆਪਣਾ ਬੱਚਾ ਹੋਏ। ਬਿਲਕੁਲ, ਬਹੁਤ ਇੱਕ ਐਜੂਕੇਟਿਡ ਪੇਸ਼ੈਂਟ ਵਾਸਤੇ ਤੇ ਦੂਜੇ ਪੇਸ਼ੈਂਟ ਵਾਸਤੇ ਦੂਜੇ ਦਾ ਬੱਚਾ ਲੈਣਾ, ਸੀਮਨ ਬੈਂਕ ਤੋਂ ਲੈਣਾ ਬਹੁਤ ਡਿਫਿਕਲਟ ਹੁੰਦਾ ਹੈ। ਤੇ ਬਹੁਤ ਸਾਰੇ ਕਪਲਸ ਹੈ ਜਿਹੜੇ ਬੇਔਲਾਦ ਇਸੇ ਕਾਰਨ ਹੈ, ਤੇ ਉਹਨਾਂ ਨੂੰ ਹੁਣ ਵੇਟ ਨਹੀਂ ਕਰਨੀ ਚਾਹੀਦੀ। ਇਸ ਟੈਕਨੀਕ ਦੇ ਨਾਲ ਉਹ ਆਪਣਾ ਬੱਚਾ ਵੀ ਪਾ ਸਕਦੇ ਆ, ਬਕਾਇਆ ਉਹਨਾਂ ਦੇ ਸਪਰਮਸ ਗੋਲੀਆਂ ਵਿੱਚ ਹੋਣੇ ਚਾਹੀਦੇ ਆ। ਬਿਲਕੁਲ, ਸੋ ਸਾਇੰਸ ਨੇ ਇੰਨੀ ਤਰੱਕੀ ਕੀਤੀ ਹੈ ਤੇ ਜ਼ਰੂਰ ਉਹਨਾਂ ਕਪਲਸ ਨੂੰ ਇਸ ਸਾਇੰਸ ਦੀ ਟੈਕਨੀਕ ਦਾ ਫਾਇਦਾ ਉਠਾਉਣਾ ਚਾਹੀਦਾ ਜੋ ਬਿਲਕੁਲ ਹੀ ਹਤਾਸ਼ ਹੋ ਚੁੱਕੇ ਨੇ ਆਪਣੀ ਜ਼ਿੰਦਗੀ ਵਿੱਚ, ਜੋ ਬਹੁਤ ਟਾਈਮ ਤੋਂ ਟਰਾਈ ਕਰ ਰਹੇ ਸੀ, ਅਲੱਗ-ਅਲੱਗ ਤਰੀਕੇ ਅਪਣਾ ਰਹੇ ਸੀ, ਲੇਕਿਨ ਫਿਰ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੀ ਬਹਾਰ ਬੱਚੇ ਦੇ ਰੂਪ ਵਿੱਚ ਨਹੀਂ ਆ ਸਕੀ ਹੈ। ਸੋ ਉਹਨਾਂ ਨੂੰ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਇਹੀ ਕਹਿਣਾ ਚਾਹੁੰਦੇ ਹਾਂ ਕਿ ਰਾਈਟ ਟਾਈਮ ਤੇ ਰਾਈਟ ਡਿਸੀਜਨ ਲਓ, ਯਾਨੀ ਕਿ ਸਮਾਂ ਰਹਿੰਦੇ ਇੱਕ ਅਜਿਹੇ ਅੱਛੇ ਮਾਹਿਰ ਡਾਕਟਰ ਨੂੰ ਮਿਲੋ ਜਿਨ੍ਹਾਂ ਕੋਲ ਟੈਕਨੀਕ ਦੀ ਨਵੀਂ ਤੋਂ ਨਵੀਂ ਸੁਵਿਧਾ ਹੋਵੇ, ਜਿਨ੍ਹਾਂ ਨੂੰ ਪੂਰੀ ਨੌਲੇਜ ਹੋਵੇ ਤੇ ਸਹੀ ਰਾਹ ਤੇ ਸਹੀ ਟਾਈਮ ਤੇ ਤੁਹਾਨੂੰ ਲੈ ਕੇ ਜਾਣ ਤੇ ਸਹੀ ਰਿਜ਼ਲਟਸ ਤੁਹਾਡੀ ਜ਼ਿੰਦਗੀ ਵਿੱਚ ਜ਼ਰੂਰ ਆਣ। ਤੇ ਇਸ ਦੇ ਨਾਲ ਹੀ ਆਪਾਂ ਉਹਨੇ ਗੱਲ ਕੀਤੀ ਸੀ ਪਹਿਲਾਂ ਕਿ ਜੋ ਲੇਡੀਜ਼ ਦੀ ਪ੍ਰੋਬਲਮਸ ਹੈ, ਇਸ ਦੇ ਨਾਲ ਹੀ ਹੁਣ ਆਪਾਂ ਗੱਲ ਕਰ ਰਹੇ ਹਾਂ ਜੋ ਮੇਲਸ ਵਿੱਚ ਪ੍ਰੋਬਲਮ ਆਉਂਦੀਆਂ ਨੇ, ਤੇ ਉਸ ਨੂੰ ਲੈ ਕੇ ਵੀ ਇਹ ਚਰਚਾ ਚੱਲ ਰਹੀ ਹੈ। ਲਾਈਕ ਅਗਰ ਦੋਨੋਂ ਹਸਬੈਂਡ ਵਾਈਫ ਤੁਹਾਡੇ ਕੋਲ ਆਉਂਦੇ ਨੇ ਤੇ ਦੋਹਾਂ ਦਾ ਇਕੱਠਾ ਹੀ ਟ੍ਰੀਟਮੈਂਟ ਹਰ ਵੇਲੇ ਉਹਨਾਂ ਨੂੰ ਨਾਲ ਹੀ ਆਉਣਾ ਚਾਹੀਦਾ ਇਕੱਠੇ। ਦੇਖੋ, ਹਮੇਸ਼ਾ ਬੱਚਾ ਜਿਹੜਾ ਹੈ ਉਹਦੇ ਵਿੱਚ ਜਿਹੜੇ ਬੱਚੇ ਦੀ ਕੰਟਰੀਬਿਊਸ਼ਨ ਉਹਦੇ ਵਿੱਚ ਮੇਲ ਦੀ ਵੀ ਇੰਪੋਰਟੈਂਸ ਹੈ, ਫੀਮੇਲ ਦੀ ਇੰਪੋਰਟੈਂਸ ਵੀ ਹੈ, ਠੀਕ ਹੈ ਨਾ। ਉਹਨਾਂ ਨੇ ਐਜ਼ ਅ ਕਪਲ ਇੱਕ ਬੱਚਾ ਬਣਾਉਣਾ ਹੈ ਤੇ ਦੋਨਾਂ ਦੇ ਟੈਸਟ ਹੋਣੇ ਬਹੁਤ ਜ਼ਰੂਰੀ ਹੈ ਇੱਕੋ ਟਾਈਮ ਤੇ, ਪ੍ਰੈਫਰੇਬਲੀ ਇੱਕੋ ਟਾਈਮ ਤੇ। ਜੇ ਹਸਬੈਂਡ ਬਾਹਰ ਹੈ, ਸਪੋਜ਼ਿੰਗ ਉਹ ਆਰਮੀ ਵਿੱਚ ਹੈ ਜਾਂ ਬਾਹਰ ਰਹਿੰਦਾ ਹੈ, ਤਾਂ ਉਹ ਬਾਅਦ ਵਿੱਚ ਆ ਕੇ ਟੈਸਟ ਕਰਾ ਸਕਦਾ, ਪਹਿਲੇ ਲੇਡੀ ਆ ਜਾਏ। ਪਰ ਅਲਟੀਮੇਟਲੀ ਦੋਨਾਂ ਦੇ ਬਗੈਰ ਬੱਚਾ ਨਹੀਂ ਬਣ ਸਕਦਾ। ਇਹ ਬਹੁਤ ਗਲਤ ਧਾਰਨਾ ਹੈ ਕਿ ਕਿਸੇ ਕਪਲ ਦੇ ਜੇ ਬੱਚਾ ਨਹੀਂ ਜੋੜੇ ਤੇ ਬੱਚਾ ਨਹੀਂ ਹੋ ਰਿਹਾ ਤਾਂ ਸਿਰਫ ਲੇਡੀ ਹੀ ਜ਼ਿੰਮੇਵਾਰ ਹੈ, ਹਸਬੈਂਡ ਜ਼ਿੰਮੇਵਾਰ ਹੈ ਹੀ ਨਹੀਂ। ਦੋਨਾਂ ਦੇ ਟੈਸਟ, ਦੋਨਾਂ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ। ਬੋਥ ਆਫ them ਜਿਹੜੇ ਹੈ ਇਕੁਅਲੀ ਰਿਸਪੌਂਸਿਬਲ ਹੈ। ਜੀ ਬਿਲਕੁਲ ਸਹੀ ਗੱਲ ਇੱਥੇ ਤੁਸੀਂ ਕਹੀ, ਕਿਉਂਕਿ ਸਾਡੇ ਸਮਾਜ ਵਿੱਚ ਸ਼ਾਇਦ ਇੱਕ ਧਾਰਨਾ ਬਣ ਚੁੱਕੀ ਹੈ ਕਿ ਜੇ ਕਿਸੇ ਕਪਲ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ, ਬੱਚਾ ਨਹੀਂ ਹੋ ਰਿਹਾ, ਤਾਂ ਸਿਰਫ ਲੇਡੀ ਨੂੰ ਹੀ ਕਸੂਰਵਾਰ ਸਮਝਿਆ ਜਾਂਦਾ ਹੈ, ਸੋਚਿਆ ਜਾਂਦਾ ਹੈ ਕਿ ਸ਼ਾਇਦ ਇਸੇ ਵਿੱਚ ਹੀ ਕੋਈ ਪ੍ਰੋਬਲਮ ਹੈ, ਕੋਈ ਪਰੇਸ਼ਾਨੀ ਹੈ। ਸੋ ਇਸ ਲਈ ਬਹੁਤ ਜ਼ਰੂਰੀ ਹੈ ਕਿ ਟਾਈਮ ਵੇਸਟ ਨਾ ਕਰਦੇ ਹੋਏ ਸ਼ੁਰੂਆਤ ਵਿੱਚ ਹੀ ਹਸਬੈਂਡ ਵਾਈਫ ਦੋਹਾਂ ਨੂੰ ਆਪਣੇ ਟੈਸਟ ਕਰਵਾ ਲੈਣੇ ਚਾਹੀਦੇ ਹੈ। ਜ਼ਰੂਰੀ ਬਿਲਕੁਲ ਨਹੀਂ ਹੈ ਕਿ ਸਿਰਫ ਲੇਡੀ ਵਿੱਚ ਹੀ ਪ੍ਰੋਬਲਮ ਹੋਵੇ, ਮੇਲਸ ਵਿੱਚ ਵੀ ਪ੍ਰੋਬਲਮ ਹੁੰਦੀ ਹੈ, ਕਈ ਤਰ੍ਹਾਂ ਦੀ ਪ੍ਰੋਬਲਮਸ ਹੁੰਦੀਆਂ, ਜਿਵੇਂ ਕਿ ਡਾਕਟਰ ਸੁਮਿਤਾ ਸੋਫਤ ਜੀ ਸਾਡੇ ਨਾਲ ਡਿਸਕਸ ਕਰ ਰਹੇ ਨੇ, ਸਾਨੂੰ ਦੱਸ ਰਹੇ ਨੇ। ਸੋ ਅਸੀਂ ਨਾਲ ਹੀ ਉਮੀਦ ਕਰਦੇ ਹਾਂ ਕਿ ਜੋ ਕਪਲਸ ਨੇ ਇਹਨਾਂ ਚੀਜ਼ਾਂ ਵੱਲ ਜ਼ਰੂਰ ਧਿਆਨ ਦੇਣਗੇ। ਕਪਲਸ ਦੇ ਨਾਲੋਂ ਫੈਮਿਲੀ ਬੈਕਗਰਾਊਂਡ ਦਾ ਬਹੁਤ ਹੀ ਰੋਲ ਰਹਿੰਦਾ ਹੈ, ਕਿਉਂਕਿ ਕਈ ਫੈਮਿਲੀ ਵਿੱਚ ਹੀ ਪ੍ਰੈਸ਼ਰ ਰਹਿੰਦਾ ਕਿ ਅਗਰ ਬੱਚਾ ਨਹੀਂ ਹੋ ਰਿਹਾ ਤਾਂ ਸਿਰਫ ਲੇਡੀ ਦੀ ਹੀ ਪ੍ਰੋਬਲਮ ਹੈ। ਬਿਲਕੁਲ, ਮਤਲਬ ਫੈਮਿਲੀ ਸਪੋਰਟ ਹੋਣੀ ਬਹੁਤ ਜ਼ਰੂਰੀ ਹੈ ਇੱਕ ਕਪਲ ਨੂੰ, ਠੀਕ ਹੈ। ਜਦ ਤੱਕ ਫੈਮਿਲੀ ਨਹੀਂ ਸਪੋਰਟ ਕਰੇਗੀ ਹੋਰ ਸਟ੍ਰੈਸ ਹੋ ਜਾਏਗਾ। ਤੇ ਪੇਸ਼ੈਂਟ ਨੂੰ ਸਮਝਣਾ ਚਾਹੀਦਾ ਹੈ, ਪੇਸ਼ੈਂਟ ਦੇ ਅਟੈਂਡੈਂਟਸ ਨੂੰ, ਉਹਨਾਂ ਦੇ ਪੇਰੈਂਟਸ ਨੂੰ, ਜਿਹੜੇ ਨਾਲ ਰਿਸ਼ਤੇਦਾਰ ਰਹਿੰਦੇ ਹੈ, ਕਿ ਸਿਰਫ ਬਾਂਝਪਨ ਦੀ ਸਮੱਸਿਆ ਔਰਤਾਂ ਵਿੱਚ ਨਹੀਂ ਹੈ, ਉਹ ਆਦਮੀਆਂ ਵਿੱਚ ਵੀ ਬਰਾਬਰ ਦੀ ਸਮੱਸਿਆ ਹੈ ਤੇ ਦੋਨਾਂ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ, ਠੀਕ ਹੈ। ਤੇ ਫੈਮਿਲੀ ਸਪੋਰਟ ਵੀ ਬਹੁਤ
ਜ਼ਰੂਰੀ ਹੈ, ਕਿਉਂਕਿ ਜਿਵੇਂ ਜਿਵੇਂ ਤਣਾਅ ਵਧੇਗਾ ਉਵੇਂ ਉਵੇਂ ਜਿਹੜਾ ਬਾਂਝਪਨ ਦੀ ਸਮੱਸਿਆ ਹੋਰ ਵਧੀ ਜਾਏਗੀ, ਸਟ੍ਰੈਸ ਦੇ ਨਾਲ ਹੋਰ ਵੱਧ ਜਾਏਗੀ। ਬਿਲਕੁਲ ਉਸਦਾ ਸਕਸੈਸ ਰੇਟ ਹੈ ਜੋ ਬਿਲਕੁਲ ਘਟਦਾ ਜਾਂਦਾ ਹੈ। ਬਿਲਕੁਲ ਜਿਵੇਂ ਤੁਹਾਡੇ ਕੋਲ ਵੀ ਕਈ ਇਸ ਤਰ੍ਹਾਂ ਦੇ ਕਪਲਸ ਆਉਂਦੇ ਹੋਣੇ ਜੋ ਬਾਂਝਪਨ ਦੀ ਸਮੱਸਿਆ ਨਾਲ ਨਜਿੱਠ ਰਹੇ ਨੇ, ਜਿਸ ਨੂੰ ਜੋ ਕਿ ਉਹਨਾਂ ਨੂੰ ਬਹੁਤ ਪਰੇਸ਼ਾਨ ਕਰ ਰਹੀ ਹੈ ਸਮੱਸਿਆ, ਤਾਂ ਮੈਂ ਇੱਥੇ ਇਹ ਜਾਣਨਾ ਚਾਹੁੰਦੀ ਹਾਂ ਕਿ ਕੀ ਉਹਨਾਂ ਨੂੰ ਕਾਉਂਸਲਿੰਗ ਦੇਣਾ ਵੀ ਅਹਿਮ ਰੋਲ ਅਦਾ ਕਰਦਾ ਹੈ? ਹਾਂ ਬਿਲਕੁਲ, ਅੱਜ ਕੱਲ ਤਾਂ ਜਿਹੜੇ ਸੈਂਟਰ ਸਰਕਾਰ ਤੋਂ ਜਿਨ੍ਹਾਂ ਨੂੰ ਐਫੀਲੀਏਸ਼ਨ ਮਿਲੀ ਹੋਈ ਹੈ ICMR ਗਾਈਡਲਾਈਨਸ ਦੇ ਹਿਸਾਬ ਦੇ ਨਾਲ ਚੱਲ ਰਹੇ ਹੈ, ਉੱਥੇ ਇੱਕ ਟ੍ਰੇਨਡ ਕਾਉਂਸਲਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਵੈਸੇ ਵੀ ਕਾਉਂਸਲਿੰਗ ਦੇ ਨਾਲ ਜਿਹੜਾ ਸਟ੍ਰੈਸ ਹੈ ਉਹ ਦੂਰ ਹੋ ਜਾਂਦਾ ਹੈ। ਜਦ ਪੇਸ਼ੈਂਟ ਕਾਉਂਸਲਰ ਨਾਲ ਡਿਟੇਲ ਵਿੱਚ ਡਿਸਕਸ਼ਨ ਕਰਦਾ ਹੈ, ਉਹਨੂੰ ਸਾਰੀ ਟ੍ਰੀਟਮੈਂਟ ਬਾਰੇ ਪਤਾ ਲੱਗਦਾ ਹੈ, ਉਹਨੂੰ ਹਰ ਚੀਜ਼ ਦੇ ਬਾਰੇ ਪਤਾ ਲੱਗਦਾ ਹੈ, ਕਾਉਂਸਲਰ ਨਾਲ ਉਹ ਆਪਣੀ ਪ੍ਰੋਬਲਮ ਸ਼ੇਅਰ ਕਰ ਸਕਦਾ ਹੈ। ਸੋ ਇੱਕ ਕਾਉਂਸਲਰ ਦਾ ਰੋਲ ਬਹੁਤ ਜ਼ਿਆਦਾ ਹੈ ਕਿ ਉਹ ਜਿੰਨਾ ਪੇਸ਼ੈਂਟ ਦਾ ਸਟ੍ਰੈਸ ਹੈ ਉਹ ਦੂਰ ਕਰੇਗਾ, ਪੇਸ਼ੈਂਟ ਦੇ ਸਵਾਲਾਂ ਦਾ ਜਵਾਬ ਦੇਗਾ, ਕਿਉਂਕਿ ਟਾਈਮ ਟੂ ਟਾਈਮ ਪੇਸ਼ੈਂਟ ਦੇ ਮਨ ਦੇ ਅੰਦਰ ਬਹੁਤ ਸਵਾਲ ਆਉਂਦੇ ਆ ਕਿ ਮੈਂ ਹੁਣ ਇਲਾਜ ਕਰਾ ਰਿਹਾ, ਕੀ ਹੋਏਗਾ, ਕੁਝ ਹੋ ਸਕਦਾ ਹੈ, ਮਤਲਬ ਫੈਮਿਲੀ ਦੇ ਜਦੋਂ ਘਰੇ ਜਾਏਗਾ ਦਿਖਾ ਕੇ ਫੈਮਿਲੀ ਦੇ ਹੋਰ ਕੁਐਸਚਨਸ ਹੋਣਗੇ। ਸੋ ਕੁਆਲੀਫਾਈਡ ਜਿਹੜਾ ਕਾਉਂਸਲਰ ਹੈ, ਇੱਕ ਟ੍ਰੇਨਡ ਕਾਉਂਸਲਰ ਹੈ, ਬਹੁਤ ਮਦਦ ਕਰੇਗਾ ਇਸ ਦੇ ਵਿੱਚ। ਔਰ ਇਸ ਕਾਉਂਸਲਰ ਦੇ ਕਾਰਨ ਸਕਸੈਸ ਰੇਟ ਵੀ ਜਿਹੜਾ ਹੈ ਟੈਸਟ ਟਿਊਬ ਬੇਬੀ ਆ ਕਿਸੇ ਵੀ ਪ੍ਰੋਸੀਜਰ ਦਾ ਉਹ ਵੱਧ ਜਾਂਦਾ ਹੈ। ਜੀ 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 ਬਿਲਕੁਲ ਸਹੀ ਕਿਹਾ ਤੁਸੀਂ ਕਿ ਇਸ ਦੇ ਵਿੱਚ ਕਾਉਂਸਲਿੰਗ ਦਾ ਬਹੁਤ ਹੀ ਵੱਡਾ ਰੋਲ ਰਹਿੰਦਾ ਹੈ ਤੇ ਇਸ ਦੇ ਨਾਲ ਹੀ ਪਰਿਵਾਰ ਦਾ ਸਹਿਯੋਗ ਹੋਣਾ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਇਸ ਕਪਲ ਨੂੰ ਅੰਦਰੋਂ ਇਹ ਫੀਲਿੰਗ ਆਏ ਕਿ ਜੋ ਵੀ ਟ੍ਰੀਟਮੈਂਟ ਕਰਵਾ ਰਹੇ ਨੇ ਉਸ ਦੇ ਵਿੱਚ ਉਹਨਾਂ ਦੀ ਫੈਮਿਲੀ ਉਹਨਾਂ ਦਾ ਸਹਿਯੋਗ ਦੇ ਰਹੀ ਹੈ। ਤੇ ਇੱਕ ਸਾਡੇ ਕਾਲਰ ਲਾਈਨ ਤੇ ਨੇ ਇਸ ਟਾਈਮ। ਹੈਲੋ 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 ਮੈਮ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਮੈਮ ਹਰਪ੍ਰੀਤ ਕੌਰ। ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ ਪੱਤੀ ਬੋਲਦੇ ਹਾਂ। ਹਾਂਜੀ, ਕੀ ਪਰੇਸ਼ਾਨੀ ਹੈ ਤੁਹਾਨੂੰ? ਇਹ ਮੈਡਮ 8 ਸਾਲ ਮੈਰਿਜ ਹੋ ਗਏ ਤੇ ਬੱਚਾ ਨਹੀਂ ਹੈਗਾ ਕੋਈ ਵੀ। ਤੁਸੀਂ ਡਾਕਟਰਾਂ ਨੂੰ ਦਿਖਾਇਆ ਜੀ, ਕਿਤੇ ਚੈੱਕਅਪ ਕਰਾਇਆ? ਕੀ ਨੁਕਸ ਦੱਸਿਆ ਡਾਕਟਰਾਂ ਨੇ? ਕਿਹਦੇ ਵਿੱਚ ਹੈ? ਤੁਹਾਡੇ ਵਿੱਚ ਨੁਕਸ ਹੈ ਕਿ ਤੁਹਾਡੇ ਹਸਬੰਡ ਵਿੱਚ ਨੁਕਸ ਹੈ ਕਿ ਦੋਵਾਂ ਵਿੱਚ ਨੁਕਸ ਹੈ? ਮੈਡਮ ਪਹਿਲਾਂ ਉਹਨਾਂ ਤੋਂ ਹੁੰਦਾ ਕਿ ਉਹਨਾਂ ਨੂੰ ਮੈਡੀਸਨ ਦਿੱਤੀ, ਸਹੀ ਹੋ ਗਿਆ, ਤੇ ਬਾਅਦ ਚ ਮੇਰੀਆਂ ਕਹਿੰਦੇ ਟਿਊਬਾਂ ਬੰਦ ਆ, ਉਹ ਵਾਸ਼ ਕਰਵਾ ਲਈਆਂ, ਆਪਰੇਸ਼ਨ ਕਰਵਾ ਲਿਆ ਉਹਨਾਂ ਦਾ ਵੀ। ਹਾਂ, ਤੇ ਇਹਦਾ ਮਤਲਬ ਹੈ ਹੁਣ ਤਾਂ ਤੁਹਾਨੂੰ ਵੱਡਾ ਇਲਾਜ ਕਰਾਉਣਾ ਪਏਗਾ, ਕਿਉਂਕਿ ਪਹਿਲਾਂ ਹਸਬੰਡ ਦੇ ਨੁਕਸ ਦੇ ਵਿੱਚ ਤੁਸੀਂ ਵੇਟ ਕਰਦੇ ਰਹੇ, ਫਿਰ ਬਾਅਦ ਵਿੱਚ ਤੁਹਾਨੂੰ ਪਤਾ ਲੱਗ ਗਿਆ ਤੁਹਾਡੀ ਵੀ ਟਿਊਬਾਂ ਬੰਦ ਹੈ, ਤੇ ਹੁਣ ਵੇਟ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ 8 ਸਾਲ ਹੋ ਗਏ ਆਲਰੇਡੀ ਸ਼ਾਦੀ ਨੂੰ। ਹੋਰ ਟਾਈਮ ਨਾ ਵੇਸਟ ਕਰੋ, ਕੋਈ ਚੰਗੇ ਡਾਕਟਰ ਤੋਂ ਚੰਗਾ ਇਲਾਜ ਕਰਾਓ। ਜੀ ਤੇ ਮੈਮ ਜੇ ਤੁਹਾਡੇ ਕੋਲ ਕਰਵਾਵਾਂਗੇ ਤੇ ਕਿਹੜੀ ਜਗ੍ਹਾ ਮਿਲ ਸਕਦੇ? ਤੁਸੀਂ ਆਪਣੇ ਜਿਹੜੇ ਲੋਕਲ ਡਾਕਟਰ ਹੈ ਉਹਨਾਂ ਨੂੰ ਮਿਲੋ, ਉਹਨਾਂ ਤੋਂ ਕਰਾਓ ਇਲਾਜ। ਜੀ ਬਿਲਕੁਲ, ਜਿਵੇਂ ਇਹਨਾਂ ਨੇ ਡਿਸਕਸ ਕੀਤਾ ਕਿ ਪਹਿਲਾਂ ਇਹਨਾਂ ਦੇ ਹਸਬੰਡ ਵਿੱਚ ਪ੍ਰੋਬਲਮ ਸੀ, ਉਹੀ ਇਹਨਾਂ ਨੇ ਟਾਈਮ ਗੈਪ ਜ਼ਿਆਦਾ ਪਾਇਆ ਤੇ ਬਾਅਦ ਵਿੱਚ ਜੋ ਹੈ ਵਾਈਫ ਦੇ ਵਿੱਚ ਵੀ ਪ੍ਰੋਬਲਮ ਆ ਗਈ। ਇਸ ਲਈ ਅਸੀਂ ਬਾਰ-ਬਾਰ ਇਹ ਗੱਲ ਤੇ ਜ਼ੋਰ ਪਾ ਰਹੇ ਹਾਂ ਕਿ ਇੱਕ ਅੱਛੇ ਮਾਹਿਰ ਡਾਕਟਰ ਨੂੰ ਮਿਲੇ ਤਾਂ ਕਿ ਤੁਹਾਡੀ ਪ੍ਰੋਬਲਮ ਵਧਣ ਦੀ ਜਗ੍ਹਾ ਪ੍ਰੋਬਲਮ ਖਤਮ ਹੋਏ। ਬਿਲਕੁਲ ਬਿਲਕੁਲ, ਦੇਖੋ ਪਹਿਲੇ ਉਹ ਹਸਬੰਡ ਦਾ ਕਰਾਉਂਦੇ ਰਹੇ, ਫਿਰ ਵਾਈਫ ਵਿੱਚ ਪ੍ਰੋਬਲਮ ਆ ਗਈ, ਹੁਣ ਦੋਨਾਂ ਵਿੱਚ ਹੀ ਪ੍ਰੋਬਲਮ ਹੈ, ਟਾਈਮ ਵੀ ਵੱਧ ਗਿਆ, ਏਜ ਜ਼ਿਆਦਾ ਹੋ ਗਈ, ਐਗ ਕੁਆਲਿਟੀ ਖਰਾਬ ਹੋਏਗੀ, ਤੇ ਇਹਨਾਂ ਨੂੰ ਇਸ ਟਾਈਮ ਬਿਲਕੁਲ ਵਧੀਆ ਇਲਾਜ ਕਰਾਉਣਾ ਚਾਹੀਦਾ ਹੈ। ਜੀ ਜੀ ਬਿਲਕੁਲ। ਤੇ ਜੋ ਲੇਡੀਜ਼ ਦੇ ਜੋ ਮੈਂਸਸ ਬੰਦ ਹੋ ਚੁੱਕੇ ਹੁੰਦੇ ਨੇ, ਕੀ ਉਹਨਾਂ ਲਈ ਵੀ ਇਹ ਟ੍ਰੀਟਮੈਂਟ ਕਾਰਗਰ ਹੈ? ਹਾਂ ਬਿਲਕੁਲ, ਅੱਜ ਦੀ ਡੇਟ ਵਿੱਚ ਜਿਹੜੇ ਲੇਡੀ ਹੈ ਜਿਹਦੇ ਪੀਰੀਅਡਸ ਬੰਦ ਹੋ ਗਏ ਕਿਸੇ ਵੀ ਕਾਰਨ, ਜਾਂ ਵਧੇਰੀ ਉਮਰ ਦੇ ਕਾਰਨ ਬੰਦ ਹੋ ਗਏ ਹੈ, ਜਾਂ ਪ੍ਰੀਮੈਚੁਰ ਓਵੇਰੀਅਨ ਫੇਲਿਅਰ ਹੋ ਗਿਆ ਹੈ, ਤੇ ਉਹ ਵੀ ਆਪਣਾ ਬੱਚਾ ਲੈ ਸਕਦਾ ਹੈ, ਮਤਲਬ ਕਿ ਉਹ ਬੇਬੀ ਕੈਰੀ ਕਰ ਸਕਦੀ ਹੈ, ਪਰ ਉਹਦਾ ਆਪਣਾ ਅੰਡਾ ਨਹੀਂ ਬਣੇਗਾ, ਉਹਨੂੰ ਅੰਡਾ ਬੈਂਕ ਤੋਂ ਲੈਣਾ ਪਏਗਾ ਤੇ ਉਹਦੇ ਹਸਬੰਡ ਦੇ ਸ਼ੁਕਰਾਣੂਆਂ ਨਾਲ ਮਿਲਾਇਆ ਜਾਏਗਾ। ਉਹ ਭਰੂਣ ਸਾਰਾ ਲੈਬੋਰਟਰੀ ਵਿੱਚ ਤਿਆਰ ਹੋਏਗਾ, ਫਿਰ ਉਹ ਭਰੂਣ ਜਿਹੜਾ ਹੈ ਉਹ ਲੇਡੀ ਦੇ ਬੱਚੇਦਾਨੀ ਦੇ ਅੰਦਰ ਰੱਖਿਆ ਜਾਏਗਾ ਤੇ ਲੇਡੀ ਖੁਦ ਉਹ 9 ਮਹੀਨੇ ਕੈਰੀ ਕਰੇਗੀ ਬੱਚਾ। ਜੀ, ਤੇ ਉਸ ਤੋਂ ਬਾਅਦ ਉਹ ਜਦੋਂ ਭਰੂਣ ਰੱਖਿਆ ਜਾਂਦਾ ਤਾਂ ਬੱਚੇਦਾਨੀ ਵਿੱਚ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਏਜ ਗੈਪ ਜ਼ਿਆਦਾ ਹੋਣ ਕਰਕੇ? ਨਹੀਂ, ਦੇਖੋ ਜਦ ਮਤਲਬ ਲੇਡੀ ਦੀ ਬੱਚੇਦਾਨੀ ਦੀ ਤੈਅ ਜਿਹੜੀ ਉਹ ਹਾਰਮੋਨਸ ਦੇ ਨਾਲ ਤਿਆਰ ਕੀਤੀ ਜਾਂਦੀ ਹੈ, ਪੇਸ਼ੈਂਟ ਨੂੰ ਦਵਾਈਆਂ ਦਿੱਤੀਆਂ ਜਾਂਦੀਆਂ ਹਾਰਮੋਨਸ ਦੀ, ਠੀਕ ਹੈ, ਬਗੈਰ ਪੇਸ਼ੈਂਟ ਬਿਲਕੁਲ ਅਗਰ ਠੀਕ ਹੈ ਤਾਂ ਉਹ ਹਾਰਮੋਨਸ ਲੈ ਸਕਦਾ ਹੈ, ਤੇ ਉਹੀ ਉਹ ਹਾਰਮੋਨਲ ਸਪੋਰਟ ਪ੍ਰੈਗਨੈਂਸੀ ਭਰੂਣ ਧਰਨ ਤੋਂ ਬਾਅਦ ਵੀ ਦਿੱਤੀ ਜਾਂਦੀ ਹੈ ਤਾਂ ਕਿ ਜਿਹੜਾ ਭਰੂਣ ਹੈ ਉੱਗ ਜਾਏ, ਗਰੋ ਕਰੇ ਤੇ ਪ੍ਰੈਗਨੈਂਸੀ ਹੋ ਜਾਏ। ਜੀ, ਕਈ ਲੇਡੀਜ਼ ਹੁੰਦੀਆਂ ਕਿ ਉਹਨਾਂ ਦੇ ਟਾਈਮ ਤੋਂ ਪਹਿਲਾਂ ਹੀ ਪੀਰੀਅਡਸ ਜੋ ਹੈ ਬੰਦ ਹੋ ਜਾਂਦੇ ਨੇ, ਕਿ ਉਹਨਾਂ ਲਈ ਵੀ ਇਹੀ ਸੇਮ ਪ੍ਰੋਸੀਜਰ ਸਹੀ ਰਹਿੰਦਾ ਹੈ? ਬਿਲਕੁਲ, ਕਿਉਂਕਿ ਇੱਕ ਵਾਰ ਜੇ ਮਾਹਵਾਰੀ ਬੰਦ ਹੋ ਗਈ ਹੈ, ਠੀਕ ਹੈ, ਇੱਕ ਤਾਂ ਮਾਹਵਾਰੀ ਇਰੈਗੂਲਰ ਹੈ, ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜਾਂਚ ਕਰਾਂਗੇ ਕਿ ਲੇਡੀ ਦੇ ਅੰਡੇ ਬਣ ਸਕਦੇ ਆ ਕਿ ਨਹੀਂ। ਕਈ ਹਾਰਮੋਨਸ ਹੈ ਜਿਹੜੇ ਸਾਨੂੰ ਦੱਸਦੇ ਆ, ਜਿਵੇਂ FSH ਲੈਵਲ ਦਾ ਪਤਾ ਲੱਗ ਜਾਂਦਾ ਹੈ, AMH ਪਤਾ ਲੱਗ ਜਾਂਦਾ ਹੈ ਕਿ ਇਸ ਲੇਡੀ ਦੇ ਅੰਡੇ ਬਣ ਸਕਦੇ ਆ ਕਿ ਇਹਦੇ ਅੰਡੇਦਾਨੀਆਂ ਫੇਲ ਹੋ ਗਈ ਹੈ। ਜੇ ਇੱਕ ਵਾਰ ਲੇਡੀ ਦੀ ਅੰਡੇਦਾਨੀਆਂ ਫੇਲ ਹੋ ਜਾਏ, ਚਾਹੇ ਉਹਦੀ ਉਮਰ 25 ਸਾਲ ਹੋਏ ਚਾਹੇ 50 ਸਾਲ ਹੋਏ, ਤਾਂ ਫਿਰ ਵੀ ਆਪਾਂ ਨੂੰ ਅੰਡਾ ਬੈਂਕ ਤੋਂ ਹੀ ਲੈਣਾ ਪਏਗਾ, ਫਿਰ ਉਹਨੂੰ ਟੀਕੇ ਲਾਉਣ ਦਾ ਕੋਈ ਫਾਇਦਾ ਨਹੀਂ, ਉਹ ਸਾਰਾ ਵੇਸਟ ਹੋਏਗਾ। ਜੀ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਸੋ ਬਿਲਕੁਲ ਬਹੁਤ ਹੀ ਗੌਰ ਕਰਨ ਵਾਲੀ ਗੱਲ ਜੋ ਹੈ ਡਾਕਟਰ ਸੁਮਿਤਾ ਸੋਫਾ ਜੀ ਨੇ ਦੱਸੀ ਕਿ ਅਗਰ ਇੱਕ ਵਾਰ ਪੀਰੀਅਡ ਸਰਕਲ ਬੰਦ ਹੋ ਚੁੱਕਿਆ ਹੈ ਤਾਂ ਫਿਰ ਅਗਰ ਤੁਹਾਨੂੰ ਕੋਈ ਡਾਕਟਰ ਇਹ ਕਹਿ ਰਿਹਾ ਹੈ ਕਿ ਵੀ ਆਪਾਂ ਦੁਬਾਰਾ ਤੋਂ ਤੁਹਾਡਾ ਪੀਰੀਅਡ ਸਰਕਲ ਸ਼ੁਰੂ ਕਰਵਾ ਦਾਂਗੇ ਮੈਡੀਸਿਨਸ ਦੇ ਕੇ, ਪੀਰੀਅਡਸ ਤਾਂ ਸ਼ੁਰੂ ਹੋ ਜਾਣਗੇ ਪਰ ਉਹਨਾਂ ਦਾ ਆਪਣਾ ਅੰਡਾ ਨਹੀਂ ਬਣ ਸਕੇਗਾ। ਸੋ ਬਹੁਤ ਗੌਰ ਕਰਨ ਵਾਲੀ ਗੱਲ ਹੈ।
ਕਿ ਤੁਸੀਂ ਮਾਹਿਰ ਡਾਕਟਰ ਕੋਲ ਜਾਓਗੇ, ਸਹੀ ਰਾਹ ਦਿਖੇਗਾ ਤੇ ਸਹੀ ਇਲਾਜ ਵੱਲ ਤੁਸੀਂ ਜਾ ਸਕੋਗੇ। ਤੇ ਇਸ ਦੇ ਨਾਲ ਹੀ ਇੱਥੇ ਮੈਂ ਇਹ ਜਾਣਨਾ ਚਾਹਾਂਗੀ, ਲਾਈਕ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਵੀ, ਕਿ ਟਿਊਬਸ ਅਗਰ ਬੰਦ ਹੋ ਜਾਂਦੀਆਂ ਨੇ ਤਾਂ ਆਪਰੇਟ ਹੀ ਕਰਨਾ ਪੈਂਦਾ, ਕਿ ਐਵੇਂ ਵੀ ਹੁੰਦਾ ਨਾ ਕਈ ਵਾਰੀ ਕਿ ਟਿਊਬਸ ਤਾਂ ਹੁੰਦੀਆਂ ਲੇਕਿਨ ਬਾਰ-ਬਾਰ ਜੋ ਹੈ ਬੱਚਾ ਟਿਊਬਸ ਦੇ ਵਿੱਚ ਹੀ ਹੋ ਰਿਹਾ ਹੈ। ਬਿਲਕੁਲ, ਉਹਨੂੰ ਐਕਟੋਪਿਕ ਪ੍ਰੈਗਨੈਂਸੀ ਕਹਿੰਦੇ ਆ। ਇਹਦਾ ਮਤਲਬ ਹੈ ਕਿ ਇੱਕ ਲੇਡੀ ਦੀ ਟਿਊਬ ਜਿਹੜੀ ਆ ਉਹ ਡੈਮੇਜ ਹੋ ਗਈ ਹੈ, ਠੀਕ ਹੈ, ਕਿਉਂਕਿ ਅੰਡੇ ਤੇ ਸਪਰਮ ਦਾ ਮਿਲਨ ਟਿਊਬ ਵਿੱਚ ਹੀ ਹੁੰਦਾ ਹੈ, ਉਸ ਤੋਂ ਬਾਅਦ ਉਹ ਬੱਚੇਦਾਨੀ ਵਿੱਚ ਆਂਦਾ ਹੈ ਭਰੂਣ, ਠੀਕ ਹੈ। ਜੇ ਉਹ ਭਰੂਣ ਉੱਥੇ ਹੀ ਰਹਿ ਜਾਏ ਤਾਂ ਟਿਊਬ ਵਿੱਚ ਹੀ ਉੱਗੀ ਜਾਏਗਾ ਤਾਂ ਟਿਊਬਲ ਪ੍ਰੈਗਨੈਂਸੀ ਹੋ ਗਈ ਹੈ। ਜਿਹੜੀ ਟਿਊਬ ਵਿੱਚ ਪ੍ਰੈਗਨੈਂਸੀ ਹੋ ਗਈ ਹੈ ਕਦੇ ਸਕਸੈਸਫੁਲ ਨਹੀਂ ਹੋ ਸਕਦੀ, ਕਿਉਂਕਿ ਟਿਊਬ ਫਟ ਜਾਏਗੀ ਤੇ ਜਦ ਟਿਊਬ ਫਟਦੀ ਹੈ ਐਮਰਜੈਂਸੀ ਹੁੰਦੀ ਹੈ ਤੇ ਫਿਰ ਉਹ ਟਿਊਬ ਡੈਮੇਜ ਹੋ ਜਾਂਦੀ ਹੈ। ਤੇ ਇਸ ਕਰਕੇ ਪੇਸ਼ੈਂਟ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ 2 ਵਾਰ ਅਗਰ ਦੇ एक्टोपिक प्रेगनेंसी हो गई या एक ट्यूब ब्लॉक हो गई है, दूजी खराब हो गई है, एक्टोपिक प्रेगनेंसी ਦੇ ਕਾਰਨ ਕੱਢ ਦਿੱਤੀ ਗਈ ਹੈ, तो ਉਹਨੂੰ ਚੰਗਾ ਇਲਾਜ ਟੈਸਟ ਟਿਊਬ ਬੇਬੀ ਜਾਂ ਉਸ ਤੋਂ ਉੱਪਰ ਦਾ ਇਲਾਜ ਜ਼ਰੂਰ ਕਰਾਉਣਾ ਚਾਹੀਦਾ ਹੈ। ਮਤਲਬ ਉਹਨੂੰ ਹਤਾਸ਼ ਨਹੀਂ ਹੋਣਾ ਚਾਹੀਦਾ ਕਿ ਹੁਣ ਸਾਡੀ ਟਿਊਬਾਂ ਖਤਮ ਹੋ ਗਈ ਜਾਂ ਡੈਮੇਜ ਹੋ ਗਈ ਜਾਂ ਹੁਣ ਬੱਚਾ ਨਹੀਂ ਹੋ ਸਕਦਾ, ਬੱਚਾ ਹੋ ਸਕਦਾ ਉਹਦੇ ਵੀ। ਜੀ ਬਿਲਕੁਲ। ਤੇ ਇੱਕ ਹੋਰ ਜੋ ਆਮ ਤੌਰ ਤੇ ਲੇਡੀਜ਼ ਵਿੱਚ ਬਹੁਤ ਸੁਣਿਆ ਜਾਂਦਾ, ਉਹ ਕਹਿੰਦੇ ਕਿ ਵੀ ਬੱਚੇਦਾਨੀ ਦਾ ਮੂੰਹ ਛੋਟਾ ਇਸ ਕਰਕੇ ਹੈ ਜੋ ਪ੍ਰੈਗਨੈਂਸੀ ਨਹੀਂ ਹੋ ਪਾ ਰਹੀ ਹੈ। देखो, बच्चेदानी का मूँह नहीं छोटा होंदा, बच्चेदानी का साइज होंदा है। अगर एक लेडी नूं माहवारी ठीक तरह आ रही है, जे ਉਹਦੇ ब्लड निकल सकता है बच्चेदानी के मूँह तो, मतलब ਉਹਨੂੰ रेगुलर पीरियड्स आ रहे हैं, तो ਇਹਦਾ मतलब कोई प्रॉब्लम नहीं है, क्योंकि जेड़े शुक्राणु है वो तो नजर भी नहीं आते ना, वो तो माइक्रोस्कोप दे अंदर नजर आते हैं ते संभोग तो कुछ सेकंड्स बाद ही वो बच्चेदानी दे अंदर पहुंच जाते हैं। ते ये सारी गलत धारणा है कि मुंह छोटा है, बच्चेदानी टेढ़ी है, बच्चेदानी खराब है, वो जी कोई गल नहीं हुंदी, ठीक है। जे ओदे पीरियड्स रेगुलर आ रहे हैं, बच्चेदानी दी तय ठीक बन रही है, बच्चेदानी दी तय विच ब्लड फ्लो नॉर्मल है, तो कोई प्रॉब्लम नहीं है। जी बिल्कुल ठीक है तुसी। ते इस दे नाल ही इत्थे जिवें कि गल कर रहे सी आपां कि बच्चेदानी विच रसौलियां ने, तुसी कहा कि कई तरह दी रसौलियां हुंदियां ने, ते किस केस दे विच जो है रसौलियां नूं रिमूव कराना जरूरी हुंदा कंसीव करन तो पहला? देखो, जे तो रसौलियां बहुत वड्डियां है ते वो बच्चेदानी दे तय दे अंदर आ रही हैं, ठीक है, वो बच्चा नहीं टिकन देणगियां जी, उस केस विच रसौलियां कड्ढणियां बहुत जरूरी हो जाती है। पर जे रसौली बच्चेदानी दी तय तो परे है ते ओनू कड्ढण दा कोई फायदा नहीं, कोई चीरा लगाउण दा कोई फायदा नहीं, मतलब होर भी कारण होणगे कि प्रेगनेंसी नहीं हो रही। ते जे कई बारी पता नहीं चलदा कि कंसीव हो गया, बाद विच पता चलदा है कि रसौलियां जो है हार्मफुल ने, देखो एक बार कंसीव हो गया मान लो या कुछ भी हो गया, ते अगर वो रसौली पई है, पेशेंट स्कैन करा रहा है, प्रेगनेंसी के दौरान रसौली का साइज थोड़ा वधदा है क्योंकि ब्लड फ्लो इंक्रीज होता है, हो सकता है वो डिलीवरी के टाइम ते कोई प्रॉब्लम क्रिएट कर सके, पर अल्टीमेटली जब बच्चा ठहर गया तो सिरे चढ़ी जाएगा, या फिर पेशेंट दे रिपीटेड अबॉर्शन हो रहे हैं, बार बार ओदे जेड़ा गर्भपात हो रहा है, पर ओदे वास्ते अपन नूं पूरा चेकअप करना पएगा कि क्यों गर्भपात हो रहा है, किस कारण हो रहा है, किस टाइम ते हो रहा है, कि बच्चेदानी दा मूंह ही खुल जाता है रसौलिया के कारण हो रहा है, या बच्चेदानी दे अंदर झिल्ली है, या बच्चेदानी दे 2 हिस्से होए होए है, या जेड़ा भ्रूण है वो इन्ना को एबनॉर्मल बनता है कि अबॉर्शनस हो रहे हैं। जी जिवें कि तुसी हुण गल कर रहे हो कि भ्रूण एबनॉर्मल, इस दे पिछे की रीजंस रहंदे ने, क्यों भ्रूण एबनॉर्मल रहंदा? देखो कई रीजंस होंदे हैं, हो सकता है जेड़ा अंडा है लेडी दा वो डिफेक्टिव है, या शुक्राणु इन्ने वीक है कि भ्रूण ठीक बनदा ही नहीं, ठीक है। जेनेटिक कॉजेस भी कई होंदे हैं जिदे नाल एबॉर्शनस होंदे हैं, ते पेशेंट दा सारा जेनेटिक चेकअप भी करना पैंदा है, इहदे विच क्रोमोसोमल एनालिसिस होंदा है कि क्यों एबॉर्शन हो रहा है। जी जी जी। ते कई बारी की होंदा है कि हस्बैंड वाइफ दोनों ही अपने चेकअप करवाते हैं, टेस्ट करवाते हैं, पर ਉਹਦੇ ਵਿੱਚ ਕੋਈ ਵੀ जो है गलत रिपोर्ट नहीं आती, सब कुछ नॉर्मल आंदा। ਪਹਿਲਾਂ ਵੀ ਤੁਹਾਨੂੰ ਮਤਲਬ ਦੱਸਿਆ ਕਿ 10% ਜੋੜੇ ਇਹੋ ਜਿਹੇ ਹੁੰਦੇ ਆ ਜਿਹਦੇ ਵਿੱਚ ਕੋਈ ਸਮੱਸਿਆ ਨਹੀਂ ਆ ਰਹੀ, हो सकता है दे आर एब्सोल्यूटली नॉर्मल, पर कोई या तो जांच नहीं प्रॉपर हुई, जे जांच प्रॉपर हो गई है तो ਇਹਦਾ ਮਤਲਬ ਉਹਨਾਂ ਨੂੰ ਵਧੀਆ ਇਲਾਜ ਕਰਾ ਲੈਣਾ ਚਾਹੀਦਾ ਹੈ। ਜੀ ਬਿਲਕੁਲ ਸਹੀ ਕਿਹਾ ਤੁਸੀਂ, ਤੇ ਸਾਨੂੰ ਪੂਰੀ ਉਮੀਦ ਹੈ ਕਿ ਪ੍ਰੋਗਰਾਮ ਹੈਲਥ ਇਜ਼ ਵੈਲਥ ਦੇ ਜ਼ਰੀਏ ਡਾਕਟਰ ਸੁਮਿਤਾ ਸੋਫਤ ਜੋ ਤੁਹਾਨੂੰ ਜਾਣਕਾਰੀ ਦੇ ਰਹੇ ਨੇ ਤੁਹਾਡੇ ਲਈ ਜ਼ਰੂਰ ਲਾਹੇਵੰਦ ਸਾਬਿਤ ਹੋਏਗੀ। ਤੇ ਇਸ ਨਾਲ ਹੀ ਡਾਕਟਰ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਲੇਜ਼ਰ ਹੈਚਿੰਗ ਬਾਰੇ ਸਾਡੇ ਦਰਸ਼ਕਾਂ ਨੂੰ ਹੋਰ ਜਾਣਕਾਰੀ ਦਿਓ। ਦੇਖੋ ਇਹ ਸਾਰੀ ਜਿਹੜੀ ਹੈ ਨਈ ਟੈਕਨੀਕਸ ਆਈਆਂ ਜਿਹਦੇ ਨਾਲ ਜਿਹੜਾ ਟੈਸਟ ਟਿਊਬ ਬੇਬੀ ਦਾ ਆਪਾਂ ਕਾਮਯਾਬੀ ਦਰ ਵਧਾ ਸਕਦੇ ਆ। ਅੱਜ ਤੋਂ ਲਗਭਗ 15 ਸਾਲ ਪਹਿਲਾਂ ਜਿਹੜਾ ਟੈਸਟ ਟਿਊਬ ਬੇਬੀ ਦਾ ਕਾਮਯਾਬੀ ਦਰ ਸੀ ਉਹ ਸਿਰਫ 25% ਸੀ, ਮਤਲਬ ਕਿ ਆਪਾਂ 100 ਜੋੜਿਆਂ ਦਾ ਟੈਸਟ ਟਿਊਬ ਕਰਾਂਗੇ ਤਾਂ ਸਿਰਫ 25% ਸਕਸੈਸਫੁਲ ਹੋਣਗੇ। ਪਰ ਇਹੋ ਜਿਹੀ ਟੈਕਨੀਕਸ ਨਾਲ ਜਿਹੜੇ ਕਿ ਨਈ ਆਈਆਂ ਇਹਨਾਂ ਦੇ ਨਾਲ ਜਿਹੜਾ ਕਾਮਯਾਬੀ ਦਰ ਬਹੁਤ ਵੱਧ ਗਿਆ, ਲਗਭਗ 60% 70% ਹੋ ਗਿਆ। ਮਤਲਬ ਜੇ ਅਸੀਂ 100 ਪੇਸ਼ੈਂਟ ਕਰਾਂਗੇ ਤਾਂ ਅਰਾਊਂਡ 70% ਤਾਂ ਵੈਸੀ ਪ੍ਰੈਗਨੈਂਸੀ ਆ ਜਾਏਗੀ। ਇਹ ਜਿਹੜੀ ਲੇਜ਼ਰ ਹੈਚਿੰਗ ਹੈ ਉਹ ਜਿਹੇ ਕੇਸਿਸ ਵਿੱਚ ਵੀ ਬਹੁਤ ਹੈ, ਜਿਵੇਂ ਆਪਾਂ ਨੇ ਫਰੋਜ਼ਨ ਟ੍ਰਾਂਸਫਰ ਕਰਨਾ, ਕਿਉਂਕਿ ਜਦ ਅਸੀਂ ਕਿਸੇ ਦੇ ਭਰੂਣ ਫਰੀਜ਼ ਕਰਕੇ ਰੱਖਦੇ ਆ ਤੇ ਜਿਹੜੀ ਪਰਤ
ਪਰਤ ਹੈ ਉਹ ਸਖਤ ਹੋ ਜਾਂਦੀ ਹੈ, ਜਾਂ ਕਿਸੇ ਵੀ ਕਾਰਨ ਕਿਸੇ ਲੇਡੀ ਦੀ ਜੋ ਐਮਬ੍ਰੀਓ ਦੀ ਹੈ ਜਿਹੜੀ ਪਰਤ ਹੈ ਉਹ ਮੋਟੀ ਮਤਲਬ ਹੈਚ ਨਹੀਂ ਕਰਦਾ, ਜਿਵੇਂ ਫੁੱਟਦਾ ਨਹੀਂ ਹੈ ਐਮਬ੍ਰੀਓ ਬੱਚੇਦਾਨੀ ਵਿੱਚ ਰੱਖ ਕੇ, ਤੇ ਉਵੇਂ ਹੀ ਖਤਮ ਹੋ ਜਾਂਦਾ ਹੈ। ਤਾਂ ਇਸ ਕਾਰਨ ਆਪਾਂ ਜਿਹੜੇ ਲੇਜ਼ਰ ਦੇ ਨਾਲ ਹੈ ਜਿਹੜੀ ਪਰਤ ਹੈ ਉਹ ਛਿਲ ਦਿੰਦੇ ਆ, ਜਿਹਦੇ ਨਾਲ ਕਿ ਜਿਹੜਾ ਹੈ ਕਾਮਯਾਬੀ ਦਰ ਵੱਧ ਜਾਂਦਾ ਹੈ। ਜਿਹੜਾ ਆਪਾਂ ਭਰੂਣ ਬੱਚੇਦਾਨੀ ਵਿੱਚ ਰੱਖਦੇ ਆ ਉਹ ਚਿਪਕ ਜਾਂਦਾ ਬੱਚੇ ਜੀ ਜੀ। ਯਾਨੀ ਕਿ ਜੋ ਜੋੜੇ ਨੇ ਜੋ ਕਿ ਟੈਸਟ ਟਿਊਬ ਜਾਂ ਹੋਰ ਇਸ ਤਰ੍ਹਾਂ ਦੇ ਟ੍ਰੀਟਮੈਂਟ ਤੋਂ ਨਿਰਾਸ਼ ਹੋ ਗਏ ਨੇ ਤਾਂ ਉਹਨਾਂ ਦੇ ਲਈ ਇਹ ਕਾਫੀ ਲਾਹੇਵੰਦ ਹੈ। ਬਿਲਕੁਲ ਬਿਲਕੁਲ, ਤੁਸੀਂ ਸਹੀ ਕਿਹਾ ਕਿ ਜਿਹੜੇ ਜੋੜੇ ਟੈਸਟ ਟਿਊਬ ਬੇਬੀ ਕਰਾ ਕੇ ਹਤਾਸ਼ ਹੋ ਗਏ ਹੈ, ਉਹਨਾਂ ਨੂੰ ਹਤਾਸ਼ ਹੋ ਕੇ ਨਹੀਂ ਬੈਠਣਾ ਚਾਹੀਦਾ। ਇੰਨੀ ਕੁ ਹੁਣ ਨਈ ਟੈਕਨੀਕਸ ਆ ਗਈ ਹੈ ਜਿਹਦੇ ਨਾਲ ਟੈਸਟ ਟਿਊਬ ਬੇਬੀ ਦਾ ਦਰ ਜਿਹੜਾ ਕਾਮਯਾਬੀ ਦਰ ਹੈ ਉਹ ਬਹੁਤ ਵੱਧ ਗਿਆ ਹੈ। ਜੀ ਬਿਲਕੁਲ। ਤੇ ਇੱਥੇ ਗੱਲ ਕਰਾਂਗੇ ਹੁਣ ਮੈਂ ਮੇਲਸ ਦੀ, ਜਿਵੇਂ ਕਿ ਉਹਨਾਂ ਵਿੱਚ ਪ੍ਰੋਬਲਮ ਆਉਂਦੀ ਸ਼ੁਕਰਾਣੂਆਂ ਦੀ ਕਮੀ, ਤਾਂ ਉਹਦੇ ਵਿੱਚ ਕੀ ਰੀਜ਼ਨ ਰਹਿੰਦੇ ਨੇ, ਉਹਨਾਂ ਨੂੰ ਕੀ ਦਵਾਈਆਂ ਦੇ ਨਾਲ ਵਧਾਇਆ ਜਾ ਸਕਦਾ ਹੈ? ਦੇਖੋ ਜਿਹੜੀ ਸ਼ੁਕਰਾਣੂਆਂ ਦੀ ਸਮੱਸਿਆ ਹੈ, ਸਭ ਤੋਂ ਪਹਿਲਾਂ ਤੇ ਜੇ ਬਹੁਤ ਮਤਲਬ ਥੋੜਾ ਬਹੁਤ ਹੀ ਕਮੀ ਹੋਈ, ਸਪੋਜ਼ਿੰਗ ਆਪਾਂ ਨੇ ਚੈੱਕ ਕਰਾਇਆ ਬਿਲਕੁਲ ਬਾਰਡਰ ਲਾਈਨ ਹੋਈ, ਤੁਸੀਂ ਇੱਕ ਸੀਮਨ ਸੈਂਪਲ ਦੇਖ ਕੇ ਕਦੇ ਨਹੀਂ ਕਹਿ ਸਕਦੇ ਕਿ ਇਸ ਪੇਸ਼ੈਂਟ ਵਿੱਚ ਸ਼ੁਕਰਾਣੂਆਂ ਦੀ ਬਹੁਤ ਕਮੀ ਹੈ। ਤੁਹਾਨੂੰ 2 ਜਾਂ 3 ਵਾਰ ਘੱਟੋ ਘੱਟ ਟੈਸਟ ਕਰਨੇ ਚਾਹੀਦੇ ਹੈ, ਪੇਸ਼ੈਂਟ ਦੀ ਡਿਟੇਲ ਹਿਸਟਰੀ ਲੈਣੀ ਚਾਹੀਦੀ ਹੈ, ਠੀਕ ਟਾਈਮ ਤੇ ਮਤਲਬ ਕਰਾਉਣਾ ਚਾਹੀਦਾ ਹੈ, ਪੇਸ਼ੈਂਟ ਬਿਮਾਰ ਨਹੀਂ ਹੋਣਾ ਚਾਹੀਦਾ। ਫਿਰ ਵੀ ਅਗਰ ਜੇ ਤੁਸੀਂ 3 ਵਾਰ ਕਰਾਇਆ ਟੈਸਟ ਤੇ ਤੁਹਾਨੂੰ ਸ਼ੁਕਰਾਣੂਆਂ ਵਿੱਚ ਕਮੀ ਲੱਗ ਰਹੀ ਹੈ, ਜੇ ਮਾੜੀ ਮੋਟੀ ਕਮੀ ਹੈ ਤਾਂ ਤੁਹਾਨੂੰ ਟੈਸਟ ਟਿਊਬ ਵੀ ਕਰਾਉਣ ਦੀ ਲੋੜ ਨਹੀਂ। ਸਿੰਪਲ IUI ਜਿਹੜਾ ਮੈਥਡ ਹੈ ਜਿਹਦੇ ਵਿੱਚ ਆਪਾਂ ਸ਼ੁਕਰਾਣੂ ਲੈ ਕੇ ਮੀਡੀਆ ਦੇ ਨਾਲ ਮਤਲਬ ਸਪੈਸ਼ਲ ਸੋਲੂਸ਼ਨਸ ਆਉਂਦੇ ਆ, ਸਪੈਸ਼ਲ ਮਸ਼ੀਨਰੀ ਆਉਂਦੀ ਹੈ, ਉਹਦੇ ਵਿੱਚ ਪ੍ਰਿਪੇਅਰ ਕਰਕੇ ਬੱਚੇਦਾਨੀ ਦੇ ਅੰਦਰ ਇੰਜੈਕਟ ਕਰ ਦਿੰਦੇ ਆ, ਜਿਹਨੂੰ ਕਹਿੰਦੇ ਆ ਆਪਾਂ ਇੰਟਰਾ ਯੂਟਰਾਈਨ ਇਨਸੈਮੀਨੇਸ਼ਨ। ਉਹਦੇ ਨਾਲ ਵੀ ਪ੍ਰੈਗਨੈਂਸੀ ਹੋ ਸਕਦੀ ਹੈ। ਠੀਕ ਹੈ। ਦੂਜਾ ਫਿਰ ਅਗਰ ਜੇ ਥੋੜੀ ਜ਼ਿਆਦਾ ਆ ਗਈ, ਸਪੋਜ਼ਿੰਗ ਕਾਊਂਟ ਹੈ 20 ਮਿਲੀਅਨ 25 ਮਿਲੀਅਨ, ਠੀਕ ਹੈ, ਤੁਸੀਂ ਦਵਾਈ ਲਿਖ ਸਕਦੇ ਹੋ, ਪਰ ਡਿਪੈਂਡ ਕਰਦਾ ਕਿੰਨੇ ਸਾਲ ਹੋ ਗਏ ਆ ਸ਼ਾਦੀ ਨੂੰ। ਜੇ ਤਾਂ ਬਹੁਤ ਸਾਲ ਸ਼ਾਦੀ ਨੂੰ ਹੋ ਗਏ ਹੈ, ਏਜ ਜ਼ਿਆਦਾ ਹੋ ਗਈ ਹੈ, ਤਾਂ ਤੁਸੀਂ ਜ਼ਿਆਦਾ ਦੇਰ ਵੇਟ ਨਹੀਂ ਕਰ ਸਕਦੇ, ਕਿਉਂਕਿ ਜਿਹੜੀ ਵੀ ਦਵਾਈ ਨੇ ਅਸਰ ਕਰਨਾ ਉਹਨੂੰ ਟਾਈਮ ਲੱਗੇਗਾ, 3 ਮਹੀਨੇ ਲੱਗਦੇ ਆ ਦਵਾਈ ਨੂੰ ਅਸਰ ਕਰਨ ਨੂੰ। ਤੇ ਤੁਹਾਡੇ ਕੋਲ ਨਹੀਂ ਟਾਈਮ ਤਾਂ ਫਿਰ ਡਾਇਰੈਕਟਲੀ ਟ੍ਰੀਟਮੈਂਟ ਕਰਾਉਣਾ ਪਏਗਾ। ਉਸ ਤੋਂ ਬਾਅਦ IVF ਆਉਂਦਾ ਹੈ, ਫਿਰ ਆਉਂਦਾ ਹੈ ICSI ਵਿਧੀ ਆ ਜਾਂਦੀ ਹੈ, ਜਿਵੇਂ 2 ਮਿਲੀਅਨ ਹੈ, 8 ਮਿਲੀਅਨ ਹੈ, 5 ਮਿਲੀਅਨ ਕਾਊਂਟ ਹੈ, ਸਾਰੇ ਸਪਰਮਸ ਐਬਨੋਰਮਲ ਹੈ, ਤੇ ਇਹੋ ਜਿਹੇ ਕੇਸਿਸ ਵਿੱਚ ICSI ਵਿਧੀ ਹੁੰਦੀ ਹੈ। ਜੀ, ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਸਿੱਧਾ ਲਾਈਕ ਜਿਨ੍ਹਾਂ ਦੀ ਏਜ ਜ਼ਿਆਦਾ ਹੋ ਚੁੱਕੀ ਹੈ ਜਿਸ ਕਪਲ ਦੀ, ਉਹ ਸਿੱਧਾ ਹੀ ਲੇਜ਼ਰ ਹੈਚਿੰਗ ਟ੍ਰੀਟਮੈਂਟ ਕਰਵਾ ਸਕਦੇ ਨੇ? ਨਹੀਂ, ਜਿਵੇਂ ਜਿਹਦੇ ਮਤਲਬ ਕਿ ਜ਼ਿਆਦਾ ਹੋ ਗਈ ਹੈ, ਬਹੁਤ ਸਾਲ ਹੋ ਗਏ ਆ, ਉਹਨਾਂ ਨੂੰ ਵੇਟ ਨਹੀਂ ਕਰਨੀ ਚਾਹੀਦੀ, ਮਤਲਬ IVF ਤੋਂ ਉੱਪਰ ਦੇ ਇਲਾਜ ਜਿਹੜੇ ਹੈ ਉਹ ਕਰਾ ਲੈਣੇ ਚਾਹੀਦੇ ਹੈ, ਜਿਹਦੇ ਨਾਲ ਕਾਮਯਾਬੀ ਦਰ ਵਧੇਗਾ। ਜੀ ਬਿਲਕੁਲ। ਤੇ ਸਾਡੇ ਇੱਕ ਹੋਰ ਕਾਲਰ ਜੋ ਨੇ ਲਾਈਨ ਤੇ ਜੁੜ ਚੁੱਕੇ ਨੇ। ਹੈਲੋ। ਹਾਂਜੀ ਕੀ ਨਾਮ ਹੈ ਜੀ ਤੁਹਾਡਾ? ਮੈਮ ਬੋਲ ਰਹੇ? ਹਾਂਜੀ ਦੱਸੋ ਜੀ। ਹਾਂਜੀ ਮੈਮ, ਮੇਰੇ ਨਾ ਸਿਸਟਰ ਨੇ ਮਤਲਬ ਬੱਚੇਦਾਨੀ ਦੇ ਐਂਟਰੀ ਤੇ 2 ਬਲੱਡ ਦੀਆਂ ਗੱਠਾਂ ਸੀ ਜੀ, ਇੱਕ ਸਾਈਡ 3 ਸੀ ਔਰ ਇੱਕ ਸਾਈਡ 2 ਜੀ, ਔਰ ਉਹਨਾਂ ਨੇ ਆਪਰੇਟ ਕਰਵਾਇਆ ਲੈਪਰੋਸਕੋਪੀ ਦੇ ਰਾਹੀਂ ਜੀ, ਤੇ ਮਤਲਬ ਉਹ ਦੁਬਾਰਾ ਫਿਰ ਹੁਣ ਸਕੈਨ ਹੋਈ ਹੈ ਤੇ ਫਿਰ ਦੁਬਾਰਾ ਫਿਰ ਬਣਿਆ ਉਹ, ਤੇ ਔਰ ਸਾਈਜ਼ ਵੀ ਉਹਨਾਂ ਦਾ ਵੱਧ ਗਿਆ ਹੈ। ਤੇ ਫਿਰ ਉਹਨਾਂ ਨੂੰ ਇਲਾਜ ਕਰਾ ਲੈਣਾ ਚਾਹੀਦਾ ਹੈ ਜੀ। ਉਹਨਾਂ ਨੂੰ ਬੱਚਾ ਨਹੀਂ ਹੈ? ਨਹੀਂ ਮੈਮ, ਬੱਚਾ ਹੈ ਨਹੀਂ, ਮਤਲਬ ਉਹਨਾਂ ਨੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਇਹਦਾ ਆਪਰੇਟ ਕਰਵਾ ਲਓ, ਕੋਈ ਗੱਲ ਨਹੀਂ ਹੋ ਜਾਏਗਾ। ਮਤਲਬ ਆਪਰੇਟ ਤੋਂ ਬਾਅਦ ਵੀ ਉਸੇ ਤਰ੍ਹਾਂ ਨੇ, ਸਾਈਜ਼ ਵੀ ਇਹਨਾਂ ਦਾ ਵੱਧ ਗਿਆ। ਤੇ ਫਿਰ ਤੁਸੀਂ ਡਾਕਟਰ ਨੂੰ ਦਿਖਾਓ, ਕਿਸੇ ਹੋਰ ਵਧੀਆ ਡਾਕਟਰ ਨੂੰ ਦਿਖਾਓ, ਓਪੀਨੀਅਨ ਲਓ ਕਿ ਦੁਬਾਰਾ ਆਪਰੇਸ਼ਨ ਦੀ ਲੋੜ ਹੈ ਕਿ ਬਿਨਾਂ ਆਪਰੇਸ਼ਨ ਤੋਂ ਹੀ ਬੱਚਾ ਲਿੱਤਾ ਜਾ ਸਕਦਾ ਹੈ। ਇਹ ਤੁਹਾਡੀ ਸਿਸਟਰ ਨੂੰ ਦੱਸੋ ਕਿ ਚੰਗੇ ਡਾਕਟਰ ਤੋਂ ਸਲਾਹ ਲੈਣ ਕਿ ਉਹਨਾਂ ਨੂੰ ਹੁਣ ਰਸੌਲੀਆ ਦਾ ਸਾਈਜ਼ ਇੰਨਾ ਵੱਧ ਗਿਆ ਕਿ ਉਹ ਕੱਢਣੀਆਂ ਦੁਬਾਰਾ ਪੈਣਗੀਆਂ, ਨਹੀਂ ਤਾਂ ਫਿਰ ਦੁਬਾਰਾ ਆਪਰੇਸ਼ਨ ਹੋਏਗਾ। ਕਿ ਨਹੀਂ ਕੱਢਣ ਦੀ ਲੋੜ ਤਾਂ ਬੱਚਾ ਇਮੀਡੀਏਟਲੀ ਲੈ ਲਓ, ਵੇਟ ਨਾ ਕਰੋ। ਜਦ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਪੇਸ਼ੈਂਟ ਜਦ ਵੀ ਕੋਈ ਸਰਜਰੀ ਕਰਾਉਂਦਾ ਹੈ, ਜਿਵੇਂ ਫਾਈਬਰੋਇਡਸ ਦੀ ਕਰਾਉਂਦਾ ਹੈ ਜਾਂ ਓਵੇਰੀਅਨ ਸਿਸਟ ਦੀ ਕਰਾਉਂਦਾ ਹੈ, ਫਾਈਬਰੋਇਡਸ ਤੋਂ ਬਾਅਦ ਤਾਂ ਚਲੋ ਰੈਸਟ, ਬੱਚੇਦਾਨੀ ਨੂੰ ਰੈਸਟ ਦੇਣਾ ਪੈਂਦਾ ਹੈ। ਜਿਵੇਂ ਓਵੇਰੀਅਨ ਸਿਸਟ ਵਗੈਰਾ ਕਰਾਈ ਹੈ, ਅਗਰ ਲੈਪਰੋਸਕੋਪਿਕ ਕਰਾਈ ਹੈ, ਠੀਕ ਹੈ, ਤਾਂ ਉਹਨੂੰ ਜਲਦੀ ਤੋਂ ਜਲਦੀ ਪ੍ਰੈਗਨੈਂਸੀ ਲੈ ਲੈਣੀ ਚਾਹੀਦੀ ਹੈ ਕਿ ਤਾਂ ਕਿ ਸਿਸਟ ਜਿਹੜੀ ਹੈ ਨਾ ਬਣੇ ਦੁਬਾਰਾ, ਕਿਉਂਕਿ ਉਹ ਸਾਰੇ ਹਾਰਮੋਨ ਰਿਲੇਟਡ ਹੈ। ਜੇ ਤੁਸੀਂ ਵੇਟ ਕਰੀ ਜਾਓਗੇ ਟਾਈਮ ਜ਼ਿਆਦਾ ਲੰਘਾ ਦੋਗੇ, ਫਿਰ ਹਾਰਮੋਨਲ ਇੰਬੈਲੈਂਸ ਹੋ ਜਾਏਗਾ, ਤਾਂ ਫਿਰ ਪ੍ਰੈਗਨੈਂਸੀ ਨਾਰਮਲੀ ਕਿੰਨਾ ਕੁ ਗੈਪ ਰੱਖਣਾ ਚਾਹੀਦਾ ਹੈ? ਦੇਖੋ, ਜਿਵੇਂ ਸਰਜਰੀ ਹੋਈ ਹੈ, ਅਗਰ ਲੈਪਰੋਸਕੋਪਿਕਲੀ ਓਵੇਰੀਅਨ ਡ੍ਰਿਲਿੰਗ ਹੀ ਹੋਈ ਹੈ, ਮੰਨ ਲਓ ਸਿੰਪਲ ਪੋਲੀਸਿਸਟਿਕ ਓਵਰੀਜ਼ ਨੂੰ ਡ੍ਰਿਲ ਕੀਤਾ ਗਿਆ, ਤਾਂ ਨੈਕਸਟ ਮੰਥ ਪ੍ਰੈਗਨੈਂਸੀ ਲੈ ਸਕਦਾ ਹੈ ਪੇਸ਼ੈਂਟ। ਜੀ 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 ਜੀ, ਠੀਕ ਹੈ। ਤੇ ਜਿਵੇਂ ਕਈਆਂ ਵਿੱਚ ਇਹ ਵੀ ਧਾਰਨਾ ਰਹਿੰਦੀ ਕਿ ਟ੍ਰੀਟਮੈਂਟ ਲੈ ਰਹੇ ਆ ਤਾਂ ਬਈ ਸਪੈਸ਼ਲ ਪ੍ਰੀਕਾਸ਼ਨਸ ਚਾਹੀਦੀਆਂ ਜਾਂ ਸਪੈਸ਼ਲ ਖਾਣਾ ਪੀਣਾ ਜਾਂ ਸਪੈਸ਼ਲ ਕਈ ਉੱਠਣਾ ਬੈਠਣ ਦਾ ਹੀ ਤਰੀਕਾ ਬਦਲ ਦਿੰਦੇ ਨੇ, ਕਿ ਇਸ ਦੇ ਵਿੱਚ ਸਪੈਸ਼ਲ ਟ੍ਰੀਟਮੈਂਟ, ਸਪੈਸ਼ਲ ਰੈਸਟ ਕਰਨ ਦੀ ਲੋੜ ਦੇਖੋ, ਆ ਸਾਰੇ ਨਾ ਵਹਿਮ ਹੈ ਪੇਸ਼ੈਂਟਸ ਦੇ ਮਨ ਵਿੱਚ ਕਿ ਜੇ ਆਪਾਂ ਨੇ ਟੈਸਟ ਟਿਊਬ ਬੇਬੀ ਕਰਾ ਲਿਆ ਤਾਂ ਅਸੀਂ ਤਾਂ ਮੰਜੇ ਤੇ ਪੈ ਜਾਾਂਗੇ 9 ਮਹੀਨੇ, ਬਿਲਕੁਲ ਆਰਾਮ ਕਰਨਾ ਪਏਗਾ, ਸਾਡਾ ਸਾਰਾ ਕੰਮਕਾਜ ਖਤਮ ਹੋ ਜਾਏਗਾ, ਬਾਰ-ਬਾਰ ਡਾਕਟਰ ਕੋਲ ਚੱਕਰ ਕਰਨ ਲਗਾਣੇ ਪੈਣਗੇ। ਮੇਰੇ ਕੋਲ ਕਈ ਪੇਸ਼ੈਂਟਸ ਆਉਂਦੇ ਜੋ ਕਹਿੰਦੇ ਸਾਨੂੰ 9 ਮਹੀਨੇ ਹੁਣ ਲੁਧਿਆਣੇ ਹੀ ਰਹਿਣਾ ਪਏਗਾ। ਮੈਂ ਹਮੇਸ਼ਾ ਕਹਿੰਦੀ ਹਾਂ ਕਿ ਨਹੀਂ,
ਤੁਸੀਂ ਆਪਣਾ ਕੰਮ ਕਰਾਓ ਤੇ ਆਪਣੇ ਥਾਂ ਜਾਓ, ਜਿੱਥੇ ਜੋ ਕੋਈ ਕੰਮ ਵੀ ਕਰ ਰਹੇ ਹੋ ਉਹ ਵੀ ਕੰਟੀਨਿਊ ਕਰੋ, ਠੀਕ ਹੈ। ਜੇ ਪ੍ਰੋਬਲਮ ਆਏਗੀ ਫਿਰ ਤਾਂ ਦੇਖੋ ਨਾਰਮਲ ਪ੍ਰੈਗਨੈਂਸੀ ਵਿੱਚ ਵੀ ਆ ਸਕਦੀ ਹੈ, ਫਿਰ ਤਾਂ ਬੈੱਡ ਰੈਸਟ ਦੀ ਲੋੜ ਹੈ। ਮੰਨ ਲਓ ਕੋਈ ਅਬੋਰਸ਼ਨ ਦਾ ਚਾਂਸ ਹੋ ਗਿਆ, ਕੁਝ ਹੋ ਗਿਆ, ਫਿਰ ਰੈਸਟ ਕਰਨ ਦੀ ਲੋੜ ਹੈ। ਅਦਰਵਾਈਜ਼ ਕੋਈ ਇੰਨੇ ਸਪੈਸ਼ਲ ਪ੍ਰੀਕਾਸ਼ਨਸ ਨਹੀਂ ਹੁੰਦੇ। ਮੇਰੇ ਕੋਲ ਕਿੰਨੇ ਪੇਸ਼ੈਂਟਸ ਆਉਂਦੇ ਆ ਜਿਨ੍ਹਾਂ ਦੀ 2 ਦਿਨ ਬਾਅਦ ਫਲਾਈਟ ਹੁੰਦੀ ਹੈ ਬਾਹਰ, ਤੇ ਇਹਦਾ ਮਤਲਬ ਥੋੜੀ ਨਾ ਕਿ ਉਹ ਬਾਹਰ ਨਹੀਂ ਜਾ ਸਕਦੇ, ਉਹ ਮੰਜੇ ਤੇ ਹੀ ਰਹਿਣਗੇ, ਨਹੀਂ। ਜਦ ਲੇਡੀ ਨੂੰ ਅਸੀਂ ਭਰੂਣ ਰੱਖਦੇ ਆ 20 ਤੋਂ 25 ਮਿੰਟ ਬਾਅਦ ਉਹ ਬੱਚੇਦਾਨੀ ਵਿੱਚ ਬਿਲਕੁਲ ਸਟੇਬਲ ਹੋ ਜਾਂਦਾ ਹੈ, ਉਸ ਤੋਂ ਬਾਅਦ ਉਹ ਭਰੂਣ ਨਹੀਂ ਹਿਲਦਾ, ਠੀਕ ਹੈ ਨਾ। ਤੇ ਜੇ ਲੇਡੀ ਖੜੀ ਹੋਏਗੀ ਤਾਂ ਇਹਦਾ ਇਹ ਮਤਲਬ ਨਹੀਂ ਹੈ ਕਿ ਭਰੂਣ ਥੱਲੇ ਆ ਜਾਏਗਾ, ਠੀਕ ਹੈ। ਜ਼ਿਆਦਾ ਰੈਸਟ ਕਰਨ ਦੀ ਕੋਈ ਲੋੜ ਨਹੀਂ ਹੈ। ਜਿਹੜੇ ਪੇਸ਼ੈਂਟ ਕਰਾ ਕੇ ਚਲੇ ਜਾਂਦੇ ਆ ਗੱਡੀਆਂ ਕਰਕੇ, ਉਹਨਾਂ ਦੇ ਵੀ ਬੱਚੇ ਠਹਿਰ ਜਾਂਦੇ ਆ। ਸੋ ਇੱਕ ਬਹੁਤ ਗਲਤ ਧਾਰਨਾ ਹੈ ਪੇਸ਼ੈਂਟ ਦੇ ਮਨ ਵਿੱਚ ਕਿ ਅਸੀਂ ਕੰਮਕਾਜ ਸਾਰਾ ਖਤਮ ਹੋ ਜਾਏਗਾ, ਬਾਰ-ਬਾਰ ਆਣਾ ਪੜੇਗਾ ਡਾਕਟਰ ਕੋਲ, ਠੀਕ ਹੈ। ਕਿਉਂਕਿ ਟੀਕੇ ਤਾਂ ਆਪਾਂ ਪੈਕ ਕਰਕੇ, ਮੇਰੇ ਕੋਲ ਕਿੰਨੇ ਪੇਸ਼ੈਂਟਸ ਆਉਂਦੇ ਆ ਜੋ ਬਾਹਰੋਂ ਆਉਂਦੇ ਆ ਟੀਕੇ ਪੈਕ ਕਰਕੇ ਲੈ ਜਾਂਦੇ ਆ, ਫਿਰ ਜਦ ਸਕੈਨ ਦੀ ਲੋੜ ਹੁੰਦੀ ਹੈ ਤਾਂ ਉਹ ਆਉਂਦੇ ਆ। ਜੀ ਬਿਲਕੁਲ। ਇੱਕ ਹੋਰ ਗਲਤ ਧਾਰਨਾ ਜੋ ਲੋਕਾਂ ਵਿੱਚ ਰਹਿੰਦੀ ਹੈ, ਉਹਨਾਂ ਨੂੰ ਇੱਕ ਇਹ ਵਹਿਮ ਰਹਿੰਦਾ ਹੈ ਕਿ ਟੈਸਟ ਟਿਊਬ ਬੇਬੀ ਟ੍ਰੀਟਮੈਂਟ ਜਾਂ ਇਸ ਤਰ੍ਹਾਂ ਦਾ ਕੋਈ ਹੋਰ ਟ੍ਰੀਟਮੈਂਟ ਲੈਂਦੇ ਤਾਂ ਕੀ ਇਹ ਬੱਚਾ ਸਾਡਾ ਹੀ ਹੋਏਗਾ। ਬਿਲਕੁਲ ਤੁਸੀਂ ਸਹੀ ਕਿਹਾ ਕਿ ਪੇਸ਼ੈਂਟ ਹਮੇਸ਼ਾ ਮੈਨੂੰ ਪੁੱਛਦਾ ਕਿ ਜੀ ਬੱਚਾ ਤਾਂ ਅਸੀਂ ਆਪਣਾ ਹੀ ਚਾਹੁੰਦੇ ਆ। ਟੈਸਟ ਟਿਊਬ ਬੇਬੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਬੱਚਾ ਕਿਸੇ ਕੋਈ ਓਪਰਾ ਬੱਚਾ ਲੈ ਰਹੇ ਹੋ। ਜੇ ਆਪਾਂ ਨੇ ਪਰਾਇਆ ਬੱਚਾ ਲੈਣਾ ਤਾਂ ਪੇਸ਼ੈਂਟ ਨੂੰ ਦੱਸਿਆ ਜਾਂਦਾ ਹੈ ਕਿ ਹੁਣ ਬੱਚਾ ਤੁਹਾਡਾ ਠੀਕ ਨਹੀਂ, ਜਿੱਥੇ ਕੋਈ ਵੀ ਹੱਲ ਨਹੀਂ ਰਹਿੰਦਾ, ਹਾਂ ਨਹੀਂ ਰਹਿੰਦਾ, ਠੀਕ ਹੈ ਨਾ। ਤੇ ਹਮੇਸ਼ਾ ਟੈਸਟ ਟਿਊਬ ਬੇਬੀ ਅਗਰ ਹੋ ਰਿਹਾ ਪੇਸ਼ੈਂਟ ਦਾ, ਉਹ ਬੱਚਾ ਪੇਸ਼ੈਂਟ ਦਾ ਆਪਣਾ ਹੀ ਹੋਏਗਾ। ਜੇ ਦੂਜੀ ਜਿਹੜੀ ਬੜੀ ਗਲਤ ਧਾਰਨਾ ਹੁੰਦੀ ਹੈ ਕਿ ਟੈਸਟ ਟਿਊਬ ਬੇਬੀ ਬੜਾ ਮਹਿੰਗਾ ਇਲਾਜ ਹੈ, ਆ ਬਿਲਕੁਲ ਗਲਤ ਧਾਰਨਾ ਹੈ। ਪੇਸ਼ੈਂਟ ਛੋਟਾ ਇਲਾਜ ਕਰਕੇ ਮੇਰਾ ਖਿਆਲ ਕਈ ਵਾਰ ਜ਼ਿਆਦਾ ਪੈਸੇ ਖਰਚ ਦਿੰਦਾ ਹੈ, ਜੇ ਉਸੇ ਅੱਧੇ ਰੇਟ ਦੇ ਵਿੱਚ ਵੀ ਉਹਦਾ ਟੈਸਟ ਟਿਊਬ ਹੋ ਜਾਏਗਾ, ਤੇ ਉਹੀ ਨਾਲੇ ਟਾਈਮ ਵੀ ਆਪਣਾ ਵੇਸਟ ਕਰ ਲੈਂਦੇ ਨੇ, ਪਰੇਸ਼ਾਨੀ ਵੱਧ ਜਾਂਦੀ ਹੈ, ਫਾਈਨੈਂਸ਼ੀਅਲੀ ਫਿਜ਼ੀਕਲੀ ਬਹੁਤ ਪਰੇਸ਼ਾਨੀ ਝੇਲੇਗਾ। ਪਰ ਇਹ ਜਿਹੜੀ ਗਲਤ ਧਾਰਨਾ ਹੈ ਨਾ, ਇਹ ਪੇਸ਼ੈਂਟ ਨੂੰ ਨਿਕਾਲ ਦੇਣੀ ਚਾਹੀਦੀ ਹੈ ਦਿਮਾਗ ਵਿੱਚ ਕਿ ਟੈਸਟ ਟਿਊਬ ਬੇਬੀ ਹੈ ਤਾਂ ਇਹਦਾ ਮਤਲਬ ਕਿ ਤੁਸੀਂ 9 ਮਹੀਨੇ ਮੰਜੇ ਤੇ ਪਾਓ, ਬਿਲਕੁਲ ਬੈੱਡ ਰੈਸਟ ਹੈ, ਐਂਡ ਰਿਜ਼ਲਟ ਹੈ, ਐਸਾ ਇਹੋ ਜਿਹੀ ਕੋਈ ਗੱਲ ਨਹੀਂ ਹੈ। ਜੀ ਤੇ ਬਿਲਕੁਲ ਅਸੀਂ ਆਪਣੇ ਇਸ ਪ੍ਰੋਗਰਾਮ ਹੈਲਥ ਇਜ਼ ਵੈਲ ਦੇ ਜ਼ਰੀਏ ਇਹੀ ਅਵੇਅਰਨੈਸ ਲਿਆਉਣਾ ਚਾਹੁੰਦੇ ਆਪਣੇ ਸਮਾਜ ਦੇ ਵਿੱਚ, ਜਿਨ੍ਹਾਂ ਲੋਕਾਂ ਦੀ ਸੋਚ ਇਹ ਬਣੀ ਹੋਈ ਹੈ ਕਿ ਸ਼ਾਇਦ ਅਸੀਂ ਅਗਰ ਕੋਈ ਟ੍ਰੀਟਮੈਂਟ ਦੇ ਨਾਲ ਬੱਚਾ ਲੈਂਦੇ ਆ ਤਾਂ ਸ਼ਾਇਦ ਕਿ ਉਹ ਸਾਡਾ ਨਹੀਂ ਹੋਏਗਾ, ਜਾਂ ਸਾਨੂੰ ਐਕਸਟਰਾ ਰੈਸਟ ਕਰਨਾ ਪਏਗਾ, ਜਾਂ ਕਈ ਤਰ੍ਹਾਂ ਦੀ ਨਵੀਂ ਪ੍ਰੀਕਾਸ਼ਨਸ ਦੇਖਣੇ ਪੈਣਗੇ। ਇਹੋ ਜਿਹਾ ਕੁਝ ਨਹੀਂ ਹੈ। ਇਹ ਵਹਿਮ ਭਰਮ ਦੂਰ ਕਰੋ, ਤੇ ਅਗਰ ਕਿਸੇ ਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀ ਪਰੇਸ਼ਾਨੀ ਹੈ, ਪ੍ਰੋਬਲਮ ਹੈ, ਤਾਂ ਇਸ ਤੋਂ ਨਿਜਾਤ ਪਾ ਸਕਦੇ ਹੋ। ਬਹੁਤ ਹੀ ਆਰਾਮ ਦੇ ਨਾਲ, ਬਹੁਤ ਹੀ ਆਸਾਨੀ ਦੇ ਨਾਲ ਤੁਸੀਂ ਇਸ ਸਮੱਸਿਆ ਤੋਂ ਦੂਰ ਹੋ ਸਕਦੇ ਹੋ ਤੇ ਆਪਣੇ ਘਰ ਵਿੱਚ ਖੁਸ਼ੀਆਂ ਦੀ ਬਹਾਰ ਲਿਆ ਸਕਦੇ ਹੋ ਤੇ ਇੱਕ ਨੰਨੇ ਮੁੰਨੇ ਬੱਚੇ ਦਾ ਚਿਹਰਾ ਦੇਖ ਸਕਦੇ ਹੋ ਜੀ। ਤੇ ਮੈਂ ਇੱਥੇ ਨਾਲ ਹੀ ਜਾਣਨਾ ਚਾਹਾਂਗੀ ਕਿ ਲਾਈਕ ਜਿਵੇਂ ਤੁਹਾਡੇ ਕੋਲ ਕਈ ਤਰ੍ਹਾਂ ਦੇ ਕਈ ਏਜ ਗਰੁੱਪ ਦੇ ਕਪਲਸ ਆਉਂਦੇ ਹੋਣੇ, ਜ਼ਿਆਦਾਤਰ ਕਿਸ ਏਜ ਗਰੁੱਪ ਦੇ ਕਪਲਸ ਵਿੱਚ ਇਹ ਪ੍ਰੋਬਲਮ ਪਾਈ ਜਾ ਰਹੀ ਹੈ ਅੱਜ ਕੱਲ੍ਹ? ਦੇਖੋ ਅੱਜ ਕੱਲ੍ਹ ਇੱਕ ਤਾਂ ਸਭ ਤੋਂ ਪਹਿਲਾਂ ਮੈਰਿਜਸ ਲੇਟ ਹੋ ਗਈਆਂ ਸ਼ਹਿਰਾਂ ਵਿੱਚ ਵੀ, ਤੇ ਇਵਨ ਪਿੰਡਾਂ ਵਿੱਚ ਲੜਕੀਆਂ ਜਿਹੜੀਆਂ ਅੱਜ ਕੱਲ੍ਹ ਜ਼ਿਆਦਾ ਕੈਰੀਅਰ ਮਾਈਂਡਡ ਹੋ ਗਈਆਂ, ਤੇ ਅਗਰ ਉਹ 30 32 33 ਸਾਲ ਵਿੱਚ ਸ਼ਾਦੀ ਕਰਨਗੇ ਤਾਂ ਓਬਵੀਅਸਲੀ ਉਹਨਾਂ ਨੂੰ ਜਿਹੜੀ ਇਨਫਰਟਿਲਿਟੀ ਬਾਂਝਪਨ ਦੀ ਸਮੱਸਿਆ ਉਹ ਵਧੇਗੀ। ਬਾਕੀ ਜਿਹੜਾ ਰਿਹਾ ਏਜ ਗਰੁੱਪ ਸਾਰੇ ਤਰ੍ਹਾਂ ਦਾ ਏਜ ਗਰੁੱਪ ਆਉਂਦਾ ਹੈ। ਪੇਸ਼ੈਂਟ 20s ਵਿੱਚ ਵੀ ਆਉਂਦੇ ਆ, 30s ਵਿੱਚ ਵੀ ਆਉਂਦੇ ਆ, 40s ਵਿੱਚ ਵੀ ਆਉਂਦੇ ਆ। ਤੇ ਸਿੰਸ ਸਾਡਾ ਸੈਂਟਰ ਬਹੁਤ ਪੁਰਾਣਾ, ਬਹੁਤ ਸਾਰੇ ਪੇਸ਼ੈਂਟਸ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੇ ਕਈ ਵਾਰ ਥਾਂ ਤੋਂ ਇਲਾਜ ਵੀ ਕਰਾਇਆ ਹੁੰਦਾ, ਮਤਲਬ 올ਡਰ ਏਜ ਗਰੁੱਪ ਵੀ ਸਾਡੇ ਕੋਲ ਕਾਫੀ ਆਉਂਦਾ ਹੈ ਜਿਨ੍ਹਾਂ ਨੂੰ ਨਹੀਂ ਮਿਲਦਾ, ਮਤਲਬ ਬਾਕੀ ਸ਼ਹਿਰਾਂ ਤੋਂ ਇਲਾਜ ਸਾਰੇ ਕਰਾ ਲੈਂਦੇ ਆ, ਆਪਣੇ ਸ਼ਹਿਰਾਂ ਚੋਂ ਛੋਟਾ ਇਲਾਜ ਕਰਾ ਕੇ ਜ਼ਿਆਦਾ ਟਾਈਮ ਲਗਾ ਦਿੰਦੇ ਆ। ਉਹ ਜਿਹੀ ਕੈਟੇਗਰੀ ਵੀ ਸਾਡੇ ਕੋਲ ਆਉਂਦੀ ਹੈ ਪੇਸ਼ੈਂਟ। ਜੀ ਬਿਲਕੁਲ। ਤੇ ਇਸ ਦੇ ਵਿੱਚ ਇਹ ਹੈ ਕਿ ਜਿਵੇਂ ਕਿ ਤੁਸੀਂ ਪਹਿਲਾਂ ਗੱਲ ਕੀਤੀ ਕਿ ਮੇਲਸ ਵਿੱਚ ਸ਼ੁਕਰਾਣੂ ਦੀ ਕਮੀ ਰਹਿੰਦੀ, ਇਸ ਦੇ ਪਿੱਛੇ ਕੀ ਰੀਜ਼ਨ ਰਹਿ ਸਕਦੇ ਨੇ? ਦੇਖੋ ਜਿਹੜੇ ਸ਼ੁਕਰਾਣੂਆਂ ਦੀ ਸਮੱਸਿਆ, ਜਿਹੜੇ ਸ਼ੁਕਰਾਣੂ ਘੱਟ ਹੁੰਦੇ ਆ ਉਹ ਕਈ ਕਾਰਨ ਦੇ ਨਾਲ ਹੋ ਸਕਦੇ ਆ। ਹੋ ਸਕਦਾ ਇੱਕ ਆਦਮੀ ਦਾ ਹਾਰਮੋਨਲ ਇੰਬੈਲੈਂਸ ਹੋਏ, ਜਾਂ ਬਚਪਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਇੰਜਰੀ ਹੋ ਗਈ ਹੋਏ, ਚੋਟ ਲੱਗ ਗਈ ਹੋਏ, ਕੋਈ ਆਪਰੇਸ਼ਨ ਹੋਇਆ ਹੋਏ, ਜਾਂ ਬਚਪਨ ਵਿੱਚ ਜਿਹੜੇ ਮੇਲਸ ਆ ਉਹਨਾਂ ਨੂੰ ਕੰਨ ਪੇੜੇ ਜਿਹਨੂੰ ਆਪਾਂ ਮੰਪਸ ਕਹਿੰਦੇ ਆ ਉਹ ਹੋਏ ਹੋਣ, ਉਹ ਜ਼ਿਆਦਾ ਸਿਵੀਅਰ ਹੋ ਜਾਣ ਤੱਕ ਜਿਹੜੀ ਗੋਲੀਆਂ ਉਹ ਡੈਮੇਜ ਹੋ ਜਾਂਦੀ ਹੈ ਜਿਹਨੂੰ ਆਪਾਂ ਟੈਸਟੀਕੂਲਰ ਐਟ੍ਰੋਫੀ ਕਹਿੰਦੇ ਆ, ਜਾਂ ਕੁਝ ਜੈਨੇਟਿਕ ਕਾਜ਼ਸ ਵੀ ਹੋ ਸਕਦੇ ਆ, ਜਾਂ ਜਿਹੜੀ ਨਾੜੀ ਤੋਂ ਸਪਰਮਸ ਉਹ ਬਾਹਰ ਨਿਕਲਦੇ ਆ ਉਹ ਨਾੜੀ ਬਲੌਕ ਹੋ ਸਕਦੀ ਹੈ, ਉਹਦੇ ਕਾਰਨ ਵੀ ਜਿਹੜਾ ਹੈ ਏਜ਼ੋਸਪਰਮੀਆ ਜਾਂ ਹੋ ਸਕਦਾ ਹੈ ਜੀ। ਤੇ ਕੁਝ ਕਿਆ ਹੈ ਜੋ ਸਿੰਪਟਮਸ ਵੀ ਹੁੰਦੇ ਨੇ ਫੀਮੇਲਸ ਜਾਂ ਮੇਲਸ ਦੇ ਲਈ, ਜਿਨ੍ਹਾਂ ਤੋਂ ਕਿ ਵਿਆਹ ਤੋਂ ਪਹਿਲਾਂ ਹੀ ਉਹਨਾਂ ਨੂੰ ਅੰਦੇਸ਼ਾ ਹੋ ਜਾਂਦਾ ਹੈ ਕਿ ਹਾਂ ਕਿ ਇਹਨਾਂ ਨੂੰ ਕੱਲ ਨੂੰ ਇਹ ਪ੍ਰੋਬਲਮ ਵੱਧ ਜਾਏਗੀ ਤਾਂ ਸ਼ਾਇਦ ਬਾਂਝਪਨ ਦੀ ਪ੍ਰੋਬਲਮ ਆ ਸਕਦੀ ਹੈ? ਦੇਖੋ ਕਈ ਲੇਡੀਜ਼ ਵਿੱਚ ਤਾਂ ਸਭ ਤੋਂ ਪਹਿਲਾਂ ਜਿਹਨਾਂ ਨੂੰ ਮਾਹਵਾਰੀ ਦੀ ਪ੍ਰੋਬਲਮ ਹੋਏ, ਮੈਂ ਤਾਂ ਹਮੇਸ਼ਾ ਕਹਿੰਦੀ ਹਾਂ ਕਿ ਅਗਰ ਇੱਕ ਕਪਲ ਨੂੰ ਜਿਹੜੇ 1 ਸਾਲ ਹੋ ਗਿਆ ਸ਼ਾਦੀ ਤੋਂ ਘੱਟ ਸਾਲ ਹੋਏ ਆ, ਪਰ ਲੇਡੀ ਦੀ ਉਮਰ ਵੀ ਚਾਹੇ ਘੱਟ ਹੈ, ਉਹਨੂੰ ਮਾਹਵਾਰੀ ਦੀ ਸਮੱਸਿਆ ਆ ਰਹੀ ਹੈ, ਮਾਹਵਾਰੀ ਸਿਰਫ ਦਵਾਈਆਂ ਦੇ ਨਾਲ ਆਉਂਦੀ ਹੈ ਜਾਂ ਇਰੈਗੂਲਰ ਪੀਰੀਅਡਸ ਹੈ, ਇਹਦਾ ਮਤਲਬ ਉਹਨੂੰ ਪ੍ਰੈਗਨੈਂਸੀ ਦੀ ਪ੍ਰੋਬਲਮ ਆਏਗੀ, ਅੰਡੇਦਾਨੀ ਦੀ ਸਮੱਸਿਆ ਹੋਏਗੀ ਜਾਂ ਬੱਚੇਦਾਨੀ ਦੀ ਸਮੱਸਿਆ ਹੋਏਗੀ। ਉਹਨੂੰ ਆ ਸਿੰਪਟਮਸ ਵਾਰਨ ਕਰ ਰਹੇ ਆ ਕਿ ਤੁਸੀਂ ਜਲਦੀ ਇਲਾਜ ਕਰਾ ਲਓ। ਰਹੀ ਆਦਮੀਆਂ ਵਿੱਚ ਗੱਲ, ਆਦਮੀਆਂ ਵਿੱਚ ਇਹੋ ਜਿਹਾ ਨਹੀਂ ਕਹਿ ਸਕਦੇ
ਸਕਦੇ, ਸਿਰਫ ਇੱਕ ਆਦਮੀ ਨੂੰ ਕਮਜ਼ੋਰੀ ਮਹਿਸੂਸ ਹੋ, ਪਰ ਅਗਰ ਉਹਨੂੰ ਕਮਜ਼ੋਰੀ ਵੀ ਹੋਏਗੀ ਤਾਂ ਹੋ ਸਕਦਾ ਉਹਦਾ ਸਪਰਮ ਕਾਊਂਟ ਬਿਲਕੁਲ ਨਾਰਮਲ ਹੋਏ। ਉਹ ਫਿਜ਼ੀਕਲ ਪ੍ਰੋਬਲਮ ਹੋ ਸਕਦੀ ਹੈ, ਸਾਈਕੋਲੋਜੀਕਲ ਪ੍ਰੋਬਲਮ ਹੋ ਸਕਦੀ ਹੈ, ਠੀਕ ਹੈ, ਪਰ ਲੇਡੀ ਨੂੰ ਹਮੇਸ਼ਾ ਪਤਾ ਲੱਗ ਜਾਏਗਾ ਕਿ ਉਹਨੂੰ ਪ੍ਰੈਗਨੈਂਸੀ ਵਿੱਚ ਪ੍ਰੋਬਲਮ ਆਏਗੀ ਜਦੋਂ ਦੀ ਮਾਹਵਾਰੀ ਦੀ ਪ੍ਰੋਬਲਮ ਆਏਗੀ। ਜੀ ਜੀ ਜੀ। ਤੇ ਇੱਕ ਹੋਰ ਜੋ ਚੀਜ਼ ਰਹਿੰਦੀ ਹੈ ਨਾ ਕਿ ਪ੍ਰੈਗਨੈਂਸੀ ਠਹਿਰ ਗਈ ਕਿ ਵੀ ਬੜਾ ਡਾਊਟ ਰਹਿੰਦਾ ਹੈ ਲੋਕਾਂ ਦੇ ਮਨ ਵਿੱਚ ਕਿ ਜੋ ਬੱਚਾ ਹੋਏਗਾ ਕਿ ਨਾਰਮਲ ਬੱਚਿਆਂ ਦੀ ਤਰ੍ਹਾਂ ਹੀ ਬੱਚਾ ਹੋਏਗਾ। ਹਾਂ ਬਿਲਕੁਲ, ਕਿਉਂਕਿ ਟੈਸਟ ਟਿਊਬ ਬੇਬੀ ਕਰਾਇਆ ਤਾਂ ਪੇਸ਼ੈਂਟ ਸੋਚਦਾ ਹੈ ਕਿ ਪਤਾ ਨਹੀਂ ਨਾਰਮਲ ਡਿਲੀਵਰੀ ਹੋਏਗੀ ਕਿ ਨਹੀਂ, ਬਿਲਕੁਲ ਨਾਰਮਲ ਵੀ ਹੋ ਸਕਦੀ ਹੈ, ਕੰਪਲਿਕੇਸ਼ਨ ਤਾਂ ਕਿਸੇ ਵਿੱਚ ਵੀ ਆ। ਮੈਂ ਤਾਂ ਪੇਸ਼ੈਂਟ ਨੂੰ ਹਮੇਸ਼ਾ ਕਹਿੰਦੀ ਆ, ਤੁਹਾਨੂੰ ਬਾਹਰ ਜਾ ਕੇ ਜਦ ਤੁਸੀਂ ਬੜੇ ਪੇਸ਼ੈਂਟ ਆਉਂਦੇ ਆ ਜਿਹੜੇ ਦੱਸਣਾ ਹੀ ਨਹੀਂ ਚਾਹੁੰਦੇ ਕਿ ਨਾ ਅਸੀਂ ਟੈਸਟ ਟਿਊਬ ਬੇਬੀ ਕਰਾਇਆ, ਮਤਲਬ ਲੁਕੋ ਰੱਖਣਾ ਚਾਹੁੰਦੇ ਆ ਆਪਣੇ ਰਿਲੇਟਿਵਸ ਤੋਂ, ਤੇ ਉਹ ਵੀ ਤਾਂ ਨਾਰਮਲੀ ਡਿਲੀਵਰ ਕਰਦੇ ਹੀ ਕਰਦੇ ਆ ਨਾ। ਜਦ ਤੱਕ ਕੋਈ obstetric complication नहीं आएगी, मतलब कोई और complication नहीं आएगी, तब तक सिजेरियन नहीं ਹੁੰਦਾ, यूजुअली नॉर्मल डिलीवरीज होती है। जी 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 जी। सो ਇਹ ਸਾਰੇ ਵਹਿਮ ਹੈ ਪੇਸ਼ੈਂਟਸ ਦੇ ਮਨ ਵਿੱਚ ਕਿ ਬੈੱਡ ਰੈਸਟ ਕਰਨਾ ਪਏਗਾ, ਬੱਚਾ ਬਾਹਰ ਨਿਕਲ ਜਾਏਗਾ ਜਾਂ ਨਾਰਮਲੀ ਹੋਏਗਾ, ਸਿਜ਼ੇਰੀਅਨ ਹੋਏਗਾ, ਇਹ ਸਾਰੇ ਵਹਿਮ ਹੈ, ਇਹੋ ਜੀ ਗੱਲਾਂ ਕੋਈ ਨਹੀਂ ਹੁੰਦੀਆਂ। ਜੀ ਬਿਲਕੁਲ। ਤੇ ਜੋ ਕਪਲ ਹੁੰਦੇ ਨੇ ਨਾ, ਕਈ ਆਪਣੇ ਕਰੀਅਰ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਸੋਚਦੇ ਨੇ ਕਿ ਇਹ ਸਾਡਾ ਮੈਰਿਜ ਤੋਂ ਬਾਅਦ ਕਾਫੀ ਟਾਈਮ ਆਪਣਾ ਕਹਿੰਦੇ ਨੇ ਕਿ ਅਸੀਂ ਸੈਟਲ ਹੋ ਜਾਈਏ, ਫਾਈਨੈਂਸ਼ੀਅਲੀ ਸੈਟਲ ਹੋ ਜਾਈਏ, ਕਰੀਅਰ ਸਾਡਾ ਸਹੀ ਹੋ ਜਾਏ, ਕਿ ਉਹ ਗੈਪ ਪਾਉਣ ਨਾਲ ਵੀ ਇਹ ਪ੍ਰੋਬਲਮ ਵੱਧ ਜਾਂਦੀ ਹੈ। ਹਾਂ ਬਿਲਕੁਲ, ਦੇਖੋ ਜਿਹੜੀ ਬਾਂਝਪਨ ਦੀ ਸਮੱਸਿਆ ਜਿਵੇਂ ਜਿਵੇਂ ਏਜ ਵਧੇਗੀ ਉਹ ਜ਼ਿਆਦਾ ਹੋਈ ਜਾਏਗੀ, ਠੀਕ ਹੈ ਨਾ। ਸਪੋਜ਼ਿੰਗ ਇੱਕ ਹਸਬੈਂਡ ਵਾਈਫ ਮੈਰਿਡ ਹੈ, ਉਹਨਾਂ ਨੇ ਬਾਹਰ ਜਾਣਾ ਹੈ, ਸਪੋਜ਼ਿੰਗ ਉਹ ਬਾਹਰ ਜਾਣ ਦੀ ਪਲਾਨ ਕਰ ਰਹੇ ਆ, ਤੇ ਲੇਡੀ ਆਪਣੇ ਐਗ ਫਰੀਜ਼ ਕਰਾ ਕੇ ਜਾ ਸਕਦੀ ਹੈ। ਕੱਲ ਨੂੰ ਉਹਨੂੰ ਕੋਈ ਪ੍ਰੋਬਲਮ ਹੈ, ਘੱਟੋ ਘੱਟ ਉਹਦੇ ਐਗਸ ਤਾਂ ਫਰੀਜ਼ ਹੋਣ, ਜਾਂ ਹਸਬੈਂਡ ਆਪਣੇ ਸ਼ੁਕਰਾਣੂ ਨੂੰ ਫਰੀਜ਼ ਕਰਾ ਸਕਦਾ ਹੈ, ਠੀਕ ਹੈ ਨਾ। ਉਹ ਫਰੀਜ਼ ਕਰਕੇ ਰੱਖੇ ਜਾਂਦੇ ਆ, ਫਿਰ ਜਦ ਉਹਨਾਂ ਨੂੰ ਬੱਚੇ ਦੀ ਲੋੜ ਹੋਏਗੀ ਉਹ ਭਰੂਣ ਬਣਾ ਸਕਦੇ ਆ ਆਪਾਂ। ਜੀ ਜੀ ਜੀ। ਤੇ ਇਸੇ ਤਰੀਕੇ ਨਾਲ ਜਿਵੇਂ ਕਿ ਕਈ ਕਪਲ ਹੁੰਦੇ ਨੇ, ਹਸਬੈਂਡ ਜੋ ਬਾਹਰ ਜੌਬ ਕਰਦਾ ਤਾਂ ਉਸ ਦੇ ਵਿੱਚ ਵੀ ਇਸੇ ਤਰ੍ਹਾਂ ਆਪਾਂ ਉਹਨਾਂ ਦੇ ਸ਼ੁਕਰਾਣੂ ਜੋ ਹੈ ਫਰੀਜ਼ ਕਰ ਲੈਂਦੇ। ਬਿਲਕੁਲ ਬਿਲਕੁਲ, ਜੇ ਹਸਬੈਂਡ ਬਾਰ-ਬਾਰ, ਕਈ ਹਸਬੈਂਡਸ ਨੂੰ ਵੈਸੇ ਹੀ ਸੀਮਨ ਦੇਣ ਵਿੱਚ ਪ੍ਰੋਬਲਮ ਆਉਂਦੀ ਹੈ ਜਾਂ ਹਸਪੀਟਲ ਵਿੱਚ ਉਹ ਬਾਰ-ਬਾਰ ਸੀਮਨ ਨਹੀਂ ਦੇ ਸਕਦੇ, ਤੇ ਅਸੀਂ ਉਹਨਾਂ ਦਾ ਇੱਕ ਸੀਮਨ ਸੈਂਪਲ ਲੈ ਕੇ ਫਰੀਜ਼ ਕਰਕੇ ਰੱਖ ਸਕਦੇ ਆ, ਠੀਕ ਹੈ। ਜਾਂ ਹਸਬੈਂਡ ਬਾਹਰ ਰਹਿੰਦਾ ਹੈ, ਉਹ ਇੱਕੋ ਵਾਰ ਆਇਆ ਆਪਣਾ ਵੀਰਜ ਦੇ ਕੇ ਚਲੇ ਗਏ ਬਾਹਰ, ਜਾਂ ਹਸਬੈਂਡ ਆਰਮੀ ਵਿੱਚ ਪੋਸਟਡ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਉਹ ਜੌਬ ਕਰ ਰਹੇ ਆ, ਹਸਬੈਂਡ ਬਾਰ-ਬਾਰ ਨਹੀਂ ਆ ਸਕਦੇ ਸੀਮਨ ਸੈਂਪਲ ਵਾਸਤੇ ਜਾਂ ਜਰਕਦੇ ਆ ਸੀਮਨ ਸੈਂਪਲ ਦੇਣ ਵਾਸਤੇ, ਤਾਂ ਉਹ ਵੀਰਜ ਲੈ ਕੇ ਫਰੀਜ਼ ਕੀਤਾ ਜਾ ਸਕਦਾ। ਤੇ ਇਹ ਜਿਹੜਾ ਸੈਂਪਲ ਹੈ ਅਣਗਿਣਤ ਟਾਈਮ ਵਾਸਤੇ ਫਰੀਜ਼ ਕੀਤਾ ਜਾਂਦਾ ਹੈ, ਮਤਲਬ ਕਿ ਕੋਈ ਟਾਈਮ ਪੀਰੀਅਡ ਨਹੀਂ ਹੈ ਕਿ 1 ਸਾਲ ਬਾਅਦ ਖਰਾਬ ਹੋ ਜਾਏਗਾ ਜਾਂ 2 ਸਾਲ ਬਾਅਦ ਹੋ ਜਾਏਗਾ, ਉਹ ਅਸੀਂ ਜਦ ਤੱਕ ਚਾਹੀਏ ਅਸੀਂ ਉਹਨੂੰ ਫਰੀਜ਼ ਕਰਕੇ ਰੱਖ ਸਕਦੇ ਹਾਂ। ਲਾਈਕ ਅਗਰ ਫਸਟ ਟਾਈਮ ਬੇਬੀ ਹੋਗਾ, ਅਗਰ ਸੈਕਿੰਡ ਟਾਈਮ ਵੀ ਉਹਨਾਂ ਨੂੰ ਚਾਹੁੰਦੇ ਨੇ ਤਾਂ ਉਸੇ ਬਿਲਕੁਲ। ਕਈ ਵਾਰ ਪੇਸ਼ੈਂਟ ਆਈਵੀਐਫ ਕਰਾਉਂਦਾ ਹੈ, ਦੇਖੋ ਉਹਦੇ ਸਪੇਅਰ ਐਮਬ੍ਰੀਓਜ਼ ਹੈ, ਜਿਹੜੇ ਸਪੇਅਰ ਬੱਚੇ ਆ ਉਹ ਬਚੇ ਹੋਏ ਆ, ਸਪੋਜ਼ਿੰਗ ਉਹਦੀ ਫਸਟ ਟਾਈਮ ਪ੍ਰੈਗਨੈਂਸੀ ਹੋ ਗਿਆ, ਹੁਣ ਉਹ ਸੈਕਿੰਡ ਬੇਬੀ ਲੈਣਾ ਚਾਹੁੰਦਾ ਹੈ, ਉਹਨੂੰ ਆਈਵੀਐਫ ਦੀ ਦੁਬਾਰਾ ਲੋੜ ਹੀ ਨਹੀਂ ਪਏਗੀ, ਉਹਦੇ ਫਰੋਜ਼ਨ ਪਏ ਹੈ ਬੱਚੇ ਦੇ, ਠੀਕ ਹੈ ਨਾ। ਸਿਰਫ ਆਪਾਂ ਨੂੰ ਥੌ ਕਰਨੇ ਆ ਤੇ ਬੱਚੇਦਾਨੀ ਵਿੱਚ ਪਾਣੇ ਆ। ਜੀ ਵਾਕਈ ਬਿਲਕੁਲ। ਤੇ ਇਸ ਤਰ੍ਹਾਂ ਦੀ ਟੈਕਨੀਕਸ ਦਾ ਫਾਇਦਾ ਅਸੀਂ ਤਾਂ ਹੀ ਚੱਕ ਸਕਾਂਗੇ ਜੇ ਅਸੀਂ ਕਿਸੇ ਅੱਛੇ ਮਾਹਿਰ ਡਾਕਟਰ ਤੋਂ ਸਲਾਹ ਲਵਾਂਗੇ, ਤਾਂ ਕਿ ਇੱਕ ਵਾਰੀ ਤੁਸੀਂ ਜੋ ਸ਼ੁਰੂਆਤ ਕੀਤੀ ਉਸ ਦੇ ਨਾਲ ਅੱਗੋਂ ਲੌਂਗ ਟਰਮ ਵੀ ਤੁਹਾਨੂੰ ਰਿਜ਼ਲਟਸ ਮਿਲਦੇ ਰਹਿਣ। ਤੇ ਇੱਥੇ ਮੈਂ ਇਹ ਜਾਣਨਾ ਚਾਹਾਂਗੀ ਕਿ ਲਾਈਕ ਤੁਸੀਂ ਕਿਹਾ ਕਿ ਅਸੀਂ ਅੰਡਿਆਂ ਨੂੰ ਵੀ ਫਰੀਜ਼ ਕਰ ਲੈਂਦੇ ਹਾਂ, ਸ਼ੁਕਰਾਣੂ ਨੂੰ ਵੀ ਫਰੀਜ਼ ਕਰ ਲਿਆ, ਤੇ ਕੀ ਉਹਨਾਂ ਦੀ ਜੋ ਆਪਾਂ ਕਵਾਂਗੇ ਕਿ ਉਹਨਾਂ ਦੀ ਜੋ ਅੱਛੀ ਚੀਜ਼ ਹੁੰਦੀ ਹੈ ਉਹ ਬਰਕਰਾਰ ਰਹਿੰਦੀ ਹੈ ਨਾ ਲੌਂਗ ਟਰਮ ਆਪਾਂ ਫਰੀਜ਼ ਕਰਦੇ ਹਾਂ? ਹਾਂ ਬਿਲਕੁਲ, ਤੁਸੀਂ ਬਹੁਤ ਸਹੀ ਕੁਐਸਚਨ ਪੁੱਛਿਆ ਹੈ। ਮੇਰੇ ਕੋਲ ਬਹੁਤ ਪੇਸ਼ੈਂਟਸ ਵੀ ਪੁੱਛਦੇ ਆ ਕਿ ਆਪਾਂ ਫਰੋਜ਼ਨ ਕਰਾ ਰਹੇ ਆ ਸਾਈਕਲ, ਕੀ ਸਕਸੈਸ ਰੇਟ ਘੱਟ ਹੋਏਗਾ? ਨਹੀਂ, ਬਿਲਕੁਲ ਨਹੀਂ। ਅੱਜ ਕੱਲ ਜਿਹੜੀ ਟੈਕਨੀਕਸ ਆਂਦੀ ਹੈ ਜਿਹਨੂੰ ਆਪਾਂ ਵਿਟਰੀਫਿਕੇਸ਼ਨ ਟੈਕਨੀਕ ਕਹਿੰਦੇ ਆ, ਉਹਦੇ ਨਾਲ कोई फर्क नहीं है, चाहे फ्रोजन साइकिल है चाहे फ्रेश साइकिल है, मतलब कि चाहे फ्रेश पेशेंट अपने एग्स नाल कराया, बल्कि फ्रोजन साइकिल का कई बार रिजल्ट ज्यादा मन्निया जाता है क्योंकि वो नैचुरल तरीके का साइकिल होता है, मतलब कोई एक्सट्रा इंजैक्शंस नहीं लग रहे पेशेंट नूं, कोई एक्सट्रा हार्मोन्स नहीं दिते जा रहे, ते ओहदे नाल कई बार सक्सेस रेट ज्यादा ही हुंदा है। आ बिल्कुल गलत धारणा है कि फ्रोजन साइकिल कराणगे तो ओहदा सक्सेस रेट घट होएगा। आफ्टर ऑल देखो तुसी एग बैंक तो अंडे भी तो लेने ही हो ना, तुसी फ्रेश तो ले नहीं सकते क्योंकि आजकल इन्नी बीमारियां HIV है, एड्स है, HBsAg है, कोई भी वायरल डिजीजेस होंदी है, सारी ट्रांसमिट होंदी है ना, तो इहदे वास्ते फ्रोजन एग्स लेने बहुत जरूरी है क्योंकि लेडी टेस्टेड तो होए ना घट्टो घट कि जिस लेडी दे तुसी एग्स ले रहे हो वो कोई बीमारी तो नहीं तुहानू मिल रही ओहदे विचों, तो ठीक है। ए फ्रोजन दा कोई सक्सेस रेट दे विच बिल्कुल फर्क नहीं पैंदा, बिल्कुल नॉर्मल है, एब्सोल्युटली नॉर्मल जी। ते ਆਪਾਂ ਹੋਰ ਕਈ ਕੁਐਸਚਨਸ ਹੈ ਜੋ ਆਪਾਂ ਤੁਹਾਡੇ ਤੋਂ ਪੁੱਛਣੇ, ਲੇਕਿਨ ਫਿਲਹਾਲ ਇੱਕ ਹੋਰ ਕਾਲਰ ਜੋ ਹੈ ਸਾਡੇ ਲਾਈਨ ਤੇ ਜੁੜ ਚੁੱਕੇ ਨੇ। ਹੈਲੋ ਹੈਲੋ, ਹਾਂਜੀ ਕੀ ਨਾਮ ਹੈ ਜੀ ਤੁਹਾਡਾ? ਹਾਂਜੀ ਮੇਰਾ ਨਾਮ तो बरखा है। ਹਾਂਜੀ ਕਿਹੜੀ जगह तो बोल रहे हो? मैं मेरठ से हूँ मैडम। ओके, क्या परेशानी है आपकी? मैडम मेरे को नहीं है, मेरी जो नंद है ना उनके लिए पूछना था मेरे को। जी पूछिए। उनके ना बच्चे नहीं है और शादी को 15 साल हो गए जी। वो इतना टाइम निकाल दिया, क्या नुक्स बताया? नहीं नहीं, मैं भी उनकी जो सिचुएशन है वो बताती हूँ। उनका ना ट्यूब ब्लॉक है, तो उन्होंने 2 बार बेबी टेस्ट ट्यूब भी करा लिया है, तो उनका वो मिसकैरेज हो जाता है दोनों बार।
मिसकैरेज हो रहा है। क्यों मिसकैरेज हो रहा है वो चेकअप कराया कि क्यों हुआ है मिसकैरेज? दोनों बार किस टाइम पे खराब हुआ उनके बच्चा? ये तो मैडम मेरे को इतना नहीं मालूम, पर उनका बोल कोई मैडम मतलब वो बोल रही थी, मेरी नंद बोल रही थी कि बच्चेदानी छोटी है ऐसे बता रही थी, तो मैंने इतना तो उनसे पूछा नहीं। वो बस यही बोल रही थी कि 2 बार हो गया, और कराया भी उन्होंने वहीं था, मेरठ में ही कराया था बेबी टेस्ट ट्यूब। हाँ, तो इसका मतलब उनको टेस्ट ट्यूब बेबी से ऊपर की टेक्निक से लेनी चाहिए। अगर बच्चेदानी कमजोर है, बच्चा नहीं पकड़ रही, तो एक्स्ट्रा हार्मोनल सपोर्ट देनी चाहिए ताकि बच्चेदानी जो है बच्चा पकड़ ले, ठीक है ना। और अबॉर्शन के और कई रीजंस जो है वो ढूंढने चाहिए कि क्यों हो रहे हैं, कोई वायरल इन्फेक्शन तो नहीं, जिनको हम टॉर्च टेस्ट बोलते हैं, या जो भ्रूण बन रहा है वो जेनेटिकली नॉर्मल बन रहा है, एम्ब्रियो मतलब जो उन्होंने रखवाया उनके एम्ब्रियो नॉर्मल बन रहे हैं, एबनॉर्मल तो नहीं बन रहे। ये सारी जांच करवा के फिर वो आगे अपना इलाज करवाएं। जी अच्छा, मतलब हो सकते हैं उनको, जैसे वो अभी हाँ, बता हो सकता है उनको डॉक्टर ने बोल दिया कि उनकी ट्यूब ना ब्लॉक है, दोनों ब्लॉक है। तो फिर पहले भी तो टेस्ट ट्यूब वो भी कराया ट्यूबल ब्लॉक के कारण, तो अब तीसरी बार क्यों नहीं करा सकती? वो बिल्कुल करा सकती है। अगर उनका सारे हार्मोन्स नॉर्मल है और सब कुछ नॉर्मल है तो क्यों नहीं करा सकती? वो करा सकती है बिल्कुल। ਤੇ ਜਿਵੇਂ ਕਿ ਇਹਨਾਂ ਨੇ ਗੱਲ ਕੀਤੀ ਕਿ ਟੈਸਟ ਟੂ ਬੇਬੀ ਨਾਲ ਹੀ ਕਰਵਾਇਆ ਲੇਕਿਨ 2 ਵਾਰ ਅਬੋਰਸ਼ਨ ਹੋ ਗਿਆ, ਤਾਂ ਕਿੰਨੇ ਚਾਂਸ ਜੋ ਹੈ ਇਸੇ ਟੈਕਨੀਕ ਦੇ ਦੇਖੋ ਜਦ ਤੱਕ ਇੱਕ ਲੇਡੀ ਦੇ ਅੰਡੇ ਠੀਕ ਬਣਦੇ ਹੈ ਤੇ ਉਹ ਚਾਂਸ ਲੈ ਸਕਦੇ ਆ। ਉਹ ਜੀ ਕੋਈ ਪਾਬੰਦੀ ਨਹੀਂ ਹੁੰਦੀ ਕਿ ਤੁਸੀਂ ਇੱਕ ਵਾਰ ਟੈਸਟ ਟਿਊਬ ਬੇਬੀ ਕਰਾ ਲਿਆ ਤਾਂ ਤੁਸੀਂ ਦੁਬਾਰਾ ਨਹੀਂ ਕਰਾ ਸਕਦੇ, ਤੁਸੀਂ ਦੁਬਾਰਾ ਵੀ ਕਰਾ ਸਕਦੇ ਹੋ। ਪਰ ਜ਼ਰੂਰ ਲੱਭਣਾ ਚਾਹੀਦਾ ਕਿ ਫਸਟ ਟਾਈਮ ਕਿਉਂ ਫੇਲ ਹੋ ਗਿਆ, ਤਾਂ ਕਿ ਆਪਾਂ ਸੈਕੰਡ ਟਾਈਮ ਉਹ ਪ੍ਰੋਬਲਮ ਨਾ ਆਉਣ ਦਈਏ। ਬਿਲਕੁਲ ਬਿਲਕੁਲ। ਤੇ ਹੁਣੇ ਤੁਸੀਂ ਗੱਲ ਕਰ ਰਹੇ ਸੀ ਨਾਲੇ ਟਾਰਚ ਟੈਸਟ ਬਾਰੇ, ਇਹ ਕਿਸ ਚੀਜ਼ ਦਾ ਟੈਸਟ? ਦੇਖੋ ਰਿਪੀਟਡ ਅਬੋਰਸ਼ਨਸ ਵਾਸਤੇ ਕੀਤਾ ਜਾਂਦਾ ਹੈ, ਕੋਈ ਟੌਕਸੋਪਲਾਜ਼ਮਾ ਵਗੈਰਾ, ਕੋਈ ਕਿਸੇ ਵੀ ਤਰ੍ਹਾਂ ਦੀ ਕੁਝ ਵਾਇਰਲ ਇਨਫੈਕਸ਼ਨਸ ਹੁੰਦੀਆਂ ਜਿਹਦੇ ਕਾਰਨ ਇੱਕ ਲੇਡੀ ਨੂੰ ਜਦੋਂ ਪ੍ਰੈਗਨੈਂਸੀ ਹੁੰਦੀ ਹੈ ਤਾਂ ਅਬੋਰਟ ਹੋ ਜਾਂਦੀ ਹੈ। ਤੇ ਇਹਨਾਂ ਦੇ ਆ ਟੈਸਟ ਹੋਣੇ ਬਹੁਤ ਜ਼ਰੂਰੀ ਸੀ ਕਿ ਮਤਲਬ ਕਿਉਂ ਨਹੀਂ, ਕਿ ਉਹ ਪ੍ਰੋਬਲਮ ਤਾਂ ਨਹੀਂ ਹੈ। ਇੱਕ ਸਿੰਪਲ ਬਲੱਡ ਟੈਸਟ ਹੁੰਦਾ ਉਹਦੇ ਵਿੱਚ ਪਤਾ ਲੱਗ ਜਾਂਦਾ ਹੈ। ਜੀ ਜੀ ਜੀ, ਜਿਵੇਂ ਕਿ ਇਹ ਗੱਲ ਕਰ ਰਹੇ ਸੀ ਕਿ ਬਾਰ-ਬਾਰ ਟੈਸਟ ਟੂ ਬੇਬੀ ਜ਼ਰੀਏ ਹੀ ਕਨਸੀਵ ਕਰਵਾ ਰਹੇ ਸੀ ਲੇਕਿਨ ਬਾਰ-ਬਾਰ ਅਬੋਰਸ਼ਨ ਹੋ ਰਿਹਾ ਸੀ, ਤੇ ਰੀਜ਼ਨ ਪਤਾ ਨਾ ਹੋਣ ਕਰਕੇ ਸ਼ਾਇਦ ਉਹਨਾਂ ਨੇ ਆਪਣਾ ਕੰਟੀਨਿਊ ਵੀ ਨਹੀਂ ਕੀਤਾ ਟ੍ਰੀਟਮੈਂਟ। ਹਾਂ ਬਿਲਕੁਲ, ਮੈਂ ਹਮੇਸ਼ਾ ਕਹਾਂਗੀ ਕਿ ਕਦੇ ਵੀ ਤੁਸੀਂ ਹਤਾਸ਼ ਹੋ ਕੇ ਨਾ ਬੈਠੋ ਘਰੇ ਕਿ ਤੁਸੀਂ ਇੱਕ ਵਾਰ ਕਰਾ ਲਿਆ ਚਲੋ ਹੋਣਾ ਹੀ ਨਹੀਂ, ਸਾਡੀ ਕਿਸਮਤ, ਇਹੋ ਜੀ ਕੋਈ ਗੱਲ ਨਹੀਂ ਹੈ। ਟੈਸਟ ਟਿਊਬ ਬੇਬੀ ਹੋ ਸਕਦਾ ਸਕਸੈਸਫੁਲ, ਬਿਲਕੁਲ ਪੇਸ਼ੈਂਟ ਲੈ ਕੇ ਜਾਂਦੇ ਆ ਬੱਚੇ ਜੀ। ਤੇ ਜਿਨ੍ਹਾਂ ਦਾ ਕਿ ਟੈਸਟ ਟਿਊਬ ਦੇ ਜ਼ਰੀਏ ਨਹੀਂ ਪ੍ਰੈਗਨੈਂਸੀ ਹੋ ਪਾ ਰਹੀ ਤਾਂ ਉਹਨਾਂ ਨੂੰ ਅੱਗੋਂ ਕਿਹੜਾ ਮਤਲਬ ਫਰਦਰ ਸਟੈਪ ਕੀ ਲੈਣਾ ਚਾਹੀਦਾ ਹੈ? ਮੈਂ ਤੁਹਾਨੂੰ ਦੱਸਿਆ ਮਤਲਬ ਕਿ ਉਹਨਾਂ ਨੂੰ ਹੋਰ ਵੱਡੇ ਇਲਾਜ ਕਰਾਣੇ ਚਾਹੀਦੇ ਕਿਉਂਕਿ ਅੱਜ ਕੱਲ੍ਹ ਇਹ ਇਲਾਜ ਅਵੇਲੇਬਲ ਹੈ, ਇੰਡੀਆ ਵਿੱਚ ਅਵੇਲੇਬਲ ਹੈ, ਪੰਜਾਬ ਵਿੱਚ ਅਵੇਲੇਬਲ ਹੈ। ਸਿਰਫ ਪੇਸ਼ੈਂਟ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ, ਪ੍ਰੋਪਰ ਕਾਉਂਸਲਿੰਗ ਦੀ ਲੋੜ ਹੈ, ਪੇਸ਼ੈਂਟ ਨੂੰ ਮੋਰਲ ਸਪੋਰਟ, ਠੀਕ ਹੈ, ਉਹ ਸਾਰਾ ਮਿਲਣਾ ਚਾਹੀਦਾ ਤਾਂ ਕਿ ਕਨਸੀਵ ਹੋ ਜਾਏ। ਹਾਂਜੀ, ਜਿਵੇਂ ਕਿ ਸਾਡੇ ਹੁਣੇ ਕਾਲਰ ਸੀ, ਇਹਨਾਂ ਨੇ ਗੱਲ ਕੀਤੀ ਸੀ ਕਿ 2 ਵਾਰ ਟੈਸਟ ਟੂ ਬੇਬੀ ਦੇ ਜ਼ਰੀਏ ਇਹਨਾਂ ਨੇ ਕੋਸ਼ਿਸ਼ ਕੀਤੀ ਲੇਕਿਨ ਉਸ ਤੋਂ ਬਾਅਦ ਸ਼ਾਇਦ ਇਹਨਾਂ ਨੇ ਹਿੰਮਤ ਹੀ ਛੱਡ ਦਿੱਤੀ ਕਿ 15 ਸਾਲ ਹੋ ਚੁੱਕੇ ਸੀ ਮੈਰਿਜ ਦੇ। ਸੋ ਬਹੁਤ ਜ਼ਰੂਰੀ ਹੈ ਕਿ ਅਗਰ ਤੁਹਾਨੂੰ ਖੁਦ ਪਤਾ ਹੈ ਕਿ ਇੰਨਾ ਟਾਈਮ ਹੋ ਚੁੱਕਿਆ ਹੈ ਔਰ ਤੁਸੀਂ ਚਾਹੁੰਦੇ ਹੋ ਕਿ ਜਲਦੀ ਤੋਂ ਜਲਦੀ ਇਸ ਤੋਂ ਸਮੱਸਿਆ ਤੋਂ ਜੋ ਅਸੀਂ ਦੂਰ ਹੋਈਏ ਤੇ ਇੱਕ ਅਸਲੀ ਰਿਜ਼ਲਟ ਵੱਲ ਪਹੁੰਚੀਏ, ਤਾਂ ਬਹੁਤ ਜ਼ਰੂਰੀ ਹੈ ਇੱਕ ਅੱਛੇ ਡਾਕਟਰ ਕੋਲ ਜਾਓ ਤਾਂ ਕਿ ਸਮਾਂ ਰਹਿੰਦਿਆਂ ਉਹ ਤੁਹਾਡੀ ਪ੍ਰੋਬਲਮ ਨੂੰ ਪਕੜ ਸਕੇ। ਇਹ ਜ਼ਰੂਰੀ ਨਹੀਂ ਕਿ ਉਹ ਅਲੱਗ-ਅਲੱਗ ਤਰ੍ਹਾਂ ਦੇ ਇਲਾਜ ਕਰ ਰਹੇ ਨੇ ਲੇਕਿਨ ਰਿਜ਼ਲਟ ਨਹੀਂ ਆ ਰਿਹਾ। ਸੋ ਕਾਬਿਲ ਡਾਕਟਰ ਉਹੀ ਮੰਨਿਆ ਜਾਏਗਾ ਜੋ ਜੜ ਤੱਕ ਪਹੁੰਚ ਰਿਹਾ ਔਰ ਸਮਝ ਰਿਹਾ ਕਿ ਪਰੇਸ਼ਾਨੀ ਕਿੱਥੇ ਹੈ ਤੇ ਉਸੇ ਦਾ ਹੀ ਰਿਜ਼ਲਟ ਕਰਕੇ ਅੱਗੋਂ ਤੁਹਾਨੂੰ ਅੱਛੇ ਰਿਜ਼ਲਟਸ ਆਉਣ ਤੇ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰ ਸਕਣ। ਬਿਲਕੁਲ ਜੀ। ਤੇ ਇਸ ਦੇ ਇਲਾਵਾ ਹੋਰ ਮੈਂ ਜਾਣਨਾ ਚਾਹਾਂਗੀ ਤੁਹਾਡੇ ਤੋਂ ਕਿ ਜੋ ਕਪਲਸ ਨੇ ਜੋ ਇਸ ਪਰੇਸ਼ਾਨੀ ਨਾਲ ਜੂਝ ਰਹੇ ਨੇ, ਜੋ ਬਾਚਪਨ ਦੀ ਸਮੱਸਿਆ ਤੋਂ ਪਰੇਸ਼ਾਨ ਨੇ, ਉਹਨਾਂ ਨੂੰ ਕਿਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ? ਦੇਖੋ ਸਭ ਤੋਂ ਪਹਿਲਾਂ ਤਾਂ ਇੱਕ ਹੈਲਦੀ ਲਾਈਫਸਟਾਈਲ ਹੋਣਾ ਬਹੁਤ ਜ਼ਰੂਰੀ ਹੈ। ਜਦ ਤੱਕ ਇੱਕ ਪੇਸ਼ੈਂਟ ਹੈਲਦੀ ਲਾਈਫਸਟਾਈਲ ਨਹੀਂ ਬਤਾਏਗਾ ਉਹਨੂੰ ਹੋਰ ਸਮੱਸਿਆ ਆਈ ਜਾਏਗੀ। ਹਸਬੈਂਡ ਅਗਰ ਡਰਿੰਕਿੰਗ ਕਰ ਰਿਹਾ, ਉਹਦਾ ਵਜਨ ਵੱਧ ਰਿਹਾ, ਵਾਈਫ ਘਰੇ ਬੈਠੀ ਹੈ, ਕੋਈ ਕੰਮ ਨਹੀਂ ਕਰ ਰਹੀ, ਡਿਪਰੈਸ਼ਨ ਹੋ ਰਿਹਾ, ਤੇ ਉਹਨਾਂ ਨੂੰ ਇਸ ਚੀਜ਼ ਤੋਂ ਬਾਹਰ ਨਿਕਲਣਾ ਪਏਗਾ, ਠੀਕ ਹੈ। ਐਕਸਰਸਾਈਜ਼ ਦਾ ਬਹੁਤ ਵੱਡਾ ਰੋਲ ਹੈ, ਹੈਲਦੀ ਫੂਡ ਦਾ ਬਹੁਤ ਰੋਲ ਹੈ, ਤਲੀ ਹੋਈ ਚੀਜ਼ਾਂ ਘੱਟ ਕਰਨੀਆਂ ਚਾਹੀਦੀਆਂ, weight ਘਟਾਉਣਾ ਚਾਹੀਦਾ ਹੈ, ਪਲੱਸ ਇੱਕ ਸਟ੍ਰੈਸ ਫ੍ਰੀ ਮਾਹੌਲ ਹੋਣਾ ਬਹੁਤ ਜ਼ਰੂਰੀ ਹੈ। ਪੇਸ਼ੈਂਟ ਨੂੰ ਪ੍ਰੋਪਰ ਕਾਉਂਸਲਿੰਗ ਲੈਣੀ ਚਾਹੀਦੀ ਹੈ। ਸਟ੍ਰੈਸ ਰਿਲੀਵ ਕਰਨ ਵਾਸਤੇ ਕੋਈ ਵੀ ਕੰਮ ਕਰੇ ਪਰ ਉਹ ਸਟ੍ਰੈਸ ਨਹੀਂ ਹੋਣਾ ਚਾਹੀਦਾ। ਬਿਲਕੁਲ ਬਿਲਕੁਲ ਸਹੀ ਕਿਹਾ। ਮਤਲਬ ਮੈਂ ਹਮੇਸ਼ਾ ਹਰ ਟੈਸਟ ਟਿਊਬ ਬੇਬੀ ਕਰਨ ਤੋਂ ਬਾਅਦ ਪੇਸ਼ੈਂਟ ਨੂੰ ਸਲਾਹ ਦਿੰਦੀ ਹਾਂ ਕਿ ਤੁਸੀਂ ਹੁਣ ਤੁਹਾਡਾ ਕੰਮ ਹੋ ਗਿਆ, ਹੁਣ ਤੁਸੀਂ ਰੱਬ ਨੂੰ ਯਾਦ ਕਰੋ, ਸਟ੍ਰੈਸ ਦੂਰ ਕਰੋ, ਮਤਲਬ ਉਹਦੇ ਬਾਰੇ ਨਾ ਜ਼ਿਆਦਾ ਸੋਚੋ। ਜਿੰਨਾ ਸੋਚੋਗੇ ਉਹ ਕੰਮ ਹੋਰ ਖਰਾਬ ਹੁੰਦਾ ਹੈ, ਬੋਡੀ ਵਿੱਚ ਹੋਰ ਹਾਰਮੋਨਸ ਪ੍ਰੋਡਿਊਸ ਹੁੰਦੇ ਆ ਜਿਹੜੇ ਕਿ ਪ੍ਰੈਗਨੈਂਸੀ ਨਹੀਂ ਹੁੰਦੇ ਨੇ। ਯਾਨੀ ਇੱਕ ਚੰਗਾ एनवायरमेंट ਹੋਣਾ ਵੀ ਬਹੁਤ ਜ਼ਰੂਰੀ ਹੈ ਜੀ। ਤੇ ਕਈ ਵਾਰੀ ਕੀ ਹੁੰਦਾ ਕਿ ਫਸਟ ਜੋ ਪ੍ਰੈਗਨੈਂਸੀ ਹੈ ਨਾਰਮਲ ਹੋਈ ਹੁੰਦੀ ਹੈ ਕਿ ਉਸ ਤੋਂ ਬਾਅਦ ਵੀ ਇਹ ਪ੍ਰੋਬਲਮ ਵੱਧ ਜਾਂਦੀ ਲੇਕਿਨ ਜੋ ਕਪਲਸ ਹੈ ਉਸ ਚੀਜ਼ ਵੱਲ ਧਿਆਨ ਨਹੀਂ ਦਿੰਦੇ। ਬਿਲਕੁਲ, ਦੇਖੋ ਬਾਂਝਪਨ ਦੀ ਸਮੱਸਿਆ ਤਾਂ ਕਦੇ ਵੀ ਆ ਸਕਦੀ ਹੈ। ਹੋ ਸਕਦਾ ਇੱਕ ਕਪਲ ਨੂੰ ਪ੍ਰੈਗਨੈਂਸੀ ਨਾਰਮਲ ਹੋ ਜਾਏ ਪਰ ਉਹ ਵੇਟ ਕਰੀ ਜਾਣ ਕਿ ਹੋ ਜਾਏਗਾ ਆਪਣੇ, ਜਾਂ 2 ਸਾਲ 3 ਸਾਲ ਬੀਤ ਗਏ ਬੱਚਾ ਨਹੀਂ ਹੋ ਰਿਹਾ, ਤਾਂ ਹੋ ਸਕਦਾ ਉਹਨਾਂ ਨੂੰ ਕੋਈ ਨਾ ਕੋਈ ਸਮੱਸਿਆ ਜਿਹੜੀ ਆ ਗਈ, ਕਿਉਂਕਿ ਬਾਂਝਪਨ ਦੀ ਪ੍ਰੋਬਲਮ ਪਹਿਲੇ ਬੇਬੀ ਵਿੱਚ ਵੀ ਆ ਸਕਦੀ ਹੈ,
ਹੈ, ਦੂਜੇ ਵਾਰ ਵੀ ਆ ਸਕਦੀ ਹੈ, ਤੇ ਉਹਨਾਂ ਨੂੰ ਵੇਟ ਨਹੀਂ ਕਰਨੀ ਚਾਹੀਦੀ, ਉਹਨਾਂ ਨੂੰ ਵੀ ਟ੍ਰੀਟਮੈਂਟ ਦੀ ਲੋੜ ਹੈ। ਆਣੀ ਕਿ ਇੱਕ ਵਾਰ ਹੋ ਗਿਆ ਨਾਰਮਲ ਤਾਂ ਦੂਜੀ ਵਾਰ ਵੀ ਹੋ ਜਾਏਗਾ। ਜੀ ਜੀ ਬਿਲਕੁਲ, ਸਮੱਸਿਆ ਆ ਸਕਦੀ ਹੈ। ਜੀ ਬਿਲਕੁਲ। ਤੇ ਇਸ ਟ੍ਰੀਟਮੈਂਟ ਦੇ ਵਿੱਚ ਕੀ ਕਾਉਂਸਲਿੰਗ ਦੇ ਜ਼ਰੀਏ ਉਹਨਾਂ ਦੇ ਪਰਿਵਾਰ ਨੂੰ ਵੀ ਜੋੜਿਆ ਜਾਂਦਾ ਨਾਲ ਕਿ ਉਹਨਾਂ ਨੂੰ ਬਿਲਕੁਲ, ਕਿਉਂਕਿ ਇੰਡੀਅਨ ਸੋਸਾਇਟੀ ਵਿੱਚ ਸਾਰੀ ਜੁਆਇੰਟ ਫੈਮਿਲੀਜ਼ ਹੈ, ਸਾਰੇ ਪਰਿਵਾਰ ਇਕੱਠੇ ਹੋ ਕੇ ਰਹਿੰਦੇ ਆ, ਠੀਕ ਹੈ, ਤੇ ਹਸਬੈਂਡ ਵਾਈਫ ਨੂੰ ਹਮੇਸ਼ਾ ਅਸੀਂ ਐਡਵਾਈਸ ਕਰਦੇ ਆ ਕਿ ਵੱਡੇ ਬਜ਼ੁਰਗ ਨਾਲ ਲੈ ਕੇ ਆਓ ਆਪਣੇ, ਠੀਕ ਹੈ, ਤਾਂ ਕਿ ਆਪਾਂ ਟ੍ਰੀਟਮੈਂਟ ਐਕਸਪਲੇਨ ਕਰੀਏ। हेयर कम्स द रोल्स ऑफ काउंसलिंग, मतलब कि तुसी सारा कुछ समझाओ उन्हां नूं, ठीक है, क्योंकि पेशेंट दे जेड़े पेरेंट्स है उन्हां नूं भी पता लगना चाहिए कि यह इलाज हो रहा है ते इहदे नाल आ कुछ होएगा पेशेंट नूं। जी 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 बिल्कुल। ते पेशेंट दे जेड़े अटेंडेंट्स है उन्हां नूं भी बहुत सपोर्टिंग होना चाहिए, मतलब ताने मारन नाल तां कोई प्रेगनेंसी नहीं ना होएगी, लेडी नूं अगर ताने ही मारी जाओ तो की फायदा होएगा, ठीक है ना। ਇਹ ਤਾਂ ਸਾਰਾ ਜੁਆਇੰਟ ਐਫਰਟ ਹੁੰਦਾ ਹੈ, ਪੇਸ਼ੈਂਟ ਦਾ, ਡਾਕਟਰ ਦਾ, ਅਟੈਂਡੈਂਟਸ ਦਾ। ਜੀ 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 ਬਿਲਕੁਲ। ਸੋ ਇਹੀ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਸਪੋਰਟ ਕਰਨਾ ਚਾਹੀਦਾ ਹੈ ਜੇ ਜੋੜਿਆਂ ਨੂੰ, ਬਜਾਏ ਕਿ ਉਹਨਾਂ ਨੂੰ ਤਾਨੇ ਮਾਰਨ ਦੇ, ਉਹਨਾਂ ਨੂੰ ਇੱਕ ਅਜਿਹਾ ਜਿਹਾ এনवायरमेंट ਦਿਓ ਕਿ ਅਗਰ ਉਹ ਟ੍ਰੀਟਮੈਂਟ ਲੈ ਰਹੇ ਨੇ ਤਾਂ ਤੁਹਾਡੇ ਵੱਲੋਂ ਦਿੱਤਾ ਹੋਇਆ এনवायरमेंट ਉਹਨਾਂ ਨੂੰ ਇੰਨਾ ਕੁ ਬੈਨੀਫੀਸ਼ੀਅਲ ਰਵੇ, ਇੰਨਾ ਕੁ ਵਧੀਆ ਰਵੇ ਕਿ ਤੁਹਾਡਾ ਪਰਿਵਾਰ ਜੋ ਹੈ ਤੁਹਾਡੇ ਵਿਹੜੇ ਵਿੱਚ ਖੁਸ਼ੀਆਂ ਜ਼ਰੂਰ ਸੱਜ ਜਾਣ। ਤੇ ਇੱਕ ਹੋਰ ਇਸ ਚੀਜ਼ ਟ੍ਰੀਟਮੈਂਟ ਬਾਰੇ ਜਾਣਨਾ ਚਾਹਾਂਗੀ ਕਿ ਲੋਕਾਂ ਵਿੱਚ ਇੱਕ ਇਹ ਵੀ ਧਾਰਨਾ ਬੜੀ ਰਹਿੰਦੀ ਹੈ ਕਿ ਸ਼ਾਇਦ ਅਸੀਂ ਇਹ ਟ੍ਰੀਟਮੈਂਟ ਕਰਾਵਾਂਗੇ ਤਾਂ ਬਹੁਤ ਹੀ ਪੇਨਫੁਲ ਰਹਿਣ ਵਾਲਾ ਹੈ ਟ੍ਰੀਟਮੈਂਟ। ਨਹੀਂ, ਬਿਲਕੁਲ ਟੈਸਟ ਟਿਊਬ ਬੇਬੀ ਕੋਈ ਪੇਨਫੁਲ ਪ੍ਰੋਸੀਜਰ ਨਹੀਂ ਹੈ। ਪੇਸ਼ੈਂਟ ਨੂੰ ਇੰਜੈਕਸ਼ਨਸ ਲੱਗਦੇ ਆ, ਠੀਕ ਹੈ, ਤੇ ਜਦ ਅਸੀਂ ਐਗਸ ਕੱਢਦੇ ਆ ਪੇਸ਼ੈਂਟ ਦੇ, ਉਹ ਅਲਟਰਾਸਾਊਂਡ ਦੇ ਜ਼ਰੀਏ ਕੱਢੇ ਜਾਂਦੇ ਆ। ਬਹੁਤ ਸਾਲ ਪਹਿਲਾਂ ਤਾਂ ਜਿਹੜਾ ਫਰਸਟ ਟੈਸਟ ਟਿਊਬ ਬੇਬੀ ਹੋਇਆ ਸੀ ਉਹ ਦੂਰਬੀਨ ਦੇ ਨਾਲ ਪਹਿਲੇ ਅੰਡੇ ਕੱਢਦੇ ਸੀ ਲੋਕੀ, ਠੀਕ ਹੈ, ਤੇ ਹੁਣ ਤਾਂ ਦੂਰਬੀਨ ਪਾਉਣ ਦੀ ਵੀ ਲੋੜ ਨਹੀਂ, ਅਲਟਰਾਸਾਊਂਡ ਦੇ ਜ਼ਰੀਏ, ਟ੍ਰਾਂਸਵੈਜਾਈਨਲ ਸੋਨੋਗ੍ਰਾਫੀ ਦੇ ਜ਼ਰੀਏ ਅੰਡੇ ਕੱਢੇ ਜਾ ਸਕਦੇ ਆ। ਤੇ ਛੋਟਾ ਜਿਹਾ ਐਨੈਸਥੀਸੀਆ, ਸ਼ਾਰਟ ਜਨਰਲ ਐਨੈਸਥੀਸੀਆ ਹੁੰਦਾ ਹੈ, ਪੇਸ਼ੈਂਟ 10-15 ਮਿੰਟ ਦਾ ਟੋਟਲ ਪ੍ਰੋਸੀਜਰ ਹੈ ਤੇ ਕੋਈ ਪੇਨਫੁਲ ਪ੍ਰੋਸੀਜਰ ਨਹੀਂ ਹੈ। ਮਤਲਬ ਡਰਨ ਦੀ ਕੋਈ ਗੱਲ ਨਹੀਂ। ਜਦ ਅਸੀਂ ਭਰੂਣ ਵੀ ਰੱਖਦੇ ਆ ਬੱਚੇਦਾਨੀ ਦੇ ਅੰਦਰ ਤਾਂ ਕੋਈ बिल्कुल पेनलैस प्रोसीजर है, पेशेंट ਨੂੰ ਪਤਾ ਵੀ ਨਹੀਂ ਲੱਗਦਾ ਕਿ ਜਦੋਂ ਦੇ ਐਮਬ੍ਰੀਓ ਟ੍ਰਾਂਸਫਰ ਹੋ ਜਾਏ। ਜੀ ਬਿਲਕੁਲ। ਤੇ ਮੈਨੂੰ ਪੂਰੀ ਉਮੀਦ ਹੈ ਕਿ ਜੋ ਡਾਕਟਰ ਸੁਮਿਤਾ ਸੋਫਤ ਤੁਹਾਨੂੰ ਗੱਲਾਂ ਦੱਸ ਰਹੇ ਨੇ ਤੁਸੀਂ ਉਹਨਾਂ ਦਾ ਜ਼ਰੂਰ ਫਾਇਦਾ ਚੱਕੋਗੇ ਤੇ ਜ਼ਰੂਰ ਜੇ ਤੁਹਾਡੇ ਪਰਿਵਾਰ ਵਿੱਚ ਨਹੀਂ ਤਾਂ ਤੁਹਾਡੇ ਆਸ ਪੜਾਸ ਜਾਂ ਤੁਹਾਡੇ ਰਿਸ਼ਤੇਦਾਰੀ ਵਿੱਚ ਵੀ ਕਿਤੇ ਕੋਈ ਇਸ ਪਰੇਸ਼ਾਨੀ ਤੋਂ ਜੂਝ ਰਿਹਾ ਤਾਂ ਤੁਸੀਂ ਉਹਨਾਂ ਨੂੰ ਜ਼ਰੂਰ ਹੈਲਪ ਕਰ ਸਕੋ, ਕਿਉਂਕਿ ਇਹ ਛੋਟੇ-ਛੋਟੇ ਗੱਲਾਂ ਨੇ। ਜੇ ਇੱਕ-ਇੱਕ ਕਰਕੇ ਸਾਡੇ ਸਮਾਜ ਵਿੱਚ ਸਭ ਨੂੰ ਇਹ ਚੀਜ਼ਾਂ ਦੀ ਨੌਲੇਜ ਹੋ ਜਾਏਗੀ ਤਾਂ ਸਾਡੇ ਸਮਾਜ ਵਿੱਚ ਇਹ ਪਰੇਸ਼ਾਨੀ ਆਪਣੇ ਆਪ ਹੌਲੀ-ਹੌਲੀ ਦੂਰ ਹੋ ਜਾਏਗੀ। ਸੋ ਇਹਨਾਂ ਚੀਜ਼ਾਂ ਵਿੱਚ ਗੌਰ ਕਰਨਾ ਚਾਹੀਦਾ ਹੈ। ਇਹ ਸਾਇੰਸ ਹੈ, ਇੱਕ ਸਾਨੂੰ ਸਭ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ। ਜ਼ਰੂਰੀ ਨਹੀਂ ਕਿ ਜੋ ਡਾਕਟਰੀ ਕਰ ਰਹੇ ਉਹਨਾਂ ਨੂੰ ਹੀ ਇਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ। ਸੋ ਇਸ ਪ੍ਰੋਗਰਾਮ ਦਾ ਇਹੀ ਮਕਸਦ ਹੈ ਕਿ ਜਿਨ੍ਹਾਂ ਨੂੰ ਇਸ ਟ੍ਰੀਟਮੈਂਟ ਨੂੰ ਲੈ ਕੇ ਕੋਈ ਵਹਿਮ ਨੇ, ਭਰਮ ਨੇ ਔਰ ਉਹ ਸੋਚਦੇ ਨੇ ਸ਼ਾਇਦ ਇਹ ਬਹੁਤ ਹੀ ਮੁਸ਼ਕਿਲ ਪ੍ਰੋਸੈਸ ਹੈ, ਤੇ ਇਹ ਕੋਈ ਮੁਸ਼ਕਿਲ ਪ੍ਰੋਸੈਸ ਨਹੀਂ ਹੈ, ਬੜੇ ਹੀ ਆਰਾਮ ਦੇ ਨਾਲ ਪ੍ਰੈਗਨੈਂਸੀ ਹੋ ਸਕਦੀ ਹੈ। ਤੇ ਸਾਡੇ ਇੱਕ ਕਾਲਰ ਲਾਈਨ ਤੇ ਆ ਚੁੱਕੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? मेरा नाम प्रनीत है। हाँ जी, कित्थों बोल रहे हो? मैं गुरदासपुर जिले तो बोल रही हूँ। हाँ जी, की परेशानी है तुहानू? मेरी प्रेगनेंसी बार-बार मिसकैरेज हो जाता जी। देखो इन्हां नूं हुण रिपीटेड अबॉर्शनस है, कितनी बार हो चुका है अबॉर्शन तुहाडे? मिसकैरेज हो जाता है, 2 बार हो चुका है। मतलब देखो पेशेंट ने एक बार जब अबॉर्शन हो गया, ज़्यादा बार हो गया तो उन्होंने वेट नहीं करनी चाहिए, क्योंकि बार बार जब अबॉर्शन होंगे तो बच्चेदानी विच इन्फेक्शन भी हो जाएगी। ये इन्फेक्शन अल्टीमेटली ट्यूबां नूं भी डैमेज करेगी। बिल्कुल। पेशेंट ਨੂੰ ਸਭ ਤੋਂ ਪਹਿਲਾਂ ਪ੍ਰੋਪਰ ਜਾਂਚ ਕਰਾਣੀ ਚਾਹੀਦੀ ਹੈ। ਜਾਂਚ ਜਦ ਸਾਰਾ ਕੁਝ ਪਤਾ ਲੱਗ ਜਾਏਗਾ ਉਸ ਤੋਂ ਬਾਅਦ ਹੀ ਪ੍ਰੈਗਨੈਂਸੀ ਲੈਣੀ ਚਾਹੀਦੀ ਹੈ। ਸਾਨੂੰ ਪਹਿਲਾਂ ਅਬੋਰਸ਼ਨ ਦੇ ਕਾਰਨ ਲੱਭਣੇ ਪੈਣਗੇ ਕਿ ਕਿਹੜੇ ਮਹੀਨੇ ਅਬੋਰਸ਼ਨ ਹੁੰਦਾ ਹੈ, ਕਿਉਂ ਹੁੰਦਾ ਹੈ। ਹੋ ਸਕਦਾ ਬੱਚੇਦਾਨੀ ਦੇ ਵਿੱਚ ਦੂਰਬੀਨ ਪਾ ਕੇ ਦੇਖਿਆ ਜਾਏ, ਕਈ ਵਾਰ ਬੱਚੇਦਾਨੀ ਦੇ ਹਿੱਸੇ ਹੀ 2 ਹੋਏ ਹੁੰਦੇ ਆ, ਜਾਂ ਕੋਈ ਪਰਦਾ ਹੁੰਦਾ ਹੈ ਦੂਰ ਬੱਚੇਦਾਨੀ ਵਿੱਚ, ਜਾਂ ਕੋਈ ਰਿਪੀਟਡ ਕੋਈ ਜੈਨੇਟਿਕ ਪ੍ਰੋਬਲਮ ਹੈ। ਸਾਰਾ ਕੁਝ ਦੇਖ ਕੇ ਹੀ ਫਿਰ ਪ੍ਰੈਗਨੈਂਸੀ प्लान करनी चाहिए। बिल्कुल बिल्कुल। तो फिर इत्थे मैं जानना चाहनी कि कोई ऐसे एडवांस टेस्ट वगैरह होंदे ने कि जो कपल ਪ੍ਰੈਗਨੈਂਸੀ ਲਈ ਸੋਚ ਰਿਹਾ ਹੈ ਕਿ ਸੋਚ ਰਹੇ ਕਿ ਹੁਣ ਵੀ ਜ਼ਿੰਦਗੀ ਵਿੱਚ ਬੱਚਾ ਲਿਆਂਦਾ ਜਾਏ, ਤਾਂ ਕੀ ਕੁਝ ਐਡਵਾਂਸ ਟੈਸਟ ਵੀ ਹੁੰਦੇ ਨੇ ਜਿਸ ਤੋਂ ਪਤਾ ਚੱਲ ਜਾਏ ਕਿ ਪਹਿਲਾਂ ਹੀ ਕਲੀਅਰ ਹੋ ਜਾਏ ਕਿ ਕੋਈ ਬਿਲਕੁਲ। ਜਦ ਵੀ ਕੋਈ ਟ੍ਰੀਟਮੈਂਟ ਕਰਾਣਾ ਹੈ ਸਾਰੇ ਟੈਸਟ ਕਰਨੇ ਬਹੁਤ ਜ਼ਰੂਰੀ ਹੈ। ਮਤਲਬ ਟ੍ਰੀਟਮੈਂਟ ਕਰਨ ਤੋਂ ਬਾਅਦ ਟੈਸਟ ਕਰਾਉਣ ਦਾ ਕੋਈ ਫਾਇਦਾ ਨਹੀਂ ਹੈ। ਪ੍ਰੋਪਰ ਪਹਿਲਾਂ ਇਨਵੈਸਟੀਗੇਸ਼ਨਸ ਹੋਣੀਆਂ ਬਹੁਤ ਜ਼ਰੂਰੀ ਹੈ। ਤੁਹਾਡਾ ਡਾਕਟਰ ਜਿਹੜਾ ਐਕਸਪਰਟ ਹੈ ਉਹ ਦੱਸੇਗਾ ਕਿ ਆਹ ਟੈਸਟ ਬਹੁਤ ਜ਼ਰੂਰੀ ਹੈ, ਉਸ ਤੋਂ ਬਾਅਦ ਹੀ ਕੋਈ ਟ੍ਰੀਟਮੈਂਟ ਲੈਣਾ। ਕਿਉਂਕਿ ਕੋਈ ਟ੍ਰੀਟਮੈਂਟ ਮੰਨ ਲਓ ਤੁਸੀਂ ਟੈਸਟ ਟਿਊਬ ਬੇਬੀ ਕਰਾ ਲਿਆ, ਫੇਲ ਹੋ ਗਿਆ, ਤੁਹਾਨੂੰ ਪੂਰੇ ਕਾਰਨ ਹੀ ਨਹੀਂ ਮਤਲਬ ਪਤਾ ਲੱਗਿਆ ਕਿ ਸਪਰਮ ਕਾਊਂਟ ਹੀ ਇੰਨਾ ਘੱਟ ਸੀ, ਠੀਕ ਹੈ ਨਾ, ਜਾਂ ਹੋਰ ਕਈ ਚੀਜ਼ਾਂ ਹੈ, ਜਾਂ ਹਾਰਮੋਨਲ ਇੰਬੈਲੈਂਸ ਹੈ, ਪੇਸ਼ੈਂਟ ਆ ਕੇ ਕਹੇ ਜੀ ਮੇਰਾ ਸਿੱਧਾ ਟੈਸਟ ਟਿਊਬ ਬੇਬੀ ਕਰ ਦਿਓ। ਇੰਜ ਨਹੀਂ ਹੁੰਦਾ। ਟੈਸਟ ਹੁੰਦੇ ਆ, ਟੈਸਟਾਂ ਵਿੱਚ ਜਿਹੜਾ ਨੁਕਸ ਹੁੰਦਾ ਉਹਨੂੰ ਦੂਰ ਕਰਕੇ ਫਿਰ ਟ੍ਰੀਟਮੈਂਟ ਕੀਤਾ ਜਾਂਦਾ ਹੈ। ਜੀ ਬਿਲਕੁਲ। ਤੇ ਜਿਵੇਂ ਵੈਸੇ ਕੋਈ ਨਾਰਮਲ ਕਪਲ ਹੈ ਜਿਸ ਨੂੰ ਕੋਈ ਪ੍ਰੋਬਲਮ ਨਹੀਂ ਕਿ ਉਹ ਵੀ ਕੋਈ ਕੁਝ ਟੈਸਟ ਕਰਵਾ ਕੇ ਪਹਿਲਾਂ ਤੋਂ ਕਿ
ਕੇਅਰਫੁਲੀ ਕਿ ਹਾਂ ਅੱਗੋਂ ਬਾਅਦ ਵਿੱਚ ਕੋਈ ਪ੍ਰੋਬਲਮ ਨਾ ਆਵੇ ਤਾਂ ਕੋਈ ਨਹੀਂ ਮਤਲਬ ਅਗਰ ਉਹਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਹੀ ਲੋੜ ਹੈ ਨਾ, ਜਦ ਉਹਨੂੰ ਬੱਚਾ ਨਹੀਂ ਹੋਇਆ ਫਿਰ ਹੀ ਉਹ ਇਹ ਟੈਸਟ ਕਰਾਏਗਾ। ਜੀ 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 ਬਿਲਕੁਲ ਬਿਲਕੁਲ। ਤੇ ਹੋਰ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਹੈ ਜੋ ਮੈਨੂੰ ਸਮਝ ਨਾ ਆ ਰਹੀਆਂ ਹੁਣ, ਤੁਸੀਂ ਮਾਹਿਰ ਹੋ ਇਸ ਵਿਸ਼ੇ ਦੇ ਵਿੱਚ, ਜੋ ਤੁਸੀਂ ਦਰਸ਼ਕਾਂ ਨੂੰ ਦੱਸਣਾ ਚਾਹੋਗੇ? ਦੇਖੋ ਦਰਸ਼ਕਾਂ ਨੂੰ ਮੈਂ ਇੱਕੋ ਹੀ ਸਲਾਹ ਦੇਣੀ ਚਾਹੂੰਗੀ ਕਿ ਕਦੇ ਵੀ ਤੁਸੀਂ ਜੇ ਤੁਹਾਨੂੰ ਬਾਂਝਪਨ ਦੀ ਸਮੱਸਿਆ ਹੈ, ਤੁਸੀਂ ਕਦੇ ਹਤਾਸ਼ ਹੋ ਕੇ ਨਾ ਬੈਠੋ, ਚੰਗੇ ਡਾਕਟਰ ਤੋਂ ਓਪੀਨੀਅਨ ਲਓ, ਸਾਰੇ मतलब कोई भी नशे तो किसी भी चीज़ तो दूर रहो, ठीक है ना, हेल्दी लाइफस्टाइल बताओ, हेल्दी खाना खाओ, एक्सरसाइज करो लाइफ विच, कोई भी योगा मैडिटेशन कुछ भी करो ताकि तनाव दूर होए, ਉਹਦੇ ਨਾਲ ਜਿਹੜਾ ਹੈ ਤੁਹਾਡੇ ਪ੍ਰੈਗਨੈਂਸੀ ਦੇ ਚਾਂਸ ਵੱਧ ਜਾਣਗੇ।